आओ आप परमेश्वर का वचन देखांगे और आप देखांगे पुराने नियम दे विच कहावतां, पुराने नियम दे विच कहावतां ओहदा एक अध्याय, पुराने नियम दे विच कहावतां ओहदा एक अध्याय और आप पढ़ांगे ਉਹਦੇ 7 ਤੋਂ ਲੈ ਕੇ ਉਹਦੇ 17 ਤੱਕ ਉੱਚੀ ਆਵਾਜ਼ ਵਿੱਚ ਪੜਿਓ। ਯਹੋਵਾ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਤੇ ਸਿੱਖਿਆ ਮੂਰਖ ਤੋਂ ਜਾਣਦੇ ਹਨ। ਇਹ ਮੇਰੇ ਪੁੱਤਰ ਤੂੰ ਆਪਣੇ ਪਿਓ ਦਾ ਉਪਦੇਸ਼ ਸੁਣ ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀ, ਕਿਉਂ ਜੋ ਤੇਰੇ ਲਈ ਤੇਰੇ ਸਿਰ ਲਈ ਸਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ ਦੇ ਲਈ ਕੈਂਠਾਂ ਹੋਣਗੀਆਂ। ਇਹ ਮੇਰੇ ਪੁੱਤ, ਜੇ ਕਦੀ ਪਾਪੀ ਤੈਨੂੰ ਫਸਲਾਉਣ ਤਾਂ ਤੂੰ ਉਹਨਾਂ ਦੀ ਨਾ ਮੰਨੀ। ਜੇ ਉਹ ਆਖਣ ਭਾਈ ਸਾਡੇ ਨਾਲ ਚੱਲ ਅਸੀਂ ਖੂਨ ਕਰਨ ਨੂੰ ਦੌੜ ਲਾਈਏ, ਆਪਾਂ ਨਹਕ ਵਿਦੋਸ਼ਾਂ ਦੀ ਘਾਤ ਵਿੱਚ ਲੁਕ ਕੇ ਬੈਠੀਏ, ਅਸੀਂ ਉਹਨਾਂ ਨੂੰ ਪਤਾਲ ਵਾਂਗੂ ਜਿਉਂਦਾ ਹੀ ਪਛ ਲਈਏ ਅਤੇ ਸਾਬਤਾ ਉਹਨਾਂ ਵਾਂਗੂ ਜੋ ਟੋਏ ਵਿੱਚ ਉਤਰਦੇ ਹਨ। ਸਾਨੂੰ ਸਭ ਪ੍ਰਕਾਰ ਦੇ ਅਨਮੁੱਲ ਪਦਾਰਥ ਮਿਲਣਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ। ਸਾਡੇ ਵਿੱਚ ਹੀ ਆਪਣਾ ਗੁਨਾਹਕਾਰ ਹੈ, ਸਾਡੀ ਸਭਨਾ ਦੀ ਇੱਕੋ ਥੈਲੀ ਹੋ। ਇਹ ਮੇਰੇ ਪੁੱਤਰ ਤੂੰ ਉਹਨਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀ, ਉਹਨਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀ। ਕਿਉਂ ਜੋ ਉਹਨਾਂ ਦੇ ਪੈਰ ਬੁਰਾਈ ਵੱਲ ਨੱਠਦੇ ਅਤੇ ਖੂਨ ਕਰਨ ਨੂੰ ਫੁਰਤੀ ਕਰਦੇ ਹਨ। ਕਿਸੇ ਦੇ ਪੰਛੀ ਦੇ ਵੇਖਦਿਆਂ ਜਾਗ ਪਛਾਣਾ ਵਿਅਰਥ ਹੈ। सारे बोलो हालेलुया, हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया और प्रभु यीशु मसीह ने किया आकाश धरती टल जाएगा पर मेरा वचन कदे नहीं टलेगा। सो परमेश्वर के वचन के उपर अपना बहुत ही मन लगा के अज परमेश्वर के वचन सुनियो, क्योंकि कई बार की होंगे कि इंसान वचन सुनता जरूर है लेकिन उस तो बाद होंगे की है कि इंसान वचन भुल जाता गा। तो जो इंसान वचन भुल जाता गा उसको चेते नहीं रखता ਜਾਂ ਫਿਰ ਉਸ ਨੂੰ ਉਹ ਆਪਣੇ ਅੰਦਰ ਜਮਾ ਨਹੀਂ ਕਰਦਾ ਤਾਂ ਫਿਰ ਉਸ ਦੀ ਆਗਿਆਕਾਰੀ ਵੀ ਨਹੀਂ ਕਰ ਸਕਦਾ। ਫਿਰ ਇਨਸਾਨ ਨੂੰ ਆਗਿਆਕਾਰੀ ਕਰਨੀ ਪਰਮੇਸ਼ਰ ਦੇ ਵਚਨ ਦੀ ਉਹ ਬਹੁਤ ਔਖੀ ਲੱਗਦੀ ਹੈ। ਫਿਰ ਇਨਸਾਨ ਨੂੰ ਔਖਾ ਲੱਗਦਾ ਹੈ ਯਾਰ ਪਰਮੇਸ਼ਰ ਦੇ ਵਚਨ ਕਿੰਨੇ ਭਾਰੀ ਨੇ, ਪਰਮੇਸ਼ਰ ਦੇ ਵਚਨ ਕਿੰਨੇ ਔਖੇ ਨੇ, ਇਹ ਤਾਂ ਸਾਡੇ ਲਈ ਮੰਨਣੇ ਕੀ ਨੇ, ਮਤਲਬ ਬਹੁਤ ਔਖੇ ਨੇ। ਗੱਲ ਬਹੁਤ ਧਿਆਨ ਨਾਲ ਸੁਣਿਓ। ਲੇਕਿਨ ਦੇਖੋ ਜੋ ਪਰਮੇਸ਼ਰ ਦਾ ਵਚਨ ਹੈ ਬਾਈਬਲ ਦੇ ਵਿੱਚ ਲਿਖਿਆ ਗਿਆ ਪਰਮੇਸ਼ਰ ਦਾ ਵਚਨ ਕੋਈ ਵੀ ਔਖਾ ਨਹੀਂ ਹੈ, ਕੋਈ ਵੀ ਪਰਮੇਸ਼ਰ ਦਾ ਵਚਨ ਔਖਾ ਨਹੀਂ ਹੈ। ਤੁਸੀਂ ਬਾਈਬਲ ਪੜ੍ਹ ਕੇ ਦੇਖਿਓ ਜਾਂ ਕਈ ਲੋਕਾਂ ਨੇ ਬਾਈਬਲ ਪੜ੍ਹਿਆਗਾ ਤਾਂ ਉਹ ਇੱਕ ਵੀ ਵਾਰ ਦੱਸੋ ਕਿ ਕਿਹੜਾ ਪਰਮੇਸ਼ਰ ਦਾ ਵਚਨ ਔਖਾਗਾ। ਮਤਲਬ ਐਸਾ ਕੋਈ ਪਰਮੇਸ਼ਰ ਦਾ ਵਚਨ ਹੈ ਹੀ ਨਹੀਂ ਕਿ ਜੋ ਇਨਸਾਨ ਦੇ ਲਈ ਔਖਾ ਹੋਵੇ। ਪਰਮੇਸ਼ਰ ਦੇ ਸਾਰੇ ਵਚਨ ਇਨਸਾਨ ਨੂੰ ਦਿੱਤੇ ਗਏ ਨੇ ਔਰ ਉਹ ਤਾਂ ਬਹੁਤ ਹੀ ਸੌਖੇ ਕਰਕੇ ਦਿੱਤੇ ਗਏ ਨੇ ਪਰਮੇਸ਼ਰ ਨੇ, ਕਿਉਂਕਿ ਪਰਮੇਸ਼ਰ ਜੋ ਜਾਣਦਾਗਾ ਕਿ ਇਨਸਾਨ ਕੀ ਉਹ ਤਾਂ ਮਿੱਟੀ ਚੋਂ ਬਣਿਆਗਾ। ਪਰਮੇਸ਼ਰ ਇਹ ਵੀ ਜਾਣਦੇ ਨੇ ਕਿ ਇਨਸਾਨ ਹੈ ਜੋ ਉਹ परमेश्वर के वचनों को किस तरह मान सकते हैं। इसलिए परमेश्वर ने इंसान को जो वचन दिता वो बहुत ही सौखे तरीके दिता गा। हुण देखो आप गल करिए संसार की, संसार दे विच जिन्ने भी लोग आउंदे ने, जिन्ने भी लोग आए ने, चाहे ऋषि है, चाहे कोई मुनि है, चाहे पीर है, चाहे कोई पैगंबर है, चाहे कोई देवी देवता गा, सारे लोग आए ने, बहुत सारे लोग आए और हुंदा की है कि सारे लोगों को मौत तो डर लगता गा। गल नूं बहुत ध्यान नाल सुनियो। धरती उपर ऐसा कोई भी इंसान नहीं कि जो मौत तो नहीं डरता, सारे लोग मौत तो डरते हैं। हुण आपां गल करिए ऋषि मुनिया की या देवी देवते किसी की भी, हुण देखो वो अपने कोल तलवार रखता सी, कोई तीर रखता सीगा, तीर कमान या कोई नेजा रखता सीगा। ਉਹਦਾ मतलब ये नहीं सीगा वो किसी का नुकसान करना चाहते सीगे, वो नुकसान करने वास्ते नहीं सीगा, वो तो खुद ही हिफाजत करने वास्ते सीगा कि कोई मेरे ऊपर हमला करे मैं अपना बचाव करा। और बचाव करने दे विच की है कि सामने वाला दूसरे इंसान को मार दिंदा सीगा। हुण देखो हर इंसान की है वो मौत तो डरदा गा। धरती उपर जिन्ने भी लोग आए सारे लोग जीना चाहते हैं, सारे लोग धरती उपर जीने वास्ते आए ने, लेकिन कोई मरन वास्ते आया धरती उपर। अगर तुहानूं पुछया जाए किहड़ा इंसान है जिहड़ा मरना चाहुंदा गा, है कि तुहाडे चों कोई मरन वाला? कोई भी नहीं मरना चाहुंदा। जे किसी को कह देंगे चलो मैं जब छोटा सीगा जद हो जाता सी, कई बार जे किसी को कह देंगे तू मर जा तो सामने उत्तर मिलता सीगा तू मर जा तेरा किहड़ा चार पाउणा है। मतलब कोई मरना नहीं चाहता, हर इंसान वो तो जिउना चाहता गा। और चाहे जीण दे लई की है कि सामने वाले नूं मारना पै जाए,
ਇਨਸਾਨ ਇਸ ਤਰ੍ਹਾਂ ਕਰਦਾ ਸੀਗਾ। ਹੁਣ ਜਿਹੜੇ ਰਿਸ਼ੀ ਮੁਨੀ, ਪੀਰ ਪੈਗੰਬਰ, ਦੇਵੀ ਦੇਵਤੇ ਹੋਏ, ਦੇਖਿਆ ਜਾਵੇ ਉਹ ਬੁਰੇ ਨਹੀਂ ਸੀਗੇ। ਉਹਨਾਂ ਕੋਲ ਜੋ ਵੀ ਹਥਿਆਰ ਹੁੰਦਾ ਸੀਗਾ ਉਹ ਉਹਨਾਂ ਦੀ ਹਿਫਾਜ਼ਤ ਵਾਸਤੇ ਹੁੰਦਾ ਸੀਗਾ। ਕਿਉਂ? ਕਿਉਂਕਿ ਉਹਨਾਂ ਨੂੰ ਡਰ ਸੀਗਾ ਕਿ ਅਸੀਂ ਮਰ ਨਾ ਜਾਈਏ, ਜੇ ਕੋਈ ਸਾਨੂੰ ਮਾਰੂਗਾ ਤੇ ਅਸੀਂ ਬਦਲੇ ਵਿੱਚ ਮਾਰ ਦਾਂਗੇ ਉਹਨੂੰ। ਅੱਜ ਵੀ ਜ਼ਿਆਦਾਤਰ ਇਹੀ ਹੁੰਦਾਗਾ। ਹੁਣ ਦੇਖੋ ਬੜੇ ਬੜੇ ਮੰਤਰੀ ਲੋਕ, ਬੜੇ ਬੜੇ ਫਿਲਮ ਸਟਾਰ, ਆ ਜਿਹੜੇ ਬੜੇ ਬੜੇ ਕਰੈਕਟਰ ਲੋਕ ਨੇ, ਇਹਨਾਂ ਕੋਲ ਸਿਕਿਉਰਿਟੀ ਰਹਿੰਦੀ ਹੈ। ਸਿਕਿਉਰਿਟੀ ਰਹਿੰਦੀ ਹੈ ਕਾਹਦੇ ਲਈ? ਕਿਉਂਕਿ ਕੋਈ ਇਹਨਾਂ ਨੂੰ ਤੰਗ ਨਾ ਕਰੇ, ਕੋਈ ਇਹਨਾਂ ਨੂੰ ਪਰੇਸ਼ਾਨ ਨਾ ਕਰੇ। ਔਰ ਹੁਣ ਤਾਂ ਬੜੇ ਬੜੇ ਬੋਡੀ ਬਿਲਡਰ ਨਾਲ ਨੇ, ਉਹਨਾਂ ਕੋਲ ਵੀ ਹਥਿਆਰ ਹੁੰਦੇ ਨੇ ਕਿ ਕੋਈ ਇਹਨਾਂ ਦੇ ਉੱਪਰ ਹਮਲਾ ਕਰੇਗਾ ਤੇ ਬਦਲੇ ਵਿੱਚ ਉਹਨਾਂ ਨੂੰ ਛੂਟ ਹੈ ਬੋਡੀਗਾਰਡ ਨੂੰ ਕਿ ਉਹ ਕੀ ਕਰੇ, ਉਸਨੂੰ ਮਾਰ ਦੇਵੇ। ਮਤਲਬ ਇਨਸਾਨ ਆਪਣੀ ਹਿਫਾਜ਼ਤ ਦੇ ਲਈ ਕੀ ਕਰਦਾਗਾ? ਉਹ ਐਸੇ ਲੋਕਾਂ ਨੂੰ ਕੋਲ ਰੱਖਦਾ ਆਪਣੇ ਕਿ ਜਿਹੜੀ ਉਸਦੀ ਕੀ ਕਰਨ, ਸੰਭਾਲ ਕਰਨ, ਜਿਹੜੇ ਉਸਦੀ ਜਾਨ ਦੀ ਰਾਖੀ ਕਰਨ। ਹੁਣ ਮੈਂ ਦੇਖਦਾ ਕਈ ਲੋਕ ਕਹਿੰਦੇ ਇਸ ਤਾਂ ਇਹ ਕਿਸੇ ਇਨਸਾਨ ਤੋਂ ਨਹੀਂ ਡਰਦੇ, ਕਈ ਲੋਕ ਤਾਂ ਇਹ ਕਹਿੰਦੇ ਮੈਂ ਰੱਬ ਤੋਂ ਵੀ ਨਹੀਂ ਡਰਦਾ। ਫਿਰ ਘਰ ਵਿੱਚ ਕੁੱਤਾ ਰੱਖਿਆ ਹੁੰਦਾ ਉਹਨਾਂ ਨੇ, ਕਾਹਦੇ ਲਈ? ਕਿ ਕੋਈ ਚੋਰ ਨਾ ਆ ਜੇ, ਕੋਈ ਚੋਰੀ ਕਰਕੇ ਨਾ ਲੈ ਜੇ, ਜਾਂ ਕੋਈ ਨੁਕਸਾਨ ਨਾ ਕਰ ਦੇਵੇ। ਗੱਲਾਂ ਇਨਸਾਨ ਬਹੁਤ ਵੱਡੀਆਂ ਕਰਦਾ ਹੈਗਾ। ਕਹਿਣ ਦਾ ਮਤਲਬ ਕਿ ਧਰਤੀ ਉੱਪਰ ਜਿੰਨੇ ਵੀ ਲੋਕ ਆਏ ਨੇ, ਹਰ ਇਨਸਾਨ ਜੀਣਾ ਚਾਹੁੰਦਾ ਹੈਗਾ। ਹਰ ਇਨਸਾਨ ਹੀ ਉਹ ਜਿਉਣਾ ਚਾਹੁੰਦਾ ਹੈਗਾ, ਲੇਕਿਨ ਮਰਨ ਵਾਸਤੇ ਕੋਈ ਵੀ ਤਿਆਰ ਨਹੀਂ। ਮਾਰਨ ਵਾਸਤੇ ਸਾਰੇ ਤਿਆਰ ਹੁੰਦੇ ਨੇ ਜਾਂ ਨਹੀਂ ਹੁੰਦੇ? ਹੁੰਦੇ ਨੇ। ਇੱਕ ਵਾਰ ਕੀ ਹੋਇਆ, ਇੱਕ ਇਨਸਾਨ ਸੀਗਾ, ਉਹ ਘਰੇ ਲੜ ਪਿਆ ਤੇ ਉਸ ਤੋਂ ਬਾਅਦ ਉਹਨੇ ਫੈਸਲਾ ਕਰਿਆ ਕਿ ਮੈਂ ਜਾਣਾ ਹੁਣ ਮਰਨ ਵਾਸਤੇ। ਘਰੋਂ ਫੈਸਲਾ ਕਰਕੇ ਚਲਾ ਗਿਆ ਮਰਨ ਵਾਸਤੇ ਤੇ ਉਸਨੇ ਦੇਖਿਆ ਵੀ ਚਲੋ ਮੁਹਰਮ ਦੀ ਨਹਿਰ ਹੈਗੀ, ਉੱਥੇ ਜਾ ਕੇ ਮੈਂ ਡੁੱਬ ਕੇ ਮਰ ਜਾਣਾਗਾ। ਉੱਥੇ ਆ ਗਿਆ। ਉੱਥੇ ਉਹ ਜਦੋਂ ਆ ਗਿਆ, ਔਰ ਗੱਲ ਕੀ ਸੀਗੀ, ਉਹ ਮੌਸਮ ਸੀਗਾ ਠੰਡ ਦੇ ਮੌਸਮ ਸੀਗੇ, ਠੰਡ ਦਾ ਮੌਸਮ ਸੀਗਾ। ਜਦੋਂ ਨਹਿਰ ਦੇ ਉੱਪਰ ਆਇਆ, ਉਸਨੇ ਦੇਖਿਆ ਤਾਂ ਉਹਨੂੰ ਪਾਣੀ ਠੰਡਾ ਲੱਗਿਆ। ਉਹਨੇ ਕਹਿੰਦਾ ਮੈਂ ਤਾਂ ਆਕੜ ਕੇ ਮਰ ਜਾਊਗਾ। ਉਹਨੇ ਕਿਹਾ ਮਨਾ, 2 ਘੜੀ ਦਾ ਗੁੱਸਾ ਗਾ, ਛੱਡ ਪਰੇ ਯਾਰ, ਕਿਉਂ ਮਰਨਾਗਾ। ਉੱਥੇ ਰਿਸ਼ਤੇਦਾਰੀ ਸੀ ਉਹਦੀ, ਉਹਨਾਂ ਦੇ ਘਰੇ ਚਲਾ ਗਿਆ। ਉਹਨਾਂ ਨੇ ਪੁੱਛਿਆ ਭਰਾਵਾ ਤੂੰ ਬੜਾ ਸਾਜਰੇ ਆਇਆ, ਕੀ ਗੱਲ ਹੋ ਗਈ? ਕਹਿੰਦਾ ਮੈਂ ਲੜ ਪਿਆ ਘਰੇ। ਕਹਿੰਦਾ ਫਿਰ? ਕਹਿੰਦਾ ਮਰਨ ਵਾਸਤੇ ਆਇਆ ਸੀਗਾ। ਹੁਣ ਉਹ ਪਰਿਵਾਰ ਦੇ ਲੋਕ ਬੜੇ ਕਾਮੇਡੀ ਸੀਗੇ, ਕਾਮੇਡੀ ਕਰਨ ਵਾਲੇ ਸੀਗੇ। ਕਹਿੰਦਾ ਮਰਿਆ ਕਿਉਂ ਨਹੀਂ? ਕਹਿੰਦਾ ਮੈਂ ਤਾਂ ਨਹੀਂ ਮਰਿਆ, ਨਹਿਰ ਦਾ ਪਾਣੀ ਠੰਡਾ ਸੀਗਾ। ਫਿਰ ਮੈਂ ਸੋਚਿਆ ਮਨਾ ਕੋਈ ਗੱਲ ਨਹੀਂ, 2 ਘੜੀ ਦਾ ਗੁੱਸਾ ਹੀ ਹੈ, ਕਿਉਂ ਮਰਨਾਗਾ। ਮਤਲਬ ਮਰਨਾ ਕੋਈ ਨਹੀਂ ਚਾਹੁੰਦਾ, ਮਰਨਾ ਕੋਈ ਵੀ ਨਹੀਂ ਚਾਹੁੰਦਾ। ਲੇਕਿਨ ਜ਼ਿਆਦਾਤਰ ਹੁੰਦਾ ਕੀ ਹੈ ਕਿ ਧਰਤੀ ਉੱਪਰ ਜਿੰਨੇ ਵੀ ਲੋਕ ਆਏ ਉਹ ਸਾਰੇ ਕੀ ਨੇ, ਉਹ ਤਾਂ ਜੀਣਾ ਚਾਹੁੰਦੇ ਨੇ, ਜੀਣਾ ਚਾਹੁੰਦੇ ਨੇ। ਇਹਦਾ ਮਤਲਬ ਜਿਹੜੇ ਮਰਨਾਗਾ ਉਹ ਇਨਸਾਨ ਦਾ ਸ਼ੌਂਕ ਨਹੀਂ ਹੈ, ਇਨਸਾਨ ਦੀ ਮਜਬੂਰੀ ਹੈ। ਕੋਈ ਵੀ ਇਨਸਾਨ ਸ਼ੌਂਕ ਨਾਲ ਮਰਦਾਗਾ? ਕੋਈ ਵੀ ਇਨਸਾਨ, ਕੋਈ ਨਹੀਂ ਮਰਦਾ ਸ਼ੌਂਕ ਦੇ ਨਾਲ, ਲੇਕਿਨ ਮਜਬੂਰੀ ਬਣ ਗਈ ਇਨਸਾਨ ਦੀ ਕਿ ਮਰਨਾ ਹੀ ਹੈ। ਇਨਸਾਨ ਨੂੰ ਥੋੜੀ ਪਰੇਸ਼ਾਨੀ ਆ ਜਾਏ, ਥੋੜੀ ਬਿਮਾਰੀ ਆ ਜਾਏ ਤਾਂ ਇਨਸਾਨ ਡਾਕਟਰ ਕੋਲ ਭੱਜਦਾਗਾ, ਬੜੇ ਬੜੇ ਹਸਪਤਾਲਾਂ 'ਚ ਭੱਜਦਾਗਾ। ਕਾਹਦੇ ਲਈ? ਕਿਉਂਕਿ ਮੈਂ ਕੀ ਕਰਾਂ, ਮੈਂ ਚੰਗਾ ਹੋ ਜਾਵਾਂ, ਮੈਂ ਮਰਾਂ ਨਾ। ਇੱਕ ਇਨਸਾਨ ਸੀਗਾ, ਤਕਰੀਬਨ 100 ਸਾਲ ਤੋਂ ਉੱਪਰ ਜਾ ਚੁੱਕੀ ਸੀ ਉਮਰ ਉਹਦੀ, ਮੇਰੀ ਅੱਖਾਂ ਦੀ ਦੇਖੀ ਗੱਲ ਇਹ। ਉਹ ਇਨਸਾਨ ਕੈਸਾ ਸੀਗਾ, ਉਹਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ, ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਹੁਣ ਜਦੋਂ ਵੀ ਉਹ ਜਾਂਦਾ ਸੀਗਾ ਮਤਲਬ ਬਾਥਰੂਮ ਤੱਕ ਤਾਂ ਕੀ ਕਰਦਾ ਸੀਗਾ, ਉਹ ਕੰਨ ਦਾ ਸਹਾਰਾ ਲੈ ਕੇ ਜਾਂਦਾ ਸੀਗਾ ਤੇ ਪਰਿਵਾਰ ਨੂੰ ਕੀ ਕਹਿੰਦਾ ਸੀਗਾ, ਮੇਰੇ ਤਾਕਤ ਦੇ ਟੀਕੇ ਲਵਾ ਦਿਓ, ਮੇਰੇ ਲਈ ਫਲਾਣੀ ਜਗ੍ਹਾ ਜਾ ਕੇ ਸੁੱਖਣਾ ਸੁੱਖ ਕੇ ਆਓ ਕਿ ਮੈਂ ਬਚ ਜਾਵਾਂ। ਦੇਖੋ ਦਿਖਦਾ ਕੁਛ ਨਹੀਂ, ਸੁਣਦਾ ਕੁਛ ਨਹੀਂ ਤੇ ਇਨਸਾਨ ਦਾ ਮਰਨ ਨੂੰ ਦਿਲ ਨਹੀਂ ਕਰਦਾ, ਮਰਨ ਦਾ ਦਿਲ ਨਹੀਂ ਕਰਦਾ। ਇੱਕ ਇਨਸਾਨ ਸੀਗਾ, ਕਹਿੰਦਾ ਇਹ ਹਰਾ ਭਰਾ ਬਾਗ ਮੇਰਾ ਛੱਡਣ ਨੂੰ ਦਿਲ ਨਹੀਂ ਕਰਦਾ। ਮਤਲਬ ਜੋ ਵੀ ਇਨਸਾਨ ਇਸ ਧਰਤੀ ਉੱਪਰ ਆਏਗਾ ਉਹਦਾ ਮਨ ਨਹੀਂ ਕਰਦਾ ਕਿ ਇਸ ਸੰਸਾਰ ਨੂੰ ਛੱਡ ਕੇ ਜਾਏ, ਇਸ ਬਾਗ ਨੂੰ ਛੱਡ ਕੇ ਜਾਏ। ਤੁਹਾਡੇ ਵਿੱਚ ਹੈ ਕੋਈ ਐਸਾ ਇਨਸਾਨ ਕਿ ਜਿਹੜਾ ਮਰਨਾ ਚਾਹੇ? ਇਹਦਾ ਮਤਲਬ ਕਿ ਮਰਨਾ ਸ਼ੌਂਕ ਨਹੀਂ ਹੈ, ਮਰਨਾ ਕੀ ਹੈ, ਉਹ ਤਾਂ ਇਨਸਾਨ ਦੀ ਮਜਬੂਰੀ ਹੈ। ਹੁਣ ਇਨਸਾਨ ਆਪਣੇ ਆਪ ਨੂੰ ਬਚਾਉਣ ਦੇ ਲਈ ਕਰਦਾ ਕੀ ਹੈ? ਬਾਈਬਲ ਦੇ ਵਿੱਚ ਲਿਖਿਆ ਗਾ ਕਿ ਜਿਹੜਾ ਇਨਸਾਨ ਹੈ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਕੀ ਕਰਦਾਗਾ। ਆਪਾਂ ਬਾਈਬਲ ਦੇ ਵਿੱਚ ਦੇਖਾਂਗੇ ਅਯੂਬ ਉਹਦਾ 2 ਅਧਿਆਏ, ਸੁਣੋ ਅਯੂਬ ਉਹਦਾ 2 ਅਧਿਆਏ ਉਹਦਾ 4 ਵਚਨ ਪੜੋ। ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਖੰਡ ਦੇ ਬਦਲੇ ਖੰਡ, ਜੋ ਕਿ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਉਹ ਸਮੇਂ ਦੀ ਗੱਲ ਹੈ ਕਿ ਜਦੋਂ ਪਰਮੇਸ਼ਵਰ ਔਰ ਅਯੂਬ ਜਦੋਂ ਉਦਾਸ ਸੀਗਾ, ਹਾਂ ਉਹਦੀ ਖਰੇ ਨੂੰ ਲੈ ਕੇ ਪਰਮੇਸ਼ਵਰ ਸ਼ੈਤਾਨ ਦੇ ਨਾਲ ਗੱਲ ਕਰ ਰਿਹਾ ਹੈਗਾ
ਹੁਣ ਸ਼ੈਤਾਨ ਨੇ ਉਸਦੇ ਪਰਿਵਾਰ ਦੇ ਉੱਪਰ ਅਟੈਕ ਕੀਤਾ, ਉਸ ਦਾ ਨੁਕਸਾਨ ਕੀਤਾ। ਲੇਕਿਨ ਜਦੋਂ ਦੂਸਰੀ ਵਾਰ ਸ਼ੈਤਾਨ ਪਰਮੇਸ਼ਰ ਦੇ ਸਾਹਮਣੇ ਗਿਆ ਤਾਂ ਸ਼ੈਤਾਨ ਨੇ ਕੀ ਕਿਹਾ ਪਰਮੇਸ਼ਰ ਨੂੰ? ਇੱਕ ਵਾਰ ਫਿਰ ਪੜੋ। शैतान ने यहोवा ਨੂੰ ਉੱਤਰ ਦੇ ਕੇ ਆਖਿਆ ਕਿ ਖਲ ਦੇ ਬਦਲੇ ਖਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਹਾਲੇਲੂਇਆ, ਹਾਲੇਲੂਇਆ। ਜੋ ਇਨਸਾਨ ਹੈ ਉਹ ਆਪਣੇ ਪ੍ਰਾਣ ਬਚਾਉਣ ਦੇ ਲਈ, ਆਪਣੀ ਜਾਨ ਬਚਾਉਣ ਦੇ ਲਈ ਕੀ ਹੈ? ਉਹ ਸਭ ਕੁਝ ਦੇ ਦਿੰਦਾਗਾ। ਦਿੰਦਾ ਜਾਂ ਨਹੀਂ ਦਿੰਦਾ? ਇਨਸਾਨ ਦੇ ਕੋਲ ਜਿੰਨੀ ਵੀ ਪੂੰਜੀ ਹੋਵੇ, ਜਿੰਨਾ ਵੀ ਰੁਪਿਆ ਪੈਸਾ ਹੋਵੇ, ਅਗਰ ਉਹਦੀ ਜਾਨ ਖਤਰੇ 'ਚ ਹੈ, ਉਹਦਾ ਪਰਿਵਾਰ ਦਾ ਮੈਂਬਰ ਕੋਈ ਖਤਰੇ 'ਚ ਹੈ, ਤਾਂ ਇਨਸਾਨ ਕੀ ਕਰਦਾਗਾ? ਡਾਕਟਰ ਸਾਹਿਬ ਅਸੀਂ ਆਪਣੇ ਆਪ ਨੂੰ ਵੇਚ ਦਾਂਗੇ। ਕਈ ਲੋਕ ਆਪਣੀ ਗੱਡੀ ਵੇਚ ਜਾਂਦੇ ਨੇ, ਘਰ ਵੇਚ ਜਾਂਦੇ ਨੇ, ਗਹਿਣੇ ਰੱਖ ਦਿੰਦੇ ਨੇ, ਕਿਉਂ? ਅਸੀਂ ਇਸ ਨੂੰ ਬਚਾ ਲਈਏ। ਇਨਸਾਨ ਕਰਦਾ ਜਾਂ ਨਹੀਂ ਕਰਦਾ? ਅਰ ਸ਼ੈਤਾਨ ਵੀ ਤਾਂ ਇਹ ਗੱਲ ਕਹਿ ਰਿਹਾਗਾ ਕਿ ਜੋ ਇਨਸਾਨ ਹੈ ਉਹ ਆਪਣੀ ਜਾਨ ਬਚਾਉਣ ਦੇ ਲਈ, ਆਪਣੇ ਪ੍ਰਾਣਾਂ ਨੂੰ ਬਚਾਉਣ ਦੇ ਲਈ ਆਪਣਾ ਸਭ ਕੁਝ ਕੀ ਹੈ ਉਹ ਦਾਅ ਦੇ ਉੱਪਰ ਲਗਾ ਦਿੰਦਾਗਾ। ਹੁਣ ਦੇਖੋ ਇਨਸਾਨ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਮਾਈ ਕਰਦਾਗਾ, ਕਰਦਾ ਜਾਂ ਨਹੀਂ ਕਰਦਾ? ਇਨਸਾਨ 6-6 ਘੰਟੇ ਕੰਮ ਕਰਦਾਗਾ, 8-8 ਘੰਟੇ ਕੰਮ ਕਰਦਾ, 12-12 16-16 ਘੰਟੇ ਕਰਨ ਤੋਂ ਬਾਅਦ 24-24 ਘੰਟੇ ਵੀ ਕੰਮ ਕਰਦਾ ਇਨਸਾਨ। ਕਰਦਾ ਨਾ? ਕਿਹਦੇ ਲਈ ਕਰਦਾਗਾ ਉਹ? ਆਪਣੇ ਪਰਿਵਾਰ ਦੇ ਲਈ, ਆਪਣੀ ਪਤਨੀ ਲਈ, ਆਪਣੇ ਬੱਚਿਆਂ ਦੇ ਲਈ, ਉਹਨਾਂ ਦੇ ਭਵਿੱਖ ਲਈ। ਕੋਈ ਬਾਤ ਨਹੀਂ, ਬਾਹਰ ਲੱਗ ਜਾਓ ਇਹਨਾਂ ਨੂੰ ਇੱਕ ਮਿੰਟ। ਹੁਣ ਜਿਹੜਾ ਇਨਸਾਨ 24-24 ਘੰਟੇ ਕੰਮ ਕਰ ਰਿਹਾਗਾ ਪਰਿਵਾਰ ਲਈ, ਬੱਚਿਆਂ ਦੇ ਲਈ, ਕਿਉਂਕਿ ਉਹਨਾਂ ਦਾ ਭਵਿੱਖ ਬਣੇ। ਲੇਕਿਨ ਅੱਜ ਤੱਕ ਕਿਸੇ ਇਨਸਾਨ ਨੇ ਡਾਕਟਰ ਲਈ ਕਮਾਈ ਕਰੀ ਕਿ ਮੈਂ ਬਿਮਾਰ ਹੋਊਂਗਾ, ਉਸ ਤੋਂ ਬਾਅਦ ਮੈਂ 5000 2000 4000 ਡਾਕਟਰ ਨੂੰ ਦੇ ਕੇ ਆਊਂਗਾ? ਕਿਸੇ ਇਨਸਾਨ ਨੇ ਕਮਾਈ ਕਰੀ? ਕੋਈ ਵੀ ਇਨਸਾਨ ਡਾਕਟਰ ਲਈ ਕਮਾਈ ਨਹੀਂ ਕਰਦਾ। ਇਨਸਾਨ ਰੁਪਿਆ ਪੈਸਾ ਇਕੱਠਾ ਕਰਦਾਗਾ, ਕਾਹਦੇ ਲਈ? ਆਪਣੇ ਪਰਿਵਾਰ ਦੇ ਲਈ। ਲੇਕਿਨ ਮੈਂ ਅੱਜ ਤੱਕ ਕੋਈ ਵੀ ਐਸਾ ਇਨਸਾਨ ਨਹੀਂ ਦੇਖਿਆ ਕਿ ਜਿਹੜਾ ਕਿਸੇ ਡਾਕਟਰ ਦੇ ਲਈ, ਜਿਹੜਾ ਕਿਸੇ ਸਿਆਣੇ ਬਾਬਿਆਂ ਦੇ ਲਈ ਜਾਂ ਕਿਸੇ ਵੈਦਾਂ ਦੇ ਲਈ ਪੈਸਾ ਇਕੱਠਾ ਕਰਦਾ ਹੋਵੇ। ਉਹ ਤਾਂ ਆਪਣੇ ਲਈ ਇਕੱਠਾ ਕਰਦਾਗਾ। ਲੇਕਿਨ ਉਸ ਤੋਂ ਬਾਅਦ ਦੇਖੋ ਸ਼ੈਤਾਨ ਨੇ ਕੀ ਕਿਹਾਗਾ? ਇਨਸਾਨ ਆਪਣੀ ਜਾਨ ਬਚਾਉਣ ਦੇ ਲਈ, ਆਪਣੇ ਪ੍ਰਾਣਾਂ ਦੇ ਲਈ ਆਪਣਾ ਸਭ ਕੁਝ ਦੇ ਦਿੰਦਾਗਾ। ਇੱਕ ਵਾਰ ਫਿਰ ਪੜੋ ਚੀਜ਼ ਨੂੰ। शैतान ने यहोवा ਨੂੰ ਉੱਤਰ ਦੇ ਕੇ ਆਖਿਆ ਕਿ ਖਲ ਦੇ ਬਦਲੇ ਖਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਆਪਣੇ ਪ੍ਰਾਣਾਂ ਦੇ ਲਈ ਸਭ ਕੁਝ ਦੇ ਦੇਵੇਗਾ। ਹੁਣ ਦੇਖੋ ਇਨਸਾਨ ਕੀ ਹੈ, ਚਾਹੇ ਡਾਕਟਰ 500 ਮੰਗ ਲਵੇ, ਚਾਹੇ 5000 ਮੰਗ ਲਵੇ, ਜਿੰਨੇ ਵੀ ਪੈਸੇ ਮੰਗ ਲਵੇ, ਤੇ ਇਨਸਾਨ ਡਾਕਟਰ ਨੂੰ ਕੀ ਹੈ? ਮੇਰੀ ਜਾਨ ਬਚਣੀ ਚਾਹੀਦੀ ਹੈ, ਬਸ ਮੇਰੀ ਜਾਨ ਬਚ ਜੇ, ਪੈਸੇ ਲੈ ਲਓ, ਕੋਈ ਬਾਤ ਨਹੀਂ। ਕਈ ਲੋਕ ਤਾਂ ਸਾਹਮਣੇ ਤੋਂ ਕਹਿੰਦੇ ਨੇ ਡਾਕਟਰ ਸਾਹਿਬ ਸਾਡਾ ਮਰੀਜ਼ ਹੈ, ਸਾਡਾ ਪੇਸ਼ੈਂਟ ਹੈ, ਇਹਦੀ ਜਾਨ ਜਾਣੀ ਨਹੀਂ ਚਾਹੀਦੀ, ਪੈਸੇ ਦੀ ਪਰਵਾਹ ਨਾ ਕਰਿਓ, ਅਸੀਂ ਪਹਿਲਾ ਪੈਸਾ ਜੋ ਇਹ ਪਾਣੀ ਦੀ ਤਰ੍ਹਾਂ ਵਹਾ ਦਿਆਂਗੇ। ਹੁੰਦਾਗਾ। ਫਿਰ ਇਨਸਾਨ ਰਿਸ਼ਤੇਦਾਰ ਨੂੰ ਫੜਦਾਗਾ, ਆਪਣੇ ਆਂਢ ਗੁਆਂਢ ਨੂੰ ਫੜਦਾਗਾ, ਆਪਣੇ ਭੈਣ ਭਾਈਆਂ ਨੂੰ ਫੜਦਾਗਾ, ਮੇਰੀ ਮਦਦ ਕਰੋ। ਚਲੋ ਕੁਝ ਲੋਕ ਮਦਦ ਕਰਦੇ ਵੀ ਨੇ, ਮਤਲਬ ਕਿਉਂ? ਕਿਉਂਕਿ ਮੇਰੀ ਜਾਨ ਬਚ ਜਾਏ, ਮੇਰੇ ਪਰਿਵਾਰ ਦੇ ਮੈਂਬਰ ਦੀ ਵੀ ਜਾਨ ਬਚ ਜਾਏ, ਚਾਹੇ ਉਹਦੇ ਲਈ ਉਸਨੂੰ ਸਭ ਕੁਝ ਆਪਣਾ ਖਰਚ ਕਰਨਾ ਪੈ ਜਾਏ। ਹੁਣ ਦੇਖੋ ਇਨਸਾਨ ਕਿੰਨੀ ਕਮਾਈ ਕਰਦਾਗਾ, ਪਰ ਕਿਹੜੇ ਤਰੀਕੇ ਨਾਲ ਕਰਦਾਗਾ। ਲੇਕਿਨ ਜਦੋਂ ਜਾਨ, ਇਹਦਾ ਮਤਲਬ ਜਦੋਂ ਜਾਨ ਦੀ ਬਾਜੀ ਲੱਗਦੀ ਹੈ ਉਹਦੀ, ਤਾਂ ਫਿਰ ਉਹ ਸਭ ਕੁਝ ਲੁਟਾ ਦਿੰਦਾ ਉਹਦੇ ਲਈ। ਇਹਦਾ ਮਤਲਬ ਸਿੱਧਾ ਹੀ ਪਤਾ ਚੱਲਦਾ ਕਿ ਕੋਈ ਵੀ ਇਨਸਾਨ ਮਰਨਾ ਨਹੀਂ ਚਾਹੁੰਦਾ। ਇਹ ਤਾਂ ਇਨਸਾਨ ਦਾ ਸ਼ੌਂਕ ਨਹੀਂ ਮਰਨਾ, ਇਹ ਤਾਂ ਇੱਕ ਇਨਸਾਨ ਦੀ ਮਜਬੂਰੀ ਬਣ ਚੁੱਕੀ ਹੈ ਮਰਨਾ। ਹਾਲੇਲੂਇਆ, ਹਾਲੇਲੂਇਆ। ਮੈਂ ਮਸੀਹ ਲੋਕਾਂ ਦੀ ਗੱਲ ਕਰਾਂ, ਪਰਮੇਸ਼ਰ ਦੇ ਕੰਮ ਲਈ ਖਰਚਣਾ ਇਨਸਾਨ ਨੂੰ ਬਹੁਤ ਔਖਾ ਗਾ। ਪਰਮੇਸ਼ਰ ਦਾ ਕੋਈ ਵੀ ਕੰਮ ਹੋਵੇ ਇਨਸਾਨ 100 ਵਾਰ ਸੋਚਦਾਗਾ, ਅਗਰ ਮੈਂ ਖਰਚੂਗਾ ਮੈਨੂੰ ਕਿੰਨਾ ਫਾਇਦਾ ਹੋਊਗਾ। ਤੇ ਡਾਕਟਰ ਦੇ ਕੋਲ ਚਲੇ ਜਾਓ ਜਿੱਥੇ ਕੋਈ ਗਰੰਟੀ ਵੀ ਨਹੀਂ ਹੈ, ਮੈਂ ਸਪਸ਼ਟ ਕਹਿਣਾ ਪਿਆ, ਸਪਸ਼ਟ ਗੱਲ ਹੈ, ਜਿੱਥੇ ਕੋਈ ਗਰੰਟੀ ਵੀ ਨਹੀਂ ਹੈ, ਡਾਕਟਰ ਜਿੰਨੇ ਮਰਜ਼ੀ ਪੈਸੇ ਮੰਗ ਲਵੇ, ਇਨਸਾਨ ਬਿਨਾਂ ਸੋਚੇ ਸਮਝੇ ਦੇ ਦਿੰਦਾ, ਚੱਕ ਭਾਈ। ਅਗਰ ਪਰਮੇਸ਼ਰ ਦਾ ਕੰਮ ਕਰਨਾ ਪੈ ਜੇ, ਜਦ ਕਿ ਪਰਮੇਸ਼ਰ ਨੂੰ ਕਿਸੇ ਇਨਸਾਨ ਦੇ ਪੈਸੇ ਦੀ ਜ਼ਰੂਰਤ ਨਹੀਂ ਹੈ, ਪਰਮੇਸ਼ਰ ਸਾਨੂੰ ਖੁਦ ਦਿੰਦੇ ਨੇ। ਲੇਕਿਨ ਇਨਸਾਨ ਪਰਮੇਸ਼ਰ ਦੇ ਕੋਲ ਉਸ ਤਰ੍ਹਾਂ ਆਉਣਾ ਨਹੀਂ ਚਾਹੁੰਦਾ। ਡਾਕਟਰ ਤੁਹਾਡੇ ਲਈ ਕਦੇ ਪ੍ਰਾਰਥਨਾ ਨਹੀਂ ਕਰਦਾ, ਡਾਕਟਰ ਤੁਹਾਡੇ ਲਈ ਕਦੇ ਮਤਲਬ ਕੁਝ ਚੰਗਾ ਨਹੀਂ ਸੋਚਦਾ। ਅਗਰ ਡਾਕਟਰ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤਾਂ ਕੀ ਕਰੇਗਾ? ਅਗਰ ਡਾਕਟਰ ਦੀ ਪ੍ਰਾਰਥਨਾ ਹੋਵੇ ਤਾਂ ਕੀ ਪ੍ਰਾਰਥਨਾ ਹੋਊਗੀ, ਦੱਸ ਸਕਦਾ ਕੋਈ? ਹੇ ਰੱਬਾ ਇਹ ਬਿਮਾਰ ਹੀ ਹੋਣ, ਇਹ ਬਿਮਾਰ ਹੀ ਰਹਿਣ, ਇਹ ਬਿਮਾਰ ਰਹਿਣਗੇ, ਇਹ ਬਿਮਾਰ ਹੋਣਗੇ, ਤਾਂ ਹੀ ਤਾਂ ਮੇਰਾ ਗੁਜ਼ਾਰਾ ਚੱਲੇਗਾ, ਤਾਂ ਹੀ ਤਾਂ ਮੇਰੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਨਗੇ। ਉਹਦੀ ਪ੍ਰਾਰਥਨਾ ਤੇ ਹੈ। ਤੇ ਪਰਮੇਸ਼ਰ ਦੇ ਦਾਸ ਲੋਕ ਇਹ ਜੀ ਪ੍ਰਾਰਥਨਾ ਕਰਦੇ ਨੇ, ਪਰਮੇਸ਼ਰ ਘਰ ਵਿੱਚ ਸ਼ਾਂਤੀ ਬਣੀ ਰਹੇ, ਤੁਹਾਡੇ ਲੋਕ ਆਤਮਾ ਵਿੱਚ ਵੱਧਦੇ ਜਾਣ, ਤੁਹਾਡੇ ਲੋਕ ਗਿਆਨ ਵਿੱਚ ਵੱਧਦੇ ਜਾਣ। ਲੇਕਿਨ ਇਨਸਾਨ ਪਰਮੇਸ਼ਰ ਦੇ ਕੰਮ ਦੇ ਲਈ ਕੁਝ ਵੀ ਨਹੀਂ, ਆਪਣੀ ਜਾਨ ਬਚਾਉਣ ਦੇ ਲਈ ਸਭ ਕੁਝ ਖਰਚ ਕਰਨ ਦੇ ਲਈ ਤਿਆਰ ਹੈ।
ਹਾਲੇਲੂਇਆ ਹਾਲੇਲੂਇਆ। ਇੱਕ ਵਾਰ ਕੀ ਹੋਇਆ, ਇੱਕ ਰਾਜਾ ਸੀਗਾ, ਰਾਜਾ ਵੀ ਕਿਹੜਾ ਸੀਗਾ, ਆਸ਼ਾ ਰਾਜਾ। ਉਹ ਬਹੁਤ ਹੀ ਮਤਲਬ ਸਹੀ ਚੱਲਿਆ ਪਰਮੇਸ਼ਵਰ ਦੇ ਵਿੱਚ, ਬਹੁਤ ਸੋਹਣਾ ਚੱਲਿਆ। ਉਸ ਤੋਂ ਬਾਅਦ ਕੀ ਹੋਇਆ, ਇੱਕ ਵਾਰ ਇੱਕ ਰਾਜਾ ਸੀਗਾ, ਮੈਂ ਤੁਹਾਨੂੰ ਬਚਨ ਪੜੋ, ਦੂਜਾ ਇਤਿਹਾਸ ਉਹਦਾ 16 ਦੇ दूसरा इतिहास ਉਹਦਾ 16 ਦੇ ਆਏ। ਉਹਦਾ ਸ਼ੁਰੂਆਤ ਪੜੋ। आसा के राज ने 36वें भरे इस्राएल के बादशाह आसा ने यहूदा से चढ़ाई की थी अते रामाम ਨੂੰ ਬਣਾਇਆ ਤਾਂ ਜੋ ਯਹੂਦਾ ਦੇ ਬਾਦਸ਼ਾਹ ਆਸਾ ਕੋਲ ਨਾ ਕੋਈ ਜਾਵੇ ਅਤੇ ਨਾ ਕੋਈ ਆਵੇ। ਤਾਂ ਆਸਾ ਨੇ ਯਹੋਵਾ ਦੇ ਭਵਨ ਅਤੇ ਸ਼ਾਹੀ ਮਹਿਲ ਦੇ ਖਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ। ਹਾਂ, ਤਾਂ ਕੀ ਹੋਇਆ ਕਿ ਇੱਕ ਰਾਜਾ ਸੀਗਾ ਆਸਾ, ਉਹ ਰਾਜ ਕਰ ਰਿਹਾ ਸੀਗਾ। ਉਹਦੇ ਰਾਜ ਦੇ ਉੱਪਰ ਕਿਸੇ ਦੂਜੇ ਰਾਜੇ ਨੇ ਚੜਾਈ ਕਰਤੀ। ਜਦੋਂ ਚੜਾਈ ਕਰਤੀ, ਹੁਣ ਉਹਦੇ ਆਲੇ ਦੁਆਲੇ ਕੋਨੇ ਆਪਣੀ ਜਗ੍ਹਾ ਬਣਾ ਲਈ। ਜਿੱਥੋਂ ਜਗ੍ਹਾ ਬਣਾ ਲਈ ਸੀਗੀ, ਹੁਣ ਮੰਨ ਲਓ ਉਹ ਰਸਤਾ ਸੀਗਾ, ਨਾ ਤਾਂ ਉਸ ਰਾਜੇ ਕੋਲ ਕੋਈ ਜਾ ਸਕਦਾ ਸੀਗਾ ਤੇ ਨਾ ਉੱਥੋਂ ਕੋਈ ਬਾਹਰ ਆ ਸਕਦਾ ਸੀਗਾ। ਐਸੀ ਜਗ੍ਹਾ ਉਸਨੇ ਬਣਾ ਲਈ ਜਿਸ ਨੇ ਉਹਦੇ ਉੱਪਰ ਹਮਲਾ ਕਰਨਾ ਸੀਗਾ। ਹੁਣ ਜੋ ਆਸਾ ਰਾਜਾ ਸੀਗਾ, ਇਹ ਪਰਮੇਸ਼ਵਰ ਦੇ ਵਿੱਚ ਬਹੁਤ ਵਫਾਦਾਰ ਸੀਗਾ। ਪਹਿਲਾਂ ਵੀ ਇੱਦਾਂ ਹੋਇਆ ਸੀਗਾ ਕਿ ਲੜਾਈ ਹੋਈ ਸੀਗੀ, ਉਹਦੇ ਵਿੱਚ ਵੀ ਜਦੋਂ ਲੜਾਈ ਹੋਈ ਤਾਂ ਇਸਨੇ ਪਰਮੇਸ਼ਵਰ ਦੀ ਸਲਾਹ ਪੁੱਛੀ, ਪਰਮੇਸ਼ਵਰ ਮੈਂ ਕੀ ਕਰਾਂ? ਤਾਂ ਪਰਮੇਸ਼ਵਰ ਨੇ ਇਸ ਨੂੰ ਦੱਸਿਆ, ਅੱਜ ਇਸਨੇ ਉਸੇ ਤਰ੍ਹਾਂ ਕੀਤਾ ਔਰ ਪਰਮੇਸ਼ਵਰ ਨੇ ਇਸ ਨੂੰ ਉੱਥੇ ਫਤਿਹ ਵੀ ਦਿੱਤੀ। ਲੇਕਿਨ ਹੁਣ ਹੋਇਆ ਕੀ, ਜਦੋਂ ਆਪਣੀ ਜਾਨ ਦੀ ਪੈ ਗਈ ਇਹਨੂੰ, ਤਾਂ ਇਸਨੇ ਜਦੋਂ ਜਾਨ ਦੀ ਪੈ ਗਈ ਤਾਂ ਇਸਨੇ ਕੀ ਕਰਿਆ, ਆਪਾਂ ਬਾਈਬਲ ਦੇ ਵਿੱਚ ਦੇਖਾਂਗੇ। 4 ਤੋਂ ਪੜੋ, 16 ਦੀ 4। ਤਾਂ ਬਨ-ਹਦਦ ਨੇ ਆਸ਼ਾ ਤਿੰਨ ਤੋਂ ਪੜੋ। ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ, ਦੇਖ ਮੈਂ ਤੇਰੇ ਕੋਲ ਚਾਂਦੀ ਤੇ ਸੋਨਾ ਘੱਲਦਾ ਹਾਂ, ਭਈ ਤੂੰ ਜਾ ਕੇ ਇਸਰਾਇਲ ਦੇ ਬਾਦਸ਼ਾਹ ਆਸਾ ਨਾਲੋਂ ਆਪਣਾ ਨੇਮ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲ ਮੁੜ ਜਾਵੇ। ਦੇਖੋ, ਆਸਾ ਰਾਜਾ ਨੇ ਇੱਕ ਹੋਰ ਰਾਜਾ ਸੀਗਾ, ਆਰਾਮ ਦਾ ਰਾਜਾ ਬਨ-ਹਦਦ। ਜਿਹੜਾ ਬਨ-ਹਦਦ ਰਾਜਾ ਸੀਗਾ, ਉਹਦੇ ਕੋਲ ਆਸਾ ਰਾਜਾ ਨੇ ਕੀ ਕਰਿਆ, ਪਰਮੇਸ਼ਵਰ ਦੇ ਭਵਨ ਦੇ ਜੋ ਭਾਂਡੇ ਸੀਗੇ, ਜੋ ਸੋਨਾ ਚਾਂਦੀ ਸੀਗਾ, ਉਹ ਲਿਆ ਕੱਢਿਆ ਉੱਥੋਂ ਔਰ ਉਸ ਰਾਜੇ ਕੋਲ ਭੇਜਤਾ। ਉਸਨੇ ਜੋ ਰਾਜੇ ਕੋਲ ਭੇਜਤਾ, ਕੀ ਕਰਤਾ ਕਿ ਮੇਰੀ ਸਹਾਇਤਾ ਕਰ। ਜਿਹੜਾ ਨੇਮ ਤੇਰੇ ਪਾਪਾ ਦੇ ਵਿੱਚ ਤੇ ਮੇਰੇ ਪਾਪਾ ਦੇ ਵਿੱਚ ਨੇਮ ਸੀਗਾ, ਹੁਣ ਉਹੀ ਨੇਮ ਆਪਾਂ ਆਪਣੇ ਵਿੱਚ ਕਾਇਮ ਕਰਦੇ ਆ। ਤੂੰ ਕੀ ਕਰ, ਮੇਰੀ ਸਹਾਇਤਾ ਕਰ। ਹੁਣ ਦੇਖੋ, ਜਦੋਂ ਇਹ ਕੰਮ ਕੀਤਾ, ਅੱਗੇ ਜਾ ਕੇ ਪੜ੍ਹ ਕੇ ਦੇਖੋ ਬਾਈਬਲ ਦੇ ਵਿੱਚ, ਤਾਂ ਪਰਮੇਸ਼ਵਰ ਦਾ ਕਰੋਧ ਭੜਕੇ ਦੇ ਉੱਪਰ। ਹੁਣ ਦੇਖੋ ਇਹਨੇ ਕੀ ਕੀਤਾ, ਇਹਦੀ ਜਾਨ ਦੇ ਉੱਪਰ ਆ ਗਈ ਸੀਗੀ, ਇਹਦੀ ਜਾਨ ਖਤਰੇ ਵਿੱਚ ਆ ਚੁੱਕੀ ਸੀਗੀ। ਹੁਣ ਆਪਣੀ ਜਾਨ ਬਚਾਉਣ ਦੇ ਲਈ ਪਰਮੇਸ਼ਵਰ ਦੇ ਭਾਂਡੇ ਕੱਢੇ, ਪਰਮੇਸ਼ਵਰ ਦੇ ਭਵਨ ਦੇ ਭਾਂਡੇ ਕੱਢ ਕੇ ਇੱਕ ਵਾਰ ਫੇਰ ਪੜੋ। ਉਹ ਨੇਮ ਜੋ ਮੇਰੇ ਤੇਰੇ ਵਿੱਚ ਹੈ ਅਤੇ ਮੇਰੇ ਪਿਤਾ ਅਤੇ ਤੇਰੇ ਪਿਤਾ ਦੇ ਵਿੱਚ ਸੀ, ਵੇਖ ਮੈਂ ਤੇਰੇ ਕੋਲ ਚਾਂਦੀ ਤੇ ਸੋਨਾ ਘੱਲਦਾ ਹਾਂ, ਭਾਈ ਤੂੰ ਜਾ ਕੇ ਇਸਰਾਇਲ ਦੇ ਬਾਦਸ਼ਾਹ ਬਾਦਸ਼ਾਹ ਨਾਲੋਂ ਆਪਣਾ ਨੇਮ ਤੋੜ ਲਵੇਂ ਤਾਂ ਜੋ ਉਹ ਮੇਰੇ ਕੋਲ ਮੁੜ ਜਾਵੇ। ਹਾਂ, ਦੇਖੋ ਇਸਨੇ ਫਿਰ ਪਰਮੇਸ਼ਵਰ ਦਾ ਭਰੋਸਾ ਨਹੀਂ ਕਰਿਆ, ਇਸਨੇ ਕਿਸੇ ਇਨਸਾਨ ਦੇ ਉੱਪਰ ਭਰੋਸਾ ਕੀਤਾ। ਕਦੋਂ? ਆਪਣੀ ਜਾਨ ਬਚਾਉਣ ਦੇ ਲਈ, ਮੈਂ ਬਚ ਜਾਵਾਂ। ਇਸਨੇ ਪਰਮੇਸ਼ਵਰ ਦਾ ਭਰੋਸਾ ਨਹੀਂ ਕੀਤਾ ਤਾਂ ਪਰਮੇਸ਼ਵਰ ਦਾ ਕਰੋਧ ਇਸ ਦੇ ਉੱਪਰ ਭੜਕਿਆ। ਹੁਣ ਅੱਜ ਵੀ ਇਨਸਾਨ ਕੀ ਹੈ, ਇਨਸਾਨ ਵਿਪਤਾ ਵਿੱਚ ਪੈਂਦਾ ਹੈਗਾ, ਇਨਸਾਨ ਪਰੇਸ਼ਾਨੀ ਵਿੱਚ ਰਹਿੰਦਾ ਹੈਗਾ। ਉਸਦੇ ਹਾਲਾਤ ਵਿਗੜ ਜਾਂਦੇ ਨੇ, ਉਹਦੀ ਸਮੱਸਿਆ ਵੱਧ ਜਾਂਦੀ ਹੈ, ਉਹਦੀ ਪਰੇਸ਼ਾਨੀ ਵੱਧ ਜਾਂਦੀ ਹੈ। ਤੇ ਲੇਕਿਨ ਕੀ ਹੈ, ਇਨਸਾਨ ਹੈ ਜੋ ਉਹ ਪਰਮੇਸ਼ਵਰ ਦੇ ਕੋਲ ਨਹੀਂ ਜਾਂਦਾ, ਪਰਮੇਸ਼ਵਰ ਦੇ ਦਾਸ ਦੇ ਕੋਲ ਨਹੀਂ ਜਾਂਦਾ। ਤਾਂ ਉਹ ਕੀ ਕਰਦਾ, ਕਿਸੇ ਇਨਸਾਨ ਦਾ ਭਰੋਸਾ ਤੱਕਦਾ ਹੈਗਾ। ਜਦੋਂ ਕਿਸੇ ਇਨਸਾਨ ਦਾ ਭਰੋਸਾ ਤੱਕਦਾ ਹੈਗਾ ਤਾਂ ਪਰਮੇਸ਼ਵਰ ਦਾ ਕਰੋਧ ਕੀ ਉਹਦੇ ਉੱਪਰ ਭੜਕਦਾ ਹੈਗਾ। ਹੁਣ ਇਨਸਾਨ ਨੇ ਪਰਮੇਸ਼ਵਰ ਨੂੰ ਛੱਡਿਆਗਾ, ਕਿਸੇ ਇਨਸਾਨ ਦੇ ਉੱਪਰ ਭਰੋਸਾ ਕੀਤਾ। ਉਹਦਾ ਕਾਰਨ ਕੀ ਕਿ ਆਪਣੀ ਜਾਨ ਬਚਾਉਣਾ ਚਾਹੁੰਦਾ ਹੈਗਾ, ਉਹਨੂੰ ਆਪਣੀ ਜਾਨ ਪਿਆਰੀ ਹੈ। ਔਰ ਆਪਣੀ ਜਾਨ ਬਚਾਉਣ ਦੇ ਲਈ ਆਸਾ ਨੇ ਸੋਨਾ ਦੇਤਾ, ਚਾਂਦੀ ਦੇਤੀ, ਮਤਲਬ ਉਹ ਸਾਰਾ ਹੀ ਕੰਮ ਕੀਤਾ ਜੋ ਕੰਮ ਉਸਨੂੰ ਨਹੀਂ ਕਰਨਾ ਚਾਹੀਦਾ ਸੀਗਾ। ਮਤਲਬ ਕਿ ਹਰ ਇਨਸਾਨ ਨੂੰ ਕੀ ਹੈ, ਆਪਣੀ ਜਾਨ ਬਹੁਤ ਹੀ ਪਿਆਰੀ ਹੈ। ਔਰ ਕੋਈ ਵੀ ਇਨਸਾਨ ਉਹ ਮਰਨਾ ਨਹੀਂ ਚਾਹੁੰਦਾ। ਕੋਈ ਵੀ ਇਨਸਾਨ ਹੈ ਜੋ ਉਹ ਮਤਲਬ ਮਰਨ ਦੇ ਲਈ ਤਿਆਰ ਹੀ ਨਹੀਂ ਹੈ। ਅੱਜ ਇਸ ਧਰਤੀ ਉੱਪਰ ਜਿੰਨੇ ਵੀ ਲੋਕ ਆਏ ਨੇ, ਉਹ ਕੀ ਨੇ, ਉਹ ਸਾਰੇ ਜੀਵਨ ਜੀਣਾ ਚਾਹੁੰਦੇ ਨੇ। ਜਾਣਦੇ ਸਾਰੇ ਲੋਕ ਨੇ ਕਿ ਅਸੀਂ ਮਰਨਾ ਹੈਗਾ, ਲੇਕਿਨ ਮਰਨ ਦੇ ਲਈ ਕੋਈ ਵੀ ਤਿਆਰ ਨਹੀਂ। ਅਗਰ ਕੋਈ ਬਿਮਾਰ ਹੋਵੇ ਤਾਂ ਉਸਨੂੰ ਪੁੱਛੋ, ਭਾਈ ਤੂੰ ਕੀ ਚਾਹਵਾਂਗਾ? ਉਹ ਇਹੀ ਕਹਿੰਦਾਗਾ ਕਿ ਮੈਂ ਬਚਣਾ ਚਾਹਾਂਗਾ। ਮੈਂ ਕੀ ਹੈ, ਮੈਂ ਤਾਂ ਬਚਣਾ ਚਾਹਾਂਗਾ, ਲੇਕਿਨ ਸਹੀ ਦੇ ਵਿੱਚ ਮਰਨ ਦੇ ਲਈ ਕੋਈ ਵੀ ਤਿਆਰ ਨਹੀਂ। ਇੱਕ ਵੀ ਜਨਾ, ਇੱਕ ਵੀ ਕੋਈ ਰਿਸ਼ੀ ਮੁਨੀ, ਇੱਕ ਵੀ ਕੋਈ ਪੀਰ ਪੈਗੰਬਰ, ਕੋਈ ਫਕੀਰ, ਕੋਈ ਦੇਵੀ ਦੇਵਤਾ ਨਹੀਂ ਹੈ ਕਿ ਜੋ ਸਾਹਮਣੇ ਤੋਂ ਮਰਨ ਦੇ ਲਈ ਤਿਆਰ ਹੋਵੇ। ਕੋਈ ਵੀ ਨਹੀਂ ਹੈ। ਹਾਂ, ਮਾਰਨ ਵਾਸਤੇ ਸਾਰੇ ਤਿਆਰ ਸੀਗੇ,
ਸਾਰਿਆਂ ਦੇ ਕੋਲ ਤੀਰ ਵੀ ਕਮਾਨ ਸੀਗੇ, ਤਲਵਾਰਾਂ ਸੀਗੀਆਂ, ਨੇਜੇ ਸੀਗੇ, ਹੋਰ ਬਹੁਤ ਸਾਰੇ ਕੁਝ ਸੀਗੇ। ਕਿਉਂ? ਕਿਉਂਕਿ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਸੀਗੇ, ਇਸ ਲਈ ਤਾਂ ਉਹਨਾਂ ਦੇ ਕੋਲ ਇਹ ਚੀਜ਼ਾਂ ਸੀਗੀਆਂ। ਲੇਕਿਨ ਇੱਕ ਪ੍ਰਭੂ ਯਿਸੂ ਮਸੀਹ, ਆਪਾਂ ਪ੍ਰਭੂ ਯਿਸੂ ਮਸੀਹ ਦੀ ਗੱਲ ਕਰੀਏ ਤਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਕੀ ਲਿਖਿਆਗਾ? ਮਰਕੋਸ ਉਹਦਾ 10 ਅਧਿਆਇ ਉਹਦਾ 45 ਵਚਨ ਪੜੋ। 10 ਉਹਦਾ 45। ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਟਹਿਲ ਕਰਾਉਣ ਨਹੀਂ, ਸਗੋਂ ਟਹਿਲ ਕਰਨ ਲਈ ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਹਾਂ, ਇਹ ਕਹਿਣਾ ਕੋਈ ਬਾਹਰੋਂ ਪਰੋਚੀ ਆਵਾਜ਼ ਦੇ ਵਿੱਚ। ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਟਹਿਲ ਕਰਾਉਣ ਲਈ ਨਹੀਂ, ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਆਏ ਕਾਹਦੇ ਲਈ ਆਏ? ਪ੍ਰਭੂ ਯਿਸੂ ਮਸੀਹ ਕਾਹਦੇ ਲਈ ਆਏ? ਕਾਹਦੇ ਲਈ ਆਏ? ਸਾਰੇ ਬੋਲੋ ਨਾ, ਕਾਹਦੇ ਲਈ ਆਏ ਸੀਗੇ? ਜਾਨ ਦੇਣ ਦੇ ਲਈ ਆਏ ਸੀਗੇ। ਤੇ ਦੂਜੇ ਲੋਕ ਆਏ, ਅਸੀਂ ਲੋਕ ਆਏ, ਅਸੀਂ ਕਾਹਦੇ ਲਈ ਆਏ ਆ? ਅਸੀਂ ਤਾਂ ਜੀਣ ਦੇ ਲਈ ਆਏ ਆ। ਚਾਹੇ ਇਨਸਾਨ ਨੂੰ ਜੀਵਨ ਜੀਣ ਦੇ ਲਈ ਕੁਝ ਵੀ ਕਰਨਾ ਪਵੇ, ਆਪਣਾ ਰੁਪਿਆ ਪੈਸਾ ਉਹ ਖਰਚ ਕਰਨਾ ਪੈ ਜੇ, ਕਿਸੇ ਨੂੰ ਮਾਰਨਾ ਪੈ ਜੇ, ਮੰਨ ਕੇ ਚਲੋ ਘਰ ਦੇ ਵਿੱਚ ਕੋਈ ਸੱਪ ਆ ਗਿਆ, ਜ਼ਹਿਰੀਲਾ ਸੱਪ ਆ ਗਿਆ, ਤਾਂ ਕੀ ਕਰਦਾ ਇਨਸਾਨ? ਸੱਪ ਨੂੰ ਮਾਰ ਦੇਗਾ। ਕਿਉਂ? ਜੇ ਸੱਪ ਨੂੰ ਤੁਸੀਂ ਨਹੀਂ ਮਾਰੋਗੇ ਤਾਂ ਸੱਪ ਤੁਹਾਨੂੰ ਮਾਰ ਦੇਗਾ। ਹੁੰਦਾ ਜਾਂ ਨਹੀਂ ਹੁੰਦਾ? ਹਰ ਇਨਸਾਨ ਨੂੰ ਕੀ ਹੈ? ਆਪਣੀ ਜਾਨ ਪਿਆਰੀ ਹੈ। ਹਰ ਇਨਸਾਨ ਕੀ ਹੈ? ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈਗਾ। ਹਰ ਇਨਸਾਨ ਨੂੰ ਚਾਹੇ ਆਪਣੀ ਜਾਨ ਬਚਾਉਣ ਦੇ ਲਈ ਚਾਹੇ ਕੁਝ ਵੀ ਕਰਨਾ ਪੈ ਜੇ ਤਾਂ ਉਹ ਕੀ ਕਰਦਾ ਹੈਗਾ? ਉਹ ਕਰਦਾ ਹੈਗਾ। ਰੁਪਇਆ ਖਰਚ ਹੋ ਜੇ, ਪੈਸਾ ਖਰਚ ਹੋ ਜੇ, ਸਾਰੀ ਉਮਰ ਕਮਾਈ ਕਰੀ ਇਨਸਾਨ ਨੇ। ਕਈ ਵਾਰ ਕੀ ਹੁੰਦਾ ਹੈਗਾ, ਇਨਸਾਨ 20 ਸਾਲ ਤੋਂ ਲੱਗ ਜਾਂਦਾ ਕਮਾਈ ਕਰਨ ਦੇ ਲਈ, 40 ਸਾਲ ਤੱਕ, 50 ਸਾਲ ਤੱਕ ਵਧੀਆ ਕਮਾਈ ਕਰਦਾ ਹੈਗਾ, ਵਧੀਆ ਰੁਪਇਆ ਪੈਸਾ ਇਕੱਠਾ ਕਰ ਲੈਂਦਾ ਹੈਗਾ। ਬਾਅਦ ਵਿੱਚ ਕੋਈ ਬਿਮਾਰੀ ਆ ਜੇ, ਫਿਰ ਉਹ ਸਾਰਾ ਪੈਸਾ ਉਹਦਾ ਬਿਮਾਰੀ ਵਿੱਚ ਚਲਾ ਜਾਂਦਾ ਹੈਗਾ। ਉਸ ਤੋਂ ਬਾਅਦ ਅਖੀਰ ਦੇ ਵਿੱਚ ਨਾ ਤਾਂ ਪੈਸਾ ਬਚਿਆ ਤੇ ਨਾ ਹੀ ਉਹਦਾ ਸਰੀਰ ਬਚਿਆ, ਉਹਦਾ ਜੀਵਨ ਖਤਮ, ਇਨਸਾਨ ਦਾ ਜੀਵਨ ਖਤਮ। ਲੇਕਿਨ ਪ੍ਰਭੂ ਯਿਸੂ ਮਸੀਹ ਉਹ ਤਾਂ ਜਾਣਦੇ ਸੀ ਮੈਂ ਕਿਉਂ ਜਾਣਾ ਧਰਤੀ ਉੱਪਰ। ਪ੍ਰਭੂ ਯਿਸੂ ਮਸੀਹ ਆਪਣੀ ਜਾਨ ਦੇਣ ਦੇ ਲਈ ਆਏ। ਔਰ ਜਾਨ ਜਿਹੜੀ ਦੇਣੀ ਸੀ ਪ੍ਰਭੂ ਯਿਸੂ ਮਸੀਹ ਨੇ, ਇਦਾਂ ਹੀ ਨਹੀਂ ਕਿ ਸੌਖੇ ਹਾਲ ਦੇ ਵਿੱਚ ਜਾਨ ਦਿੰਦੇ ਸੀਗੇ। ਪ੍ਰਭੂ ਯਿਸੂ ਮਸੀਹ ਦੇ ਲਈ ਲਿਖਿਆ ਹੈਗਾ ਕਿ ਯਿਸੂ ਮਸੀਹ ਨੂੰ ਬੇਇੱਜ਼ਤੀ ਕਰਨਾ ਸੀਗਾ, ਯਿਸੂ ਮਸੀਹ ਦੇ ਉੱਪਰ ਥੁੱਕਿਆ ਜਾਣਾ ਸੀਗਾ, ਪ੍ਰਭੂ ਯਿਸੂ ਮਸੀਹ ਦੇ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਉਹਨੂੰ ਚਪੇੜਾਂ ਮਾਰਨੀਆਂ ਸੀਗੀਆਂ, ਪ੍ਰਭੂ ਯਿਸੂ ਮਸੀਹ ਨੂੰ ਜਲੀਲ ਕਰਨਾ ਸੀਗਾ। ਉਸ ਤੋਂ ਬਾਅਦ ਸਰੀਰ ਦੇ ਉੱਪਰ ਕੋੜਿਆਂ ਦੀ ਮਾਰ ਮਾਰਨੀ ਸੀਗੀ। ਉਸ ਤੋਂ ਬਾਅਦ ਹੱਥਾਂ ਪੈਰਾਂ ਦੇ ਵਿੱਚ ਕਿੱਲ ਠੋਕਣੇ ਸੀਗੇ, ਸਿਰ ਦੇ ਉੱਪਰ ਕੰਡਿਆਂ ਦਾ ਤਾਜ। ਇਹਦਾ ਆਪਾਂ ਬੋਲ ਦਿੰਦੇ ਆ। ਲੇਕਿਨ ਜਦੋਂ ਯਿਸੂ ਮਸੀਹ ਦੇ ਉੱਪਰ ਹੁੰਦਾ ਸੀਗਾ ਸਭ ਕੁਝ, ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਯਿਸੂ ਮਸੀਹ ਨੂੰ ਮਾਰ ਮਾਰ ਕੇ ਐਸਾ ਕਰਤਾ ਕਿ ਕੋਈ ਪਛਾਣ ਵੀ ਨਹੀਂ ਸਕਦਾ ਉਹਨਾਂ ਨੂੰ ਕਿ ਯਿਸੂ ਮਸੀਹ ਹੈ। ਅਗਰ ਕੋਈ ਪੜ੍ਹਨਾ ਚਾਹੇ ਤਾਂ ਯਸਾਇਆ 53 ਦੇ ਪੜ੍ਹਨਾ, ਉਹਦੇ ਵਿੱਚ ਲਿਖਿਆ ਗਿਆ ਕਿ ਯਿਸੂ ਮਸੀਹ ਕੋਈ ਇਨਸਾਨ ਦੇਖ ਸਕੇ। ਉਹਦੇ ਵਿੱਚ ਐਸੀ ਖੂਬਸੂਰਤੀ ਨਹੀਂ ਸੀਗੀ। ਹੁਣ ਇੰਨਾ ਮਾਰਿਆ ਪ੍ਰਭੂ ਯਿਸੂ ਮਸੀਹ ਨੂੰ, ਇੰਨਾ ਮਾਰਿਆ ਪ੍ਰਭੂ ਯਿਸੂ ਮਸੀਹ ਨੂੰ ਕਿ ਜਿਵੇਂ ਇੱਕ ਕਿਸਾਨ ਖੇਤ ਵਿੱਚ ਹਲ ਚਲਾਉਂਦਾਗਾ, ਥੱਲੜੀ ਮਿੱਟੀ ਉੱਪਰ ਆ ਜਾਂਦੀ ਹੈ, ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਸਰੀਰ ਕਰਤਾ ਉਹਨਾਂ ਨੇ। ਹੁਣ ਦੇਖੋ ਐਸੇ ਇਨਸਾਨ ਨੂੰ ਕਿਹੜਾ ਪਸੰਦ ਕਰੇਗਾ? ਐਸੇ ਇਨਸਾਨ ਨੂੰ ਕਿਹੜਾ ਪਿਆਰ ਕਰੇਗਾ? ਕੋਈ ਵੀ ਤੇ ਨਹੀਂ। ਲੇਕਿਨ ਪ੍ਰਭੂ ਯਿਸੂ ਮਸੀਹ ਤਾਂ ਜਾਣਦੇ ਸੀਗੇ ਕਿ ਮੈਂ ਤਾਂ ਜਾਨ ਦੇਣੀ ਹੈ। ਅੱਜ ਦਾ ਇਨਸਾਨ ਜਾਨ ਦਿੰਦਾ ਹੈਗਾ, ਲੜ ਪਿਆ ਕਰੇ, ਚਲੋ ਜੀ ਪੱਖੇ ਨਾਲ ਬੰਨੋ ਰੱਸੀ, ਲੈ ਕੇ ਫਾਹਾ ਮਰ ਜਾਓ, ਗੱਲ ਖਤਮ। ਕੋਈ ਇਨਸਾਨ ਟ੍ਰੇਨ ਥੱਲੇ ਆ ਜਾਂਦਾ ਹੈਗਾ, ਕੋਈ ਇਨਸਾਨ ਦਵਾਈ ਖਾ ਕੇ ਮਰ ਜਾਂਦਾ ਹੈਗਾ, ਕੋਈ ਡੁੱਬ ਕੇ ਮਰ ਜਾਂਦਾ ਹੈਗਾ। ਇਨਸਾਨ ਦੀ ਜਾਨ ਸੌਖੇ ਤਰੀਕੇ ਨਾਲ ਚਲੀ ਜਾਂਦੀ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਦੀ ਜਾਨ ਸੀਗੀ, ਉਹ ਜਾਨ ਦੇਣ ਤਾਂ ਆਏ ਸੀਗੇ। ਕਿਹਦੇ ਲਈ? ਇਨਸਾਨ ਦੇ ਲਈ। ਜਦੋਂ ਜਾਨ ਦੇਣ ਦੇ ਲਈ ਆਏ ਨੇ, ਲੇਕਿਨ ਸੌਖੇ ਹਾਲ ਨਾਲ ਨਹੀਂ ਸੀਗੀ। ਪ੍ਰਭੂ ਯਿਸੂ ਮਸੀਹ ਤਾਂ ਬਹੁਤ ਜ਼ਿਆਦਾ ਤਰਫਾਇਆ ਜਾਣਾ ਸੀਗਾ। ਪ੍ਰਭੂ ਯਿਸੂ ਮਸੀਹ ਨੂੰ ਕੀ ਸੀਗਾ? ਉਹ ਤਾਂ ਬੇਇੱਜ਼ਤ ਕਰਨਾ ਸੀਗਾ। ਉਹਨੇ ਸਾਰੀ ਗੱਲ ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ। ਹਾਲੇਲੂਇਆ, 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 ਹਾਲੇਲੂਇਆ। ਸਾਰੀ ਗੱਲ ਪ੍ਰਭੂ ਯਿਸੂ ਮਸੀਹ ਚੰਗੀ ਤਰ੍ਹਾਂ ਜਾਣਦੇ ਸੀਗੇ। ਫਿਰ ਉਹਦੇ ਲਈ ਪ੍ਰਭੂ ਯਿਸੂ ਮਸੀਹ ਨੇ ਕੀਤਾ ਕੀ? ਅੱਜ ਅਸੀਂ ਜਾਣਦੇ ਹਾਂ, ਕਿਸੇ ਨੂੰ ਪਤਾ ਚੱਲ ਜਾਏ ਕਿ ਮਰਨਾ ਤਾਂ ਇਨਸਾਨ ਕੀ ਕਰੂਗਾ? ਇੱਕ ਵਾਰ ਇੱਕ ਇਨਸਾਨ ਸੀਗਾ, ਕੋਈ ਰਾਜਾ ਸੀਗਾ, ਉਸਨੇ ਕਿਹਾ ਕਿ ਮੇਰੇ ਕੋਲ ਬੱਕਰੀ ਹੈ, ਬੱਕਰੀ ਨੂੰ 1 ਮਹੀਨੇ ਤੱਕ ਆਪਣੇ ਘਰ ਲੈ ਕੇ ਜਾਵੇ ਕੋਈ ਇਨਸਾਨ, ਤਾਂ ਉਹਨੂੰ ਇੰਨਾ ਖਵਾਵੇ ਕਿ ਉਹਦਾ ਵਜਨ ਨਾ ਵਧੇ। ਉਹ ਭੁੱਖੀ ਨਹੀਂ ਰਹਿਣੀ ਚਾਹੀਦੀ, ਉਹਦਾ ਵਜਨ ਘਟਣਾ ਵੀ ਨਹੀਂ ਚਾਹੀਦਾ, ਤੇ ਉਹਦਾ ਵਜਨ ਜੋ ਉਹ ਵਧਣਾ ਵੀ ਨਹੀਂ ਚਾਹੀਦਾ। ਲੇਕਿਨ ਖਵਾਉਣਾ ਵੀ ਹਰ ਰੋਜ਼ ਉਹਨੂੰ। ਜਿਹੜੇ ਕੋਈ ਲੈ ਕੇ ਚਲਾ ਗਿਆ, ਇਹ ਕੰਮ ਕਰਦਾਗਾ ਤਾਂ ਉਸਨੂੰ ਮੈਂ ਇਨਾਮ ਦੇਵਾਂਗਾ, ਅਗਰ ਉਸ ਤੋਂ ਇਹ ਕੰਮ ਨਾ ਹੋਇਆ ਤਾਂ ਉਸਨੂੰ ਸਜ਼ਾ ਮਿਲੇਗੀ। ਹੁਣ ਕਿਹੜਾ ਇਨਸਾਨ ਜਾਊ ਉਹਦੇ ਕੋਲ? ਹੈ ਕੋਈ ਜਾਣ ਵਾਲਾ?
ਬੱਕਰੀ ਨੂੰ ਖਵਾਉਣਾ ਵੀ ਜ਼ਿਆਦਾ ਹੈਗਾ, ਠੀਕ ਹੈ ਨਾ। ਹੁਣ ਜਿਹੜਾ ਖਾਊਗਾ ਉਹਦਾ ਵਜਨ ਤਾਂ ਵੱਧਦਾ ਹੀ ਹੈ। ਰਾਜੇ ਨੇ ਕਹਦਾ ਵਜਨ ਨਹੀਂ ਵਧਣਾ ਚਾਹੀਦਾ। ਹੁਣ ਕੋਈ ਵੀ ਇਨਸਾਨ ਤਿਆਰ ਨਹੀਂ, ਸਮਝ ਰਹੇ ਨਹੀਂ ਸਮਝਦੇ? ਹਾਂ, ਕੋਈ ਵੀ ਇਨਸਾਨ ਤਿਆਰ ਨਹੀਂ ਸੀਗਾ। ਇੱਕ ਇਨਸਾਨ ਆਇਆ, ਕਹਿੰਦਾ ਰਾਜਾ ਜੀ ਇਹ ਕੰਮ ਮੈਂ ਕਰਾਂਗਾ। ਰਾਜਾ ਕਹਿੰਦਾ ਦੇਖ ਲੈ, ਅਗਰ ਮੇਰੀ ਬੱਕਰੀ ਦਾ ਵਜਨ ਵੱਧ ਗਿਆ तेरी जान चली जाऊगी। वो कहता ठीक है मैं मंजूर है जी। वो चला गया। महीने तक जो राशन पानी सीगा राजा ने दिता सीगा वो सारा राशन पानी उसने बकरी को खवाया। बकरी ने खवाया, जब लैके आया राजे को, बकरी ने जब कंडे उपर रखा तब पूरे के पूरा ही वजन ना घटिया तो ना वधिया। राजा बड़ा हैरान होया। सभा लगी हुई सी, उस इंसान को पूछा कि कीता तैं किवें कीता, खवाया तो सारा कुछ है? कहना हाँ जी खवाया मैं। कहता वजन क्यों नहीं वधिया? कहता राजा जी वजन ਵੱਧਦਾ ਕਿਵੇਂ? ਬੱਕਰੀ ਦੇ ਸਾਹਮਣੇ ਇੱਕ ਪਿੰਜਰਾ ਸੀਗਾ, ਪਿੰਜਰੇ ਵਿੱਚ ਇੱਕ ਸ਼ੇਰ ਸੀਗਾ। ਬੱਕਰੀ ਖਾਂਦੀ ਸੀ, ਸ਼ੇਰ ਨੂੰ ਵੀ ਦੇਖਦੀ ਸੀਗੀ ਵੀ ਮੈਨੂੰ ਕਦੋਂ ਖਾਊਗਾ ਇਹ। ਮਤਲਬ ਖਾਦਾ ਪੀਤਾ ਲੇਕਿਨ ਉਹਨੂੰ ਕੁਝ ਫਾਇਦਾ ਨਹੀਂ ਹੋਇਆ। ਇਨਸਾਨ ਨੂੰ ਜਦੋਂ ਮੌਤ ਦੇਖਦੇ ਨਾ ਸਾਹਮਣੇ ਤਾਂ ਇਨਸਾਨ ਦਾ ਜੋ ਸਰੀਰ ਹੈ, ਉਹਦਾ ਜੋ ਜੀਵਨ ਹੈ ਉਹ ਕੀ ਹੈ, ਉਹ ਪਹਿਲੇ ਘਟਣਾ ਸ਼ੁਰੂ ਹੋ ਜਾਂਦਾ ਹੈਗਾ। ਮਰਨਾ ਤਾਂ ਬਾਅਦ ਚ ਆਉਣੇ, ਲੇਕਿਨ ਉਸ ਤੋਂ ਬਾਅਦ ਕੀ ਹੈ, मरना तो बाद होंदा गा लेकिन पहले ही मर जाता गा। हुण देखो ये गल तो प्रभु यीशु मसीह जानते सीगे कि मैं मरना गा। प्रभु यीशु मसीह ने अपनी मौत बारे कई बार चर्चा करी, कई बार दसिया। मेरे नाल वचन पढ़ो तुसीं एक बार, लूका उहदा 9 अध्याय लूका 9 अध्याय। इत्थे की होया, प्रभु यीशु मसीह अपने नाल अपने चेलियां नूं लैके पतरस याकूब ते यूहन्ना नूं लैके पहाड़ दे उपर चले गए। और जो पहाड़ दे उपर चले गए आपां पढ़ांगे बाइबल दे विचों ਉਹਦੇ 29 वचन ਤੋਂ। ਉਹਦੇ ਪ੍ਰਾਰਥਨਾ ਕਰਦਿਆਂ ਉਹਦੇ ਮੂੰਹ ਦਾ ਰੂਪ ਹੋਰ ਹੀ ਹੋ ਗਿਆ ਅਤੇ ਉਹਦੀ ਪਿਸ਼ਾਬ ਚਿੱਟੀ ਅਤੇ ਚਮਕੀਲੀ ਹੋ ਗਈ। ਹੁਣ ਦੇਖੋ ਪ੍ਰਭੂ ਯਿਸੂ ਮਸੀਹ प्रार्थना कर रहे थे पहाड़ के ऊपर बैठ के, और प्रभु यीशु मसीह का जो चेहरा सीगा वो तो बदल गया सी पूरी तरह। फिर अगे ਅਤੇ ਵੇਖੋ ਜੋ ਮਨੁੱਖ ਅਰਥਾਤ ਮੂਸਾ ਅਤੇ ਏਲੀਆ ਉਸ ਨਾਲ ਗੱਲਾਂ ਕਰਦੇ ਸਨ ਉਹ ਤੇਜ ਵਿੱਚ ਵਿਖਲਾਈ ਦੇ ਕੇ ਉਹਦੇ ਪੂਜ ਦੀਆਂ ਗੱਲਾਂ ਕਰਦੇ ਸਨ ਜੋ ਉਹਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ। ਹਾਂਜੀ ਫਿਰ ਅੱਗੇ ਪਤਰਸ ਤੇ ਉਹਦੇ ਸਾਥੀ ਨੀਂਦਰ ਨਾਲ ਸੁਸਤ ਹੋਏ ਸਨ, ਪਰ ਉਹਨਾਂ ਨੇ ਜਾਗਦਿਆਂ ਉਹਦੇ ਤੇਜ ਅਤੇ ਉਹਨਾਂ ਦੋਹਾਂ ਜਣਿਆਂ ਨੂੰ ਜਿਹੜੇ ਉਹਦੇ ਨਾਲ ਖੜੇ ਸਨ ਵੇਖਿਆ। हाँ देखो गल बहुत ध्यान नाल सुनियो, अगर किसी लगे तो बात कर जाके पढ़ सकते हो। इत्थे की होया कि प्रभु यीशु मसीह दा प्रार्थना कर रहे ने, ਉਹਦੇ जो साथी सीगे जो चेले सीगे ਉਹ ਤਾਂ ਸੁੱਤੇ ਪਏ ਨੇ। प्रभु यीशु मसीह प्रार्थना कर रहे ने। ਹੁਣ ਜਦੋਂ मूसा आया, ਜਦੋਂ ਏਲੀਆ ਆਇਆ ਉਹਦੇ ਕੋਲ ਤਾਂ ਉਹਨਾਂ ਨੇ ਗੱਲ ਕਰੀ ਉਹਦੇ ਨਾਲ, प्रभु यीशु मसीह ਨਾਲ। ਕਿਹੜੀ ਗੱਲ ਕਰੀ? प्रभु यीशु मसीह ਦੀ ਮੌਤ ਬਾਰੇ ਗੱਲ ਕਰੀ। ਹੁਣ ਮਰਨ ਵਾਲੇ ਤਾਂ ਬਹੁਤ ਲੋਕ ਹੁੰਦੇ ਨੇ, ਮਰਨਾ ਤਾਂ ਬਹੁਤ ਲੋਕਾਂ ਨੇ ਹੁੰਦਾ ਗਾ, ਤਕਰੀਬਨ ਸਾਰਿਆਂ ਨੇ ਮਰਨਾ ਗਾ। लेकिन जो प्रभु यीशु मसीह ਦੀ ਮੌਤ ਸੀਗੀ ਉਹ ਕੁਝ ਖਾਸ ਮੌਤ ਸੀਗੀ। प्रभु यीशु मसीह ਦੀ ਮੌਤ ਸੀਗੀ ਉਹਦਾ ਪੂਰੇ ਸੰਸਾਰ ਦੇ ਪਾਪਾਂ ਦੇ ਲਈ ਮੌਤ ਸੀਗੀ। ਇਸੇ ਸਿਲਸਿਲੇ ਦੇ ਵਿੱਚ ਹੁਣ मूसा ਤੇ ਏਲੀਆ ਗੱਲ ਕਰ ਰਹੇ ਨੇ। ਕਹਿਣ ਦਾ ਮਤਲਬ ਕਿ प्रभु यीशु मसीह ਨੂੰ ਦੱਸਿਆ ਜਾ ਰਿਹਾ ਸੀਗਾ, ਦੇਖੋ ਤੁਸੀਂ ਯਰੂਸ਼ਲਮ ਵਿੱਚ ਜਾਣਾਗਾ, ਤੁਸੀਂ ਉੱਥੇ ਮਰਨਾਗਾ। ਲੋਕ ਤੁਹਾਡੇ ਉੱਪਰ ਕੀ ਕਰਨਗੇ? ਇਲਜ਼ਾਮ ਲਗਾਉਣਗੇ, ਲੋਕ ਤੁਹਾਨੂੰ ਪਰੇਸ਼ਾਨ ਕਰਨਗੇ, ਲੋਕ ਤੁਹਾਨੂੰ ਮਾੜਾ ਬੋਲਣਗੇ। ਹੁਣ ਇਹ ਸਾਰੀਆਂ ਗੱਲਾਂ प्रभु यीशु मसीह ਦੇ ਲਈ ਬੋਲੀਆਂ ਜਾ ਰਹੀਆਂ ਸੀਗੀਆਂ, ਲੇਕਿਨ ਚੇਲੇ ਤਾਂ ਸੁੱਤੇ ਪਏ ਸੀਗੇ। ਹੁਣ ਦੇਖੋ ਚੇਲੇ ਨਹੀਂ ਜਾਣਦੇ ਸੀਗੇ ਵੀ ਅਸੀਂ ਮਰਨਾਗਾ, ਕੀ प्रभु यीशु मसीह ਇਕੱਲੇ ਜਾਣਦੇ ਸੀਗੇ। ਲੇਕਿਨ ਦੇਖੋ ਅੱਜ ਵੀ ਇਨਸਾਨ ਇਹੀ ਕੰਮ ਕਰਦਾ ਹੈਗਾ। ਅੱਜ ਇਨਸਾਨ ਨੂੰ ਪਤਾ ਹੈਗਾ ਮਰਨਾ ਹੈ, ਲੇਕਿਨ ਇਨਸਾਨ ਕਰ ਕੀ ਰਿਹਾ ਆਪਣੇ ਲਈ? मरना सारे नहीं है, क्योंकि सारे इंसान कोई ऐसा नहीं परमानेंट धरती पर रहेगा। कोई 70 साल जिएगा, कोई 80 साल, कोई 100, कोई 120 साल तक। उस तो बाद इंसान का जो जीवन है वो तो खत्म हो जाएगा। लेकिन देखो प्रभु यीशु मसीह वो तो अपनी मौत को लेके कितना फिक्र करते थे। जो प्रभु यीशु मसीह धरती उपर आए, प्रभु यीशु मसीह 30 साल के हो गए तो प्रभु यीशु मसीह ने बपतिस्मा लिया, पवित्र आत्मा का अभिषेक पा के चले गए उजाड़ दे विच। और बाइबल ਦੇ ਵਿੱਚ ਲਿਖਿਆ ਹੈਗਾ ਮੱਤੀ 4 ਅਧਿਆਇ ਪੜੋ। ਮੱਤੀ 4 ਅਧਿਆਇ
ਉਹਦਾ 2 ਵਚਨ ਪੜੋ। ਅਤੇ ਰਾਤ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉਹਨੂੰ ਭੁੱਖ ਲੱਗੀ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ? 40 ਦਿਨ 40 ਰਾਤਾਂ ਕੀ ਕਰਿਆ? ਵਰਤ ਰੱਖਿਆ। ਕਿੰਨੇ ਵਰਤ ਰੱਖੇ? ਇੱਕ ਵਰਤ ਸੀਗਾ। ਇੱਕ ਵਰਤ 40 ਦਿਨ 40 ਰਾਤਾਂ ਤੱਕ ਚੱਲਿਆ। ਇੱਕ ਦਿਨ ਮਤਲਬ ਆਪਾਂ ਲੋਕ ਵਰਤ ਰੱਖਦੇ ਆ, ਸਵੇਰੇ ਖਾਦਾ ਨਹੀਂ, ਸ਼ਾਮ ਨੂੰ ਖਾ ਲਿਆ, ਕੱਲ ਨੂੰ ਫੇਰ ਵਰਤ ਰੱਖ ਲਿਆ ਇਦਾਂ। ਲੇਕਿਨ ਪ੍ਰਭੂ ਯਿਸੂ ਦਾ ਇੱਕ ਵਰਤ ਸੀਗਾ ਜਿਹੜਾ 40 ਦਿਨ 40 ਰਾਤ ਚੱਲਿਆ। ਹੁਣ ਗੱਲ ਸੋਚਣ ਵਾਲੀ ਹੈ ਕਿ ਪ੍ਰਭੂ ਯਿਸੂ ਨੇ ਪਵਿੱਤਰ ਆਤਮਾ ਪਾਇਆ ਹੋਇਆ ਸੀਗਾ, ਫਿਰ ਪ੍ਰਭੂ ਯਿਸੂ ਨੂੰ ਵਰਤ ਰੱਖਣ ਦੀ ਲੋੜ ਕਿਉਂ ਪਈ? ਕਿਉਂਕਿ ਪ੍ਰਭੂ ਯਿਸੂ ਜਾਣਦੇ ਸੀਗੇ ਕਿ ਜਿਹੜੇ ਮੇਰੀ ਯੁੱਧ ਹੈ, ਜਿਹੜੀ ਮੇਰੀ ਲੜਾਈ ਹੈ, ਉਹ ਕਿਸੇ ਇਨਸਾਨ ਦੇ ਨਾਲ ਨਹੀਂ ਹੈ। ਉਹ ਤਾਂ ਕਿਹਦੇ ਨਾਲ ਹੈ? ਉਹ ਤਾਂ ਸ਼ਤਰੂ ਸ਼ੈਤਾਨ ਦੇ ਨਾਲ ਹੈ। ਜੋ ਸ਼ਤਰੂ ਸ਼ੈਤਾਨ ਹੈ ਉਹ ਕੀ ਹੈ? ਉਹ ਤਾਂ ਮੇਰੇ ਨਾਲ ਯੁੱਧ ਹੈ, ਔਰ ਮੈਂ ਉਸ ਤੋਂ ਹਾਰਨਾ ਨਹੀਂ ਹੈ, ਮੈਂ ਉਸ ਨੂੰ ਹਰਾਉਣਾ ਹੈਗਾ, ਮੈਂ ਉਸ ਨੂੰ ਮਾਰਨਾ ਹੈਗਾ। ਪ੍ਰਭੂ ਯਿਸੂ ਮਸੀਹ ਕੀ ਹੈ? 40 ਦਿਨ ਔਰ 40 ਰਾਤਾਂ ਵਰਤ ਕੀਤਾ। ਔਰ ਇੱਕ ਵਚਨ ਪੜੋ ਮੇਰੇ ਨਾਲ, ਲੂਕਾ ਉਹਦਾ 21 ਦੇ ਆਏ ਉਹਦਾ 37 ਵਚਨ। ਉਹ ਦਿਨ ਹੈਕਲ ਵਿੱਚ ਕਰਦਾ ਅਤੇ ਰਾਤ ਨੂੰ ਬਾਹਰ ਜਾ ਕੇ ਉਸ ਪਹਾੜ ਉੱਤੇ ਜਿਹੜਾ ਜ਼ੈਤੂਨ ਦਾ ਕਹਾਉਂਦਾ ਹੈ ਟਿਕਦਾ ਹੁੰਦਾ ਸੀ। ਦੇਖੋ ਅਤੇ ਸਭ ਲੋਕ ਉਹਦੀ ਬਸ। ਸੁਣਨ ਲਈ ਹਾਂ, ਉੱਥੇ ਲਿਖਿਆ ਬਾਈਬਲ ਦੇ ਵਿੱਚ ਕਿ ਪ੍ਰਭੂ ਯਿਸੂ ਦਿਨੇ ਕੀ ਕਰਦੇ ਸੀਗੇ? ਲੋਕਾਂ ਨੂੰ ਪ੍ਰਚਾਰ ਕਰਦੇ ਸੀਗੇ, ਲੋਕਾਂ ਦੇ ਬਿਮਾਰ ਚੰਗੇ ਕਰਦੇ ਸੀਗੇ, ਤੇ ਰਾਤ ਨੂੰ ਇੱਕ ਜੈਤੂਨ ਨਾਮ ਦਾ ਪਹਾੜ ਸੀਗਾ ਉਹਦੇ ਉੱਪਰ ਚਲੇ ਜਾਂਦੇ ਸੀਗੇ, ਤੇ ਉੱਥੇ ਕੀ ਕਰਦੇ ਸੀ? ਜਾ ਕੇ ਪ੍ਰਭੂ ਯਿਸੂ ਪ੍ਰਾਰਥਨਾ ਕਰਦੇ ਸੀ। ਉੱਥੇ ਪ੍ਰਭੂ ਯਿਸੂ ਪ੍ਰਾਰਥਨਾ ਕਰਦੇ ਸੀਗੇ। ਇੱਕ ਵਚਨ ਪੜੋ ਮੇਰੇ ਨਾਲ, ਲੂਕਾ ਉਹਦਾ 6 ਦੇ ਆਏ ਉਹਦਾ 12 ਵਚਨ। उन्हीं दिन अजिहा होया जो प्रार्थना करने लिए पहाड़ उत्ते गया और परमेश्वर अगे प्रार्थना करते हैं सारी रात कटी। देखो प्रभु यीशु सारी रात प्रार्थना करते सीगे। हालेलुया। प्रभु यीशु सारी रात प्रार्थना करते सीगे। क्यों प्रार्थना करते सीगे? क्योंकि प्रभु यीशु जानते सीगे मैं जान देनी है, और मेरी जान वो सौख्याल नहीं जाने वाली। शरीर के उपर कोड़ियां दी मार, सिर के उपर कंडियां दा ताज, हत्थां पैरां दे विच किल, फिर मैं ठट्ठा किया जाएगा, मेरा मजाक उड़ाया जाएगा। इसलिए प्रभु यीशु प्रार्थना करते सारी रात। प्रभु यीशु सारी रात प्रार्थना करते सीगे, ते जिहड़े नाल सी चेले वो सौ जांदे सीगे, ते प्रभु यीशु वखरे होकर चले जांदे सीगे प्रार्थना करन दे लई। सारी रात प्रभु यीशु प्रार्थना करते सीगे, ते दिने दिने लोकां नूं परमेश्वर दे राज दे प्रचार करते सीगे, दिने लोकां नूं प्रभु यीशु परमेश्वर दा राज दसदे सीगे, उन्होंने बीमार चंगे करते सीगे। जदों रात पैनी, जदों शाम होनी, तो प्रभु यीशु की करते सीगे? वो तो चले जाते सीगे। एक वचन पढ़ो मेरे नाल, लूका नहीं सॉरी अपना मत्ती ओदा 14 दे पढ़ो। ਉਹਦਾ 22 ਵਚਨ ਪੜੋ। ਉਹਨੇ ਉਸੇ ਵੇਲੇ ਚੇਲਿਆਂ ਨੂੰ ਤਕੀਦ ਕੀਤੀ ਭਈ ਜਦ ਤੱਕ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ। ਤੇ ਪੜੋ। ਅਤੇ ਉਹ ਭੀੜ ਨੂੰ ਵਿਦਿਆ ਕਰਕੇ ਪ੍ਰਾਰਥਨਾ ਕਰਨ ਲਈ ਰਾਲੇ ਵਿੱਚ ਪਹਾੜ ਤੇ ਚੜ ਗਿਆ। ਹਾਂ ਦੇਖੋ ਇੱਥੇ ਸੀਗਾ ਕਿ ਜਦੋਂ ਪ੍ਰਭੂ ਯਿਸੂ ਨੇ ਲੋਕਾਂ ਨੂੰ ਖਾਣਾ ਖਵਾਇਆ, ਔਰ ਖਾਣਾ ਖਵਾਉਣ ਤੋਂ ਬਾਅਦ ਬਹੁਤ ਵੱਡੀ ਭੀੜ ਸੀਗੀ, ਤਾਂ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਤੁਸੀਂ ਇਦਾਂ ਕਰੋ, ਤੁਸੀਂ ਬੈਠੋ ਬੇੜੀ 'ਚ, ਤੁਸੀਂ ਚਲੋ ਲੰਘੋ, मैं बाद आऊँगा भीड़ को विदा करके। भीड़ विदा करती, उस तो बाद प्रभु यीशु की कीता? प्रार्थना करने के लिए बैठ गए, निराले विच इकल्ले चले गए प्रार्थना करने के लिए। जद कि प्रभु यीशु चमत्कार तो कर ही सकते थे, और 5-5 हज़ार लोगों को खाना तो खवा सकते थे, बीमारों को चंगे कर सकते थे, भूतों को कढ़ सकते थे, लोगों को वचन भी सुना सकते थे, लेकिन खुद ही प्रार्थना लगातार प्रार्थना दे विच लगातार प्रार्थना दे विच लगातार प्रार्थना दे विच क्यों रहे? क्योंकि प्रभु यीशु ने अपनी जान देनी सी। प्रभु यीशु ने की सीगा? ਉਹਦਾ ਦੁੱਖ ਸਹਿਣ ਕਰਨਾ ਸੀਗਾ, ਇਸ ਲਈ ਪ੍ਰਭੂ ਯਿਸੂ ਕੀ ਕਰਦੇ ਸੀਗੇ? ਲਗਾਤਾਰ ਪ੍ਰਾਰਥਨਾ ਦੇ ਵਿੱਚ ਬਣੇ ਰਹੇ। ਹੁਣ ਦੇਖੋ ਜਿਹੜੇ ਮਸੀਹ ਨੂੰ ਮੰਨਣ ਵਾਲੇ ਲੋਕ ਨੇ, ਕੀ ਉਹ ਨਹੀਂ ਜਾਣਦੇ ਕਿ ਅਸੀਂ ਮਸੀਹ ਨੂੰ ਮੰਨਦੇ ਹਾਂ ਤੇ ਸਾਡੇ ਨਾਲ ਇਹ ਕੰਮ ਹੋਣ ਵਾਲਾ ਹੈਗਾ? ਜੋ ਸੰਸਾਰ ਹੈ, ਇਹ ਜੋ ਦੁਨੀਆ ਗੀ, ਇਹਦਾ ਦੇਖੋ ਹਾਲਾਤ ਉਹ ਕੈਸੇ ਹੋ ਚੁੱਕੇ ਨੇ। ਆਪਾਂ ਦੇਖਿਆਗਾ, ਚਲੋ ਜਾਂ ਸੁਣਦੇ ਹਾਂ
ਇਸ ਧਰਤੀ ਉੱਪਰ ਕਿੰਨੀਆਂ ਬਿਮਾਰੀਆਂ ਆ ਚੁੱਕੀਆਂ ਨੇ। ਸਾਰੇ ਧਿਆਨ ਨਾਲ ਸੁਣਿਓ, ਹਾਲੇਲੂਇਆ। ਸਾਰੇ ਧਿਆਨ ਬਣਾ ਕੇ ਰੱਖੋ ਆਪਣਾ। ਇਸ ਸੰਸਾਰ ਦੇ ਵਿੱਚ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਲਾ ਇਲਾਜ ਬਿਮਾਰੀਆਂ ਨੇ। ਅੱਜ ਤੱਕ ਕਦੇ ਵੀ ਕੋਈ ਐਸੀ ਦਵਾਈ ਨਹੀਂ ਆਈ, ਕਦੇ ਵੀ ਐਸਾ ਕਦੇ ਸਰਕਾਰ ਨੇ ਜ਼ੋਰ ਨਹੀਂ ਦਿੱਤਾ ਕਿ ਤੁਸੀਂ ਇਹਦਾ ਹੱਲ ਕਰੋ, ਇਹਦਾ ਹੱਲ ਕਰੋ। ਪਲੇਗ ਵੀ ਆ ਗਈ, ਟੀਬੀ ਵੀ ਆ ਗਈ, ਕੈਂਸਰ ਵੀ ਆ ਗਿਆ, HIV ਆ ਗਿਆ, ਨਾ ਜਾਣੇ ਕਿੰਨੀ ਸਾਰੀ ਬਿਮਾਰੀਆਂ ਆ ਗਈਆਂ, ਕਦੇ ਵੀ ਸਰਕਾਰ ਨੇ ਜ਼ੋਰ ਨਹੀਂ ਦਿੱਤਾ। ਹੁਣ ਇੱਕ ਬਿਮਾਰੀ ਆਈ ਸੀ ਪਿੱਛੇ ਜੇ, ਮਰੀਜ਼ ਨੂੰ ਕਹਿੰਦੇ ਨੇ, ਕਿਹੜੀ ਸੀਗੀ? ਕਰੋਨਾ। ਪੂਰੇ ਵਰਲਡ ਨੂੰ, ਪੂਰੀ ਦੁਨੀਆ ਨੂੰ ਫਿਕਰਾਂ 'ਚ ਪਾਤਾ ਕਿ ਹਰ ਇਨਸਾਨ ਕੀ ਕਰੇ? ਵੈਕਸੀਨ ਦਾ ਇੰਜੈਕਸ਼ਨ ਲਵੇ। ਜ਼ਰੂਰੀ ਕਰਤਾ ਹਰ ਇੱਕ ਦੇ ਲਈ, ਹਰ ਇੱਕ ਦੇ ਲਈ ਜ਼ਰੂਰੀ ਕਰਤਾ। ਜਦ ਕਿ ਸਹੀ ਦੇ ਵਿੱਚ ਇੱਕ ਬਹੁਤ ਵੱਡੀ ਚਾਲ ਹੈ, ਐਸਾ ਕੁਝ ਹੈ ਹੀ ਨਹੀਂ। ਹੁਣ ਦੇਖੋ ਕਿੰਨੀ ਆਜ਼ਾਦੀ ਹੈ, ਕਿਸੇ ਨੂੰ ਚੇਤਾ ਹੈਗਾ ਵੀ ਕਰੋਨਾ ਵੀ ਸੀਗਾ ਕਦੇ? ਲੇਕਿਨ ਇਹ ਗੜਬੜੀ ਹੋਣ ਵਾਲੀ ਹੈ ਫਿਰ ਥੋੜੇ ਟਾਈਮ ਬਾਅਦ, ਥੋੜੇ ਸਮੇਂ ਬਾਅਦ ਇਹ ਗੜਬੜੀ ਤਾਂ ਹੋਣ ਵਾਲੀ ਹੈ। ਮਤਲਬ ਦੇਖੋ ਇਹ ਸਾਰੀਆਂ ਗੱਲਾਂ ਇਨਸਾਨ ਜਾਣਦਾ ਹੈਗਾ ਕਿ ਅਸੀਂ ਮਸੀਹ ਨੂੰ ਮੰਨਦੇ ਹਾਂ, ਅਸੀਂ ਮਸੀਹ ਦੇ ਪਿੱਛੇ ਚੱਲਦੇ ਹਾਂ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ। ਸਾਨੂੰ ਇੰਜੈਕਸ਼ਨ ਨਹੀਂ ਲੈਣਾ ਸੀ ਨੇ, ਅਸੀਂ ਇਹ ਗੱਲਾਂ ਨੂੰ ਜਾਣਦੇ ਹਾਂ। ਲੇਕਿਨ ਦੇਖੋ ਇਨਸਾਨ ਕਰ ਕੀ ਉਹਦੇ ਲਈ ਕਰ ਕੀ ਰਿਹਾ ਹੈਗਾ। ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ ਕਿ ਮੈਂ ਜਾਨ ਦੇਣੀ ਹੈ, ਮੈਂ ਤਾਂ ਮਰਨ ਦੇ ਲਈ ਆਇਆਗਾ, ਮੈਂ ਤਾਂ ਜਾਨ ਦੇਣ ਦੇ ਲਈ ਆਇਆਗਾ। ਪ੍ਰਭੂ ਯਿਸੂ ਮਸੀਹ ਨੇ ਭੂਤਾਂ ਵੀ ਕੱਢੀਆਂ, ਚਮਤਕਾਰ ਵੀ ਕੀਤੇ, ਬਿਮਾਰਾਂ ਨੂੰ ਚੰਗੇ ਕੀਤਾ, ਪ੍ਰਚਾਰ ਵੀ ਸੁਣਾਇਆ। ਉਸ ਤੋਂ ਬਾਅਦ ਦੇਖੋ ਪ੍ਰਭੂ ਯਿਸੂ ਮਸੀਹ ਸਾਰੀ ਰਾਤ ਪ੍ਰਾਰਥਨਾ ਕਰਦੇ ਸੀਗੇ, ਆਪਣੇ ਚੇਲਿਆਂ ਨੂੰ ਸਾਈਡ ਤੇ ਕਰ ਦਿੰਦੇ ਸੀਗੇ, ਬੈਠੋ ਇੱਥੇ ਮੈਂ ਜਾ ਕੇ ਆਉਣਾਗਾ। ਤਾਂ ਯਿਸੂ ਮਸੀਹ ਬੈਠ ਜਾਂਦੇ ਸੀ ਪ੍ਰਾਰਥਨਾ ਦੇ ਵਿੱਚ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਕਸ਼ਟ ਬਹੁਤ ਵੱਡਾ ਸੀਗਾ, ਪ੍ਰਭੂ ਯਿਸੂ ਮਸੀਹ ਦੇ ਦੁੱਖ ਬਹੁਤ ਵੱਡਾ ਸੀਗਾ। ਇਸ ਲਈ ਪ੍ਰਭੂ ਯਿਸੂ ਮਸੀਹ ਕੀ ਕਰਦੇ ਸੀਗੇ? ਉਹ ਤਾਂ ਪ੍ਰਾਰਥਨਾ ਕਰਦੇ ਸੀਗੇ। ਔਰ ਇੱਕ ਵਚਨ ਪੜ੍ਹੋ ਮੇਰੇ ਨਾਲ, ਇਬਰਾਨੀਆਂ ਉਹਦਾ 5 ਅਧਿਆਇ ਉਹਦਾ 7 ਤੇ 8। ਉਹਨੇ 19 ਦਿਨੀ ਜਦੋਂ ਦੇਹਧਾਰੀ ਹੋਈ ਸੀ, ਬਹੁਤ ਢਾਹਾਂ ਮਾਰ ਕੇ ਤੇ ਅੰਜੂ ਕੇਰ ਕੇ ਉਹਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਤੇ ਮਿੰਨਤਾਂ ਕੀਤੀਆਂ। ਅਤੇ ਪਰਮੇਸ਼ਵਰ ਦਾ ਪੈਰ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ। ਅਤੇ ਉਹ ਭਾਵੇਂ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ। ਦੇਖੋ ਪ੍ਰਭੂ ਯਿਸੂ ਮਸੀਹ, ਹਾਲੇਲੂਇਆ। ਇਹ ਹੋ ਰਹੀ ਉਹਦੀ ਗੱਲ ਕਿ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਸੀਗੇ, ਜਦ ਪ੍ਰਭੂ ਯਿਸੂ ਮਸੀਹ ਦੇਹਧਾਰੀ ਹੋਈ ਸੀਗੀ, ਤਾਂ ਪ੍ਰਭੂ ਯਿਸੂ ਮਸੀਹ ਕੀ ਕਰਦੇ ਸੀਗੇ? ਹੰਝੂ ਕੇਰ ਕੇ, ਤਾਹਾਂ ਮਾਰ ਕੇ ਪ੍ਰਾਰਥਨਾ ਕਰਦੇ ਰਹੇ। ਹੰਝੂ ਕੇਰੇ ਮਤਲਬ ਅਥਰੂ ਡਿੱਗਦੇ ਸੀ ਪ੍ਰਭੂ ਯਿਸੂ ਮਸੀਹ ਦੇ ਵੀ। ਤਾਹਾਂ ਕਿਹਨੂੰ ਕਹਿੰਦੇ ਨੇ? ਹੈ ਤਾਹਾਂ ਕਿਹਨੂੰ ਕਹਿੰਦੇ ਨੇ? ਜ਼ਿਆਦਾ ਕੁੱਬਾ ਮਾਰ ਕੇ, ਹਾਂ ਸਹੀ ਸਭ, ਕੁੱਬਾ ਮਾਰ ਕੇ ਰੋਇਆ। ਕੌਣ ਰੋਏ? ਪ੍ਰਭੂ ਯਿਸੂ ਮਸੀਹ ਰੋਏ। ਕਾਹਦੇ ਲਈ? ਕਿ ਹੇ ਪਿਤਾ, ਜਿਹੜਾ ਦੁੱਖ ਮੇਰੇ ਲਈ ਹੈ, ਜਿਹੜਾ ਪਿਆਲਾ ਮੇਰੇ ਲਈ ਹੈ, ਉਸ ਨੂੰ ਮੈਂ ਪੀਣਾਗਾ। ਜਿਹੜਾ ਪਿਆਲਾ ਮੈਂ ਪੀਣ ਜਾ ਰਿਹਾਗਾ ਉਹ ਬਹੁਤ ਕਸ਼ਟ ਵਾਲਾ ਹੈਗਾ। ਮੈਂ ਕਿਤੇ ਡਗਮਗਾ ਨਾ ਜਾਵਾਂ, ਮੈਂ ਕਿਤੇ ਵਿਸ਼ਵਾਸ ਨਾ ਛੱਡ ਬੈਠਾਂ, ਮੈਂ ਕਿਤੇ ਡਰ ਨਾ ਜਾਵਾਂ। ਮੈਨੂੰ ਸਾਮਰਥ ਦਿਓ, ਮੈਨੂੰ ਸਾਮਰਥ ਦਿਓ। ਪ੍ਰਭੂ ਯਿਸੂ ਮਸੀਹ ਨੇ ਹੰਝੂ ਕੇਰ ਕੇ, ਭੁੱਬਾਂ ਮਾਰ ਕੇ ਪ੍ਰਾਰਥਨਾ ਕਰੀ। ਕਿਉਂ? ਕਿਉਂਕਿ ਮਰਨਾ ਸੀ ਪ੍ਰਭੂ ਯਿਸੂ ਮਸੀਹ ਨੇ। ਪ੍ਰਭੂ ਯਿਸੂ ਮਸੀਹ ਨੇ ਜਾਨ ਦੇਣੀ ਸੀਗੀ। ਇਹ ਕੋਈ ਮਜਬੂਰੀ ਪ੍ਰਭੂ ਯਿਸੂ ਮਸੀਹ ਦੀ ਨਹੀਂ ਸੀਗੀ, ਇਹ ਤਾਂ ਪ੍ਰਭੂ ਯਿਸੂ ਮਸੀਹ ਜਾਨ ਦੇਣ ਆਏ ਸੀਗੇ। ਕਿਉਂ ਆਏ ਸੀਗੇ? ਤਾਂ ਕਿ ਲੋਕ ਬਚਾਏ ਜਾਣ। ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਜੀਣ ਦੇ ਲਈ ਨਹੀਂ ਆਏ ਸੀਗੇ। ਪ੍ਰਭੂ ਯਿਸੂ ਮਸੀਹ ਉਹਦਾ ਮਰਨ ਦੇ ਲਈ ਆਏ ਸੀਗੇ। ਪਰ ਮਰਨਾ ਵੀ ਕਿੱਦਾਂ ਸੀਗਾ? ਬਹੁਤ ਔਖਾ ਸੀਗਾ। ਇੱਕ ਤਾਂ ਹੋਵੇ ਨਾ ਇਨਸਾਨ ਨੂੰ ਚਲੋ ਗੋਲੀ ਮਾਰ ਦੋ ਜਾਂ ਗਰਦਨ ਦੇ ਉੱਪਰ ਤਲਵਾਰ ਮਾਰੋ, ਉਹਦੀ ਗਰਦਨ ਹੋ ਗਈ, ਜਾਂ ਗੋਲੀ ਮਾਰੋ, ਇਨਸਾਨ ਦਾ ਖੇਲ ਖਤਮ, ਜਾਂ ਕਿਸੇ ਗੱਡੀ ਥੱਲੇ ਆ ਜਾਓ, ਖੇਲ ਖਤਮ, ਜਾਂ ਪਾਣੀ ਵਿੱਚ ਡੁੱਬ ਜਾਓ, ਖੇਲ ਖਤਮ। ਇਦਾਂ ਨਹੀਂ ਸੀਗਾ। ਲੇਕਿਨ ਯਿਸੂ ਮਸੀਹ ਦੇ ਹੱਥਾਂ ਪੈਰਾਂ ਦੇ ਵਿੱਚ ਕਿੱਲ, ਸਿਰ ਦੇ ਉੱਪਰ ਕੰਡਿਆਂ ਦਾ ਤਾਜ, ਸਰੀਰ ਦੇ ਉੱਪਰ ਕੋੜਿਆਂ ਦੀ ਮਾਰ, ਔਰ ਪ੍ਰਭੂ ਯਿਸੂ ਨੂੰ ਪੂਰੀ ਤਰ੍ਹਾਂ ਜਲੀਲ ਕਰਨਾ, ਇਹ ਕਸ਼ਟ ਸੀਗਾ ਪ੍ਰਭੂ ਯਿਸੂ ਮਸੀਹ ਦੇ ਲਈ। ਹੁਣ ਦੇਖੋ ਇੱਕ ਪ੍ਰਭੂ ਯਿਸੂ ਮਸੀਹ ਜਿਹੜੇ 100% ਪਵਿੱਤਰ ਆਤਮਾ ਪਾ ਕੇ ਹੋਏ ਬੈਠੇ ਸੀਗੇ, ਪਵਿੱਤਰ ਆਤਮਾ ਪਾ ਕੇ ਪਰਮੇਸ਼ਵਰ ਦਾ ਪ੍ਰਚਾਰ ਕਰਦੇ ਸੀਗੇ, ਲੋਕਾਂ ਨੂੰ ਚੰਗਾ ਕਰਦੇ ਸੀਗੇ, ਉਹ ਇੰਨੀ ਪ੍ਰਾਰਥਨਾ ਕਰ ਸਕਦੇ ਨੇ। ਤੇ ਅੱਜ ਦੇ ਵਿਸ਼ਵਾਸੀ ਲੋਕ, ਹਾਲੇਲੂਇਆ, ਅੱਜ ਦੇ ਵਿਸ਼ਵਾਸੀ ਲੋਕ ਕੀ ਕਰ ਰਹੇ ਨੇ? 2.5 ਘੰਟੇ ਵੀ ਨਹੀਂ ਕੱਢਦੇ ਪਏ ਤੇ ਗੱਲ ਕਰਦੇ ਨੇ ਅਸੀਂ ਤਾਂ ਜਾਨ ਦੇ ਦਾਂਗੇ ਯਿਸੂ ਮਸੀਹ ਦੇ ਪਿੱਛੇ। ਤੇ ਪੁੱਛੋ 2.5 ਘੰਟੇ ਕੱਢੇ ਕਦੇ? ਇਹ ਤਾਂ ਬੜਾ ਔਖਾ ਕੰਮ ਹੈ ਜੀ, ਤੁਸੀਂ ਕੱਢ ਲਓ।
ਕਈ ਵਾਰ ਸਾਨੂੰ ਤੁਸੀਂ ਕੱਢਦੇ ਹੋ, ਕਈ ਵਾਰ ਕਹਿੰਦੇ ਨੇ ਸਾਨੂੰ। ਮਤਲਬ ਅਗਰ ਜਾਣਦੇ ਨਹੀਂ ਹੈ, ਅਗਰ ਤੁਹਾਨੂੰ ਲੱਗਦਾ ਗਾ ਕਿ ਮਸੀਹ ਦੇ ਕਰਕੇ ਸਾਡੀਆਂ ਬੋਲੀਆਂ ਪੈਣਗੇ ਸਾਨੂੰ, ਔਰ ਬਾਈਬਲ ਵਿੱਚ ਲਿਖਿਆ ਵੀ ਹੈ। ਇੱਕ ਵਚਨ ਪੜ੍ਹੋ ਮੇਰੇ ਨਾਲ, ਲੂਕਾ 21 ਦੇ 31 ਵਚਨ 33 ਵਚਨ। ਆਕਾਸ਼ ਅਤੇ ਧਰਤੀ ਟਲ ਜਾਣਗੇ। ਇੱਕ ਮਿੰਟ ਜੀ, ਲੂਕਾ 23:31 ਸੌਰੀ 23:31 ਲੂਕਾ। ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੂਕੇ ਨਾਲ ਕੀ ਨਾ ਹੋਵੇਗਾ। ਹਾਲੇਲੂਇਆ। ਦੇਖੋ ਪ੍ਰਭੂ ਯਿਸੂ ਮਸੀਹ ਆਪਣੇ ਆਪ ਦੀ ਗੱਲ ਕਰਦੇ ਨੇ ਵੀ ਮੈਂ ਹਰਾ ਰੁੱਖ ਹਾਂ, ਮੇਰੇ ਵਿੱਚ ਤਾਂ ਕੋਈ ਗਲਤੀ ਨਹੀਂ, ਮੇਰੇ ਵਿੱਚ ਤਾਂ ਕੋਈ ਪਾਪ ਨਹੀਂ, ਲੇਕਿਨ ਮੇਰਾ ਸਤਾਉ ਕਿੰਨਾ ਹੋਣਾਗਾ, ਮੈਨੂੰ ਕਸ਼ਟ ਕਿੰਨਾ ਮਿਲਣਾਗਾ, ਕਿੰਨਾ ਮਿਲਣਾ ਮੈਨੂੰ ਕਸ਼ਟ, ਕਿੰਨਾ ਦੁੱਖ ਮੈਂ ਸਹਿਣ ਕਰਨਾਗਾ। ਜਦੋਂ ਮੇਰੇ ਨਾਲ ਹੋ ਰਿਹਾਗਾ ਤੇ ਕੀ ਤੁਹਾਡੇ ਨਾਲ ਨਹੀਂ ਹੋਏਗਾ? ਪ੍ਰਭੂ ਯਿਸੂ ਮਸੀਹ ਸਪਸ਼ਟ ਕਹਿੰਦੇ ਨੇ ਵੀ ਤੁਹਾਡੇ ਨਾਲ ਵੀ ਹੋਏਗਾ। ਇੱਕ ਵਚਨ ਪੜ੍ਹੋ ਮੇਰੇ ਨਾਲ, ਮੱਤੀ 26 ਦੇ ਉਹਦਾ 36 ਵਚਨ ਪੜ੍ਹੋ। ਨੰਗਾ ਸਾਂ ਅਰ ਤੁਸਾਂ ਮੈਨੂੰ ਪਹਿਨਾਇਆ। 26 ਦੀ 36 ਤਦ ਯੀਸ਼ੂ ਉਹਨਾਂ ਦੇ ਨਾਲ ਗਤਸਮਨੀ ਨਾਮੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ। ਦੇਖੋ ਗਤਸਮਨੀ ਬਾਗ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਏ, ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਤੁਸੀਂ ਇੱਥੇ ਬੈਠੋ, ਮੈਂ ਜਾਣਾ ਅੱਗੇ ਜਾ ਕੇ, ਮੈਂ ਪ੍ਰਾਰਥਨਾ ਕਰਦਾ ਅੱਗੇ ਜਾ ਕੇ। ਔਰ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਮੇਰੇ ਨਾਲ ਜਾਗੋ, ਮਤਲਬ ਮੇਰੇ ਲਈ ਪ੍ਰਾਰਥਨਾ ਕਰੋ, ਮੇਰੇ ਲਈ ਕਸ਼ਟ ਬਹੁਤ ਹੈ, ਮੇਰੇ ਲਈ ਦੁੱਖ ਬਹੁਤ ਹੈ। ਤਾਂ ਚੇਲੇ ਲੋਕ ਉਹਦਾ ਬੇਫਿਕਰ ਸੀਗੇ, ਕੋਈ ਫਿਕਰ ਨਹੀਂ, ਜਿਵੇਂ ਖਬਰ ਹੀ ਨਹੀਂ ਉਹਨੂੰ ਕਿਸੇ ਦੀ। ਯਿਸੂ ਮਸੀਹ ਨੇ ਬਹੁਤ ਵਾਰ ਦੱਸਿਆ ਸੀ ਉਹਨਾਂ ਲੋਕਾਂ ਨੂੰ, ਬਹੁਤ ਵਾਰ ਦੱਸਿਆ ਸੀ ਲੋਕਾਂ ਨੂੰ ਕਿ ਦੇਖੋ ਮੇਰੇ ਨਾਲ ਇਸ ਤਰ੍ਹਾਂ ਹੋਵੇਗਾ, ਲੋਕ ਮੇਰੇ ਨਾਲ ਇਦਾਂ ਕਰਨਗੇ। ਲੇਕਿਨ ਚੇਲੇ ਲੋਕ ਉਹਦਾ ਬੇਖਬਰ, ਕੋਈ ਖਬਰ ਨਹੀਂ, ਕੋਈ ਪਤਾ ਨਹੀਂ। ਲੇਕਿਨ ਪ੍ਰਭੂ ਯਿਸੂ ਮਸੀਹ ਤਾਂ ਜਾਣਦੇ ਸੀਗੇ ਕਿ ਮੇਰੇ ਨਾਲ ਕੀ ਹੋਣ ਵਾਲਾ ਹੈਗਾ ਔਰ ਕਿਵੇਂ ਹੋਣ ਵਾਲਾ ਹੈਗਾ। ਸਹੀ ਦੇ ਵਿੱਚ ਇਹ ਸਾਰੀ ਗੱਲ ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ। ਇਸੇ ਲਈ ਪ੍ਰਭੂ ਯਿਸੂ ਮਸੀਹ ਕੀ ਸੀਗੇ, ਉਹ ਤਾਂ ਪ੍ਰਾਰਥਨਾ ਕਰਦੇ ਰਹੇ। ਤੇ ਅੱਗੇ ਪੜ੍ਹੋ ਮੇਰੇ ਨਾਲ, ਇਹਦੇ 38 ਵਚਨ। ਫਿਰ ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕਰ ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। ਦੇਖੋ ਪ੍ਰਭੂ ਯਿਸੂ ਮਸੀਹ ਕਹਿੰਦਾ ਤੁਸੀਂ ਇੱਥੇ ਬੈਠੋ, ਮੇਰੇ ਨਾਲ ਜਾਗੋ, ਮਤਲਬ ਮੇਰੇ ਨਾਲ ਪ੍ਰਾਰਥਨਾ ਕਰੋ ਬੈਠ ਕੇ। ਤੁਸੀਂ, ਮੈਨੂੰ ਜ਼ਰੂਰਤ ਹੈ ਪ੍ਰਾਰਥਨਾ ਦੀ, ਮੇਰੇ ਲਈ ਪ੍ਰਾਰਥਨਾ ਕਰੋ ਕਿ ਮੇਰਾ ਵਿਸ਼ਵਾਸ ਕਿਤੇ ਡਗਮਗਾ ਨਾ ਜਾਏ। ਮੈਂ ਜੋ ਜਗਤ ਦਾ ਪਾਪ ਚੁੱਕਣ ਦੇ ਲਈ ਆਇਆਗਾ, ਮੈਂ ਜੋ ਆਪਣੀ ਜਾਨ ਦੇਣ ਦੇ ਲਈ ਆਇਆਗਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਚਾਹੁੰਦੇ ਤਾਂ ਉਹ ਬਚ ਸਕਦੇ ਸੀਗੇ, ਲੇਕਿਨ ਨਹੀਂ, ਪ੍ਰਭੂ ਯਿਸੂ ਮਸੀਹ ਤਾਂ ਜਾਨ ਦੇਣ ਦੇ ਲਈ ਆਏ ਸੀਗੇ, ਉਹ ਜੀਵਨ ਜੀਣ ਦੇ ਲਈ ਨਹੀਂ ਆਏ ਸੀਗੇ। ਲੇਕਿਨ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀਗਾ ਅਗਰ ਮੈਂ ਜਾਨ ਦੇਣੀ ਹੈ ਤਾਂ ਮੈਨੂੰ ਪ੍ਰਾਰਥਨਾ ਕਰਨੀ ਹੈ। ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ ਅਗਰ ਮੇਰੇ ਉੱਪਰ ਦੁੱਖ ਆਇਆਗਾ ਤਾਂ ਮੈਨੂੰ ਪ੍ਰਾਰਥਨਾ ਕਰਨੀ ਹੈ। ਅੱਗੇ ਪੜੋ ਜੀ। ਅਤੇ ਥੋੜਾ ਅੱਗੇ ਵੱਧ ਕੇ ਦੇਖੋ ਪ੍ਰਭੂ ਯਿਸੂ ਥੋੜਾ ਅੱਗੇ ਚਲੇ ਗਏ, ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਜੇ ਮੇਰੇ ਪਿਤਾ ਜੇ ਹੋ ਸਕੇ ਤਾਂ ਇਹ ਪਿਆਲਾ ਮੇਥੋਂ ਟਲ ਜਾਵੇ। ਦੇਖੋ ਪ੍ਰਭੂ ਯਿਸੂ ਫਿਰ ਪ੍ਰਾਰਥਨਾ ਕਰੀ, हे ਪਿਤਾ ਜੇ ਹੋ ਸਕੇ ਇਹ ਪਿਆਲਾ ਮੇਰੇ ਤੋਂ ਟਲ ਜਾਏ। ਪਿਆਲਾ ਮਤਲਬ ਜਿਹੜਾ ਦੁੱਖ ਮੇਰੇ ਉੱਪਰ ਆ ਰਿਹਾਗਾ, ਜਿਹੜਾ ਕਸ਼ਟ ਮੇਰੇ ਉੱਪਰ ਆ ਰਿਹਾਗਾ, ਮੈਂ ਇਸ ਨੂੰ ਸਹਿਣ ਨਹੀਂ ਕਰ ਸਕਦਾ, ਲੇਕਿਨ ਫਿਰ ਵੀ ਪਿਤਾ ਜੋ ਮੈਂ ਚਾਹੁੰਦਾਗਾ ਉਹ ਨਾ ਹੋਵੇ, ਲੇਕਿਨ ਜੋ ਤੁਹਾਡੀ ਮਰਜ਼ੀ ਹੈ ਉਹ ਪੂਰੀ ਹੋਵੇ। ਦੇਖੋ ਲੇਕਿਨ ਮੈਂ ਤੁਹਾਡੀ ਮਰਜ਼ੀ ਨੂੰ ਪੂਰਾ ਕਰ ਸਕਾਂ, ਪਰਮੇਸ਼ਵਰ ਮੈਨੂੰ ਬਲ ਦੇ ਦਿਓ। ਮੇਰੇ ਪਿਤਾ ਮੈਂ ਤੁਹਾਡੀ ਮਰਜ਼ੀ ਨੂੰ ਪੂਰਾ ਕਰ ਸਕਾਂ, ਮੈਨੂੰ ਸਾਮਰਥ ਦਿਓ। ਤਾਂ ਪ੍ਰਭੂ ਯਿਸੂ ਮਸੀਹ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਉਹ ਜਾਣਦੇ ਸੀਗੇ, ਪ੍ਰਭੂ ਯਿਸੂ ਮਸੀਹ ਨੂੰ ਇਸ ਗੱਲ ਦੀ ਖਬਰ ਸੀਗੀ ਕਿ ਮੈਂ ਤਾਂ ਜਾਨ ਦੇਣੀ ਹੈ। ਪ੍ਰਭੂ ਯਿਸੂ ਮਸੀਹ ਇਹ ਜਾਣਦੇ ਸੀਗੇ ਕਿ ਜਿਹੜਾ ਮੇਰਾ ਯੁੱਧ ਹੈ ਉਹ ਤਾਂ ਕਿਸੇ ਇਨਸਾਨ ਦੇ ਨਾਲ ਨਹੀਂ, ਉਹ ਤਾਂ ਸ਼ਤਰੂ ਸ਼ੈਤਾਨ ਦੇ ਨਾਲ ਹੈ, ਸ਼ਤਰੂ ਸ਼ੈਤਾਨ ਦੇ ਨਾਲ ਹੈ। ਇਹ ਗੱਲ ਤਾਂ ਪ੍ਰਭੂ ਯਿਸੂ ਮਸੀਹ ਚੰਗੀ ਤਰ੍ਹਾਂ ਜਾਣਦੇ ਸੀਗੇ। ਲੇਕਿਨ ਚੇਲੇ ਲੋਕ ਉਹ ਤਾਂ ਬੇਖਬਰ ਸੀਗੇ, ਉਹਨਾਂ ਨੂੰ ਜਿਵੇਂ ਕੋਈ ਖਬਰ ਹੀ ਨਹੀਂ। ਪ੍ਰਭੂ ਯਿਸੂ ਮਸੀਹ ਨੇ ਬੜੀ ਵਾਰ ਦੱਸਿਆ ਕਿ ਮੈਂ ਜਰੂਸਲਮ ਵਿੱਚ ਜਾਵਾਂਗਾ। ਇੱਕ ਵਾਰ ਤਾਂ ਪ੍ਰਭੂ ਯਿਸੂ ਮਸੀਹ ਨੇ ਪਤਰਸ ਨਾਲ ਵੀ ਗੱਲ ਕਰੀ ਕਿ ਮੇਰਾ ਉੱਥੇ ਜਾਣਾ ਹੈਗਾ, ਚੇਲਿਆਂ ਨੂੰ ਦੱਸ ਰਹੇ ਨੇ, ਤਾਂ ਪਤਰਸ ਮਨਾ ਕਰਦਾਗਾ, ਨਾ ਪ੍ਰਭੂ ਤੇਰੀ ਜਾਨ ਕਿਉਂ ਜਾਏ। ਤਾਂ ਪ੍ਰਭੂ ਨੇ ਕੀ ਕਿਹਾ, ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਦੇਖੋ ਚੇਲੇ ਜਾਣਦੇ ਸੀਗੇ ਕਿ ਪ੍ਰਭੂ ਨੇ ਆਪਣੀ ਜਾਨ ਦੇਣੀ ਹੈ, ਲੇਕਿਨ ਦੇਖੋ ਇਹ ਲੋਕ ਬੇਖਬਰ ਸੀਗੇ, ਕੋਈ ਖਬਰ ਨਹੀਂ, ਕੋਈ ਲਾਪਰਵਾਹੀ ਜੀਵਨ ਦੇ ਵਿੱਚ, ਜੋ ਜੀਵਨ ਦੇ ਵਿੱਚ ਲਾਪਰਵਾਹੀ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਉਹ ਤਾਂ ਨਾਲ ਰਹਿੰਦੇ ਸੀਗੇ,
ਪ੍ਰਭੂ ਯਿਸੂ ਮਸੀਹ ਦੇ ਨਾਲ ਸੀਗੇ, ਲੇਕਿਨ ਪ੍ਰਭੂ ਯਿਸੂ ਮਸੀਹ ਨੂੰ ਸਾਰੀ ਖਬਰ ਸੀਗੀ। ਇਸ ਲਈ ਪ੍ਰਭੂ ਯਿਸੂ ਮਸੀਹ ਦੀ ਜੋ ਪ੍ਰਾਰਥਨਾ ਸੀ ਉਹ ਲਗਾਤਾਰ ਪ੍ਰਾਰਥਨਾ ਚੱਲਦੀ ਰਹੀ, ਲਗਾਤਾਰ ਪ੍ਰਾਰਥਨਾ ਚੱਲਦੀ ਰਹੀ। ਤਾਂ ਪ੍ਰਭੂ ਯਿਸੂ ਮਸੀਹ ਆਏ ਇਸ ਲਈ ਸੀਗੇ ਕਿ ਆਪਣੀ ਜਾਨ ਦੇ ਦੇਣ, ਔਰ ਯਿਸੂ ਮਸੀਹ ਜਾਣਦੇ ਸੀਗੇ ਕਿ ਮੇਰੇ ਨਾਲ ਕੀ ਕੁਝ ਹੋਣ ਵਾਲਾ ਗਾ। ਤਾਂ ਜਿਹੜੇ ਅੱਜ ਦੇ ਵਿਸ਼ਵਾਸੀ ਲੋਕ ਨੇ, ਕਿ ਸਾਨੂੰ ਨਹੀਂ ਪਤਾ ਕਿ ਕਿਹੋ ਜਿਹਾ ਮਾਹੌਲ ਚੱਲ ਰਿਹਾ ਗਾ, ਕੀ ਕੁਝ ਹੋ ਰਿਹਾ ਗਾ, ਔਰ ਕੀ ਕੁਝ ਹੋਣ ਵਾਲਾ ਗਾ, ਕਿੰਨਾ ਕੁਝ ਹੋਣ ਵਾਲਾ ਗਾ। ਵਿਸ਼ਵਾਸੀ ਜਾਣਦੇ ਨੇ ਕਿਉਂਕਿ ਬਾਈਬਲ ਦੇ ਵਿੱਚ ਪੜ੍ਹਿਆ ਗਾ ਲੋਕਾਂ ਨੇ। ਔਰ ਇੱਕ ਵਚਨ ਪੜ੍ਹੋ ਮੇਰੇ ਨਾਲ, ਮੱਤੀ ਉਹਦਾ 24 ਅਧਿਆਇ, ਮੱਤੀ ਉਹਦਾ 24 ਅਧਿਆਇ। ਇੱਥੇ ਪ੍ਰਭੂ ਯਿਸੂ ਮਸੀਹ ਦੇ ਚੇਲੇ ਆਏ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਉਹਦੇ ਚੇਲਿਆਂ ਨੇ ਕਿਹਾ, ਪ੍ਰਭੂ ਜਦੋਂ ਤੁਹਾਡਾ ਦੂਸਰੀ ਵਾਰ ਆਉਣਾ ਗਾ ਔਰ ਜਦੋਂ ਸੰਸਾਰ ਦਾ ਅੰਤ ਹੈ ਉਦੋਂ ਕੀ ਹੋਏਗਾ? ਤਾਂ ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ ਉਹਨਾਂ ਨੂੰ, ਆਪਾਂ ਪੜਾਂਗੇ ਵਚਨ ਦੇ ਵਿੱਚੋਂ 24:6। ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਆਵਾਜ਼ਾਂ ਸੁਣੋਗੇ, ਖਬਰਦਾਰ ਕਿਤੇ ਘਬਰਾ ਨਾ ਜਾਣਾ। ਦੇਖੋ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਆਵਾਜ਼ਾਂ ਸੁਣੋਗੇ, ਖਬਰਦਾਰ ਕਿਤੇ ਡਰ ਨਾ ਜਾਇਓ, ਘਬਰਾ ਨਾ ਜਾਇਓ। ਫਿਰ ਅੱਗੇ, ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ, ਪਰ ਅਜੇ ਅੰਤ ਨਹੀਂ। ਦੇਖੋ ਅਜੇ ਅੰਤ ਨਹੀਂ ਹੈ, ਇਹ ਗੱਲਾਂ ਤਾਂ ਹੋਣੀਆਂ ਨੇ। ਪ੍ਰਭੂ ਯਿਸੂ ਮਸੀਹ ਕਿਹਨਾਂ ਨੂੰ ਦੱਸ ਰਹੇ ਨੇ? ਚੇਲਿਆਂ ਨੂੰ ਦੱਸ ਰਹੇ ਨੇ। ਅੱਜ ਚੇਲੇ ਧਰਤੀ ਉੱਪਰ ਹੈਗੇ? ਜਿਹੜੇ ਚੇਲਿਆਂ ਨੂੰ ਦੱਸੀ ਸੀ ਪ੍ਰਭੂ ਯਿਸੂ ਮਸੀਹ ਦੀ ਖਬਰ, ਉਹ ਤਾਂ ਚਲੇ ਗਏ, ਲੇਕਿਨ ਆਪਾਂ ਤਾਂ ਯਿਸੂ ਮਸੀਹ ਦੇ ਚੇਲੇ ਕੌਣ ਨੇ? ਤੇ ਇਹ ਗੱਲਾਂ ਤਾਂ ਪ੍ਰਭੂ ਯਿਸੂ ਨੇ ਸਾਨੂੰ ਦੱਸੀਆਂ ਹੋਈਆਂ ਨੇ ਕਿ ਅਜੇ ਅੰਤ ਨਹੀਂ ਹੈ, ਇਹ ਚੀਜ਼ਾਂ ਹੋ ਰਹੀਆਂ ਨੇ। ਕਿ ਲੜਾਈਆਂ ਨਹੀਂ ਹੋ ਰਹੀਆਂ? ਕਿੰਨਾ ਕੁਝ ਹੋਇਆ। ਇੱਕ ਤਾਲਿਬਾਨ ਤੇ ਕਿਹੜਾ ਸੀਗਾ? ਅਫਗਾਨਿਸਤਾਨ। ਕਿੰਨਾ ਹੋਇਆ ਉੱਥੇ, ਕਿੰਨਾ ਕੁਝ ਹੋਇਆ। ਮਤਲਬ ਆਪਾਂ ਲੋਕ ਪੰਜਾਬ ਦੇ ਵਿੱਚ ਆ, ਸਾਡੇ ਪੰਜਾਬ ਦੇ ਜੋ ਹਾਲਾਤ ਨੇ, ਜੋ ਇੱਥੇ ਦਾ ਵਾਤਾਵਰਨ ਹੈ, ਉਹ ਕੁਝ ਹੱਦ ਤੱਕ ਸਹੀ ਹੈ, ਲੇਕਿਨ ਬਾਹਰ ਤਾਂ ਬਹੁਤ ਗੜਬੜੀ ਹੈ, ਪਤਾ ਨਹੀਂ ਚੱਲਦਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਤਕਰੀਬਨ ਹਜ਼ਾਰਾਂ ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ ਸੀਗੀ ਕਿ ਮੇਰਾ ਨਾਮ ਲੈ ਕੇ ਬਥੇਰੇ ਲੋਕ ਆਉਣਗੇ, ਹਰ ਲੋਕਾਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਫਿਰ ਪੜੋ ਜੀ 7 ਕੀ ਲਿਖਿਆ? ਕੌਮ ਉੱਤੇ ਪਾਤਸ਼ਾਹੀ ਉੱਤੇ ਚੜਾਈ ਕਰੇਗੀ ਅਤੇ ਥਾਂ ਕਾਲ ਪੈਣਗੇ ਤੇ ਵਿਚਾਰ ਹੋਣਗੇ। ਦੇਖੋ ਭੁਚਾਲ ਵੀ ਆਏ, ਕੌਮਾਂ ਨੇ, ਜਾਤੀਆਂ ਨੇ ਇੱਕ ਦੂਜੇ ਪਰ ਚੜਾਈ ਵੀ ਕੀਤੀ, ਤੇ ਸਾਰੀਆਂ ਗੱਲਾਂ ਬਾਈਬਲ ਦੇ ਵਿੱਚ ਪਹਿਲਾਂ ਤੋਂ ਪ੍ਰਭੂ ਯਿਸੂ ਮਸੀਹ ਨੇ ਲਿਖਿਆ ਹੋਇਆ ਸੀਗਾ। ਫਿਰ ਅੱਗੇ, ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ। ਇਹ ਤਾਂ ਸ਼ੁਰੂਆਤ ਹੈ। ਇਹ ਕੀ ਹੈ? ਸ਼ੁਰੂਆਤ ਹੈ, ਇਹ ਐਂਡ ਨਹੀਂ ਹੈ। ਐਂਡ ਤਾਂ ਹੋਣਾ ਹਲੇ ਬਾਅਦ ਚ। ਚਲੋ ਫਿਰ ਅੱਗੇ, ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਹਾਲੇਲੂਇਆ, ਹਾਲੇਲੂਇਆ। ਕੀ ਲਿਖਿਆਗਾ? ਕਿਹਨੂੰ ਫੜਵਾ ਦੇਣਗੇ? ਉਹ ਕਿਹਨੂੰ ਫੜਵਾ ਦੇਣਗੇ? ਜਿਹੜੇ ਲੋਕ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ, ਉਹਨੂੰ ਫੜਵਾ ਦੇਣਗੇ। ਤੁਹਾਨੂੰ ਨਹੀਂ ਫੜਾਉਣ ਵਾਲੇ, ਤੁਸੀਂ ਤਾਂ ਆਉਂਦੇ ਨਹੀਂ ਗਿਣਤੀ ਚ। ਕਿਉਂ ਨਹੀਂ ਹੋ? ਜਿਹੜਾ ਕੋਈ ਵਿਸ਼ਵਾਸ ਕਰਦਾਗਾ ਉਹਨੂੰ ਕੀ ਹੈ? ਬਿਫਤਾ ਦੇ ਲਈ ਫੜਵਾ ਦੇਣਗੇ। ਤੇ ਕੌਮਾਂ ਕੀ ਕਰਨਗੇ? ਤੁਹਾਡੇ ਨਾਲ ਵੈਰ ਕਰਨਗੀਆਂ। ਫਿਰ ਕੀ ਹੈ? ਅਤੇ ਉਸ ਸਮੇਂ ਬਥੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ। ਹਾਂ, ਬਹੁਤ ਸਾਰੇ ਲੋਕ ਠੋਕਰ ਖਾਣਗੇ। ਕਿੱਥੋਂ? ਇਸੇ ਕਲੀਸਿਆ ਵਿੱਚੋਂ ਠੋਕਰ ਖਾਣਗੇ, ਉਹ ਫਸ ਜਾਣਗੇ। ਤੇ ਫਿਰ ਕੀ ਹੈ? ਇਸੇ ਕਲੀਸਿਆ ਵਿੱਚ ਉੱਠਣਗੇ, ਉਹ ਇੱਕ ਦੂਜੇ ਨੂੰ ਫੜਾਉਣ ਲੱਗ ਜਾਣਗੇ। ਉਹ ਵੀ ਮਸੀਹ ਨੂੰ ਮੰਨਦਾ ਹੈਗਾ। ਅੱਜ ਤੁਹਾਨੂੰ ਦੱਸਾਂ ਮੈਂ, ਇਹ ਬਾਹਰਲੇ ਲੋਕਾਂ ਦੀ ਗੱਲ ਨਹੀਂ ਹੋ ਰਹੀ, ਇਹ ਤਾਂ ਮਸੀਹੀ ਲੋਕਾਂ ਦੀ ਗੱਲ ਹੋ ਰਹੀ ਹੈ, ਵਿਸ਼ਵਾਸੀ ਲੋਕਾਂ ਦੀ ਗੱਲ ਹੋ ਰਹੀ ਹੈ। ਕਿ ਤੁਹਾਡੇ ਨਾਲ ਉਹ ਵੈਰ ਰੱਖਣਗੇ। ਫਿਰ ਅੱਗੇ 12 ਪੜੋ। ਅਤੇ ਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਕੀ ਹੋ ਜਾਏਗੀ? ਹਾਲੇਲੂਇਆ। ਕੀ ਹੋ ਜਾਏਗੀ? ਪਾਪ ਦੇ ਵਧਣ ਦੇ ਕਰਕੇ ਲੱਗਦਾ ਹੋਗੀ। ਬੋਲੋ ਨਾ ਫਿਰ, ਜੇ ਤੁਹਾਡੀ ਨਹੀਂ ਹੋਈ ਤਾਂ। ਜਿਹਦੀ ਨਹੀਂ ਹੋਈ ਬੋਲੋ। ਹਾਂ, ਜਿਹਦੀ ਹੋਈ ਉਹ ਚੁੱਪ ਰਹੇ, ਬੋਲ ਦੋ ਨਾ, ਕੋਈ ਬਾਤ ਨਹੀਂ। ਕੋਈ ਧਰਮ ਦੇ ਵਧਣ ਦੇ ਕਰਕੇ, ਪਾਪ ਦੇ ਵਧਣ ਦੇ ਕਰਕੇ ਕੀ ਹੋ ਜਾਏਗੀ? ਕਿਹਦੀ ਹੋ ਜਾਏਗੀ? ਕਿਹਦੀ ਹੋ ਜਾਏਗੀ? ਕਿਹਦੀ ਹੋ ਜਾਏਗੀ ਪ੍ਰੀਤ ਠੰਡੀ? ਬਾਈਬਲ ਪੜ੍ਹਦੇ ਕੀ, ਸੁਣਦੇ ਕੀ ਹੋ? ਕੀ ਲਿਖਿਆ ਬਾਈਬਲ ਦੇ? ਦੁਆਰਾ ਫਿਰ ਪੜੋ। ਅਤੇ ਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। ਕਿਹਦੀ ਠੰਡੀ ਹੋ ਜਾਏਗੀ ਪ੍ਰੀਤ? ਸਾਰਿਆਂ ਦੀ ਨਹੀਂ। ਇਹਦਾ ਮਤਲਬ ਕੁਝ ਲੋਕ ਹੋਣਗੇ ਵਿੱਚ, ਉਹ ਬੈਠੇ ਹੋਣਗੇ ਇੱਥੇ ਵੀ। ਅਗਰ ਮੈਂ ਕਿਸੇ ਨੂੰ ਪੁੱਛਾਂ ਆਪਣਾ ਹੱਥ ਦਿਖਾਓ ਜਿਹਦੀ ਪ੍ਰੀਤ ਠੰਡੀ ਪੈ ਚੁੱਕੀ ਹੈ, ਪਤਾ ਉਸਨੂੰ ਹੈਗਾ
कि मेरी प्रीत ठंडी पै चुकी है, लेकिन शर्म लगती है ना, लगती है शर्म। कि मैं हाथ चक्का में सारे मेरे वाल देखणगे, मैं अखा बंद कराता फिर हाथ खड़े करो, फिर हिम्मत आ जाएगा ना, फिर हिम्मत आ जाओ। अगर प्रीत ठंडी पै चुकी ना, समा है, गर्म हो जाओ, ठंडे ना पाओ। प्रीत किहदे नाल ठंडी पै जाऊगी? परमेश्वर दे नाल, परमेश्वर के वचन के नाल, परमेश्वर की संगति नाल इंसान की प्रीत ठंडी पै जाएगी। फिर पढ़ोगे 13, पर जिहड़ा अंत तोड़ी सहेगा कोई बचाया जावेगा। हालेलुया, हालेलुया। जिहड़ा अंत तोड़ी सहेगा वो की है? वो बचाया जाएगा। हुण मैं गल दसां कि इहदी खबर है या नहीं है, लोगों नूं वचन पढ़ते हैं या नहीं पढ़ते? फिर बेखबर कितने लोग ने जिहड़े इस गल तो बेखबर ने? वो अपना हाथ दिखाओ। हुण बेखबर होने का मतलब कि ये समझ लिए तैयार नहीं हो रहे लोग। कितने लोग ने जो ये प्रार्थना करते हैं कि परमेश्वर जब ऐसा समा आ जाए, लोग मेरे नाल वैर रखन, लोग मैनू मारन, लोग मैनू ताने मारन, लोग मेरे खिलाफ बोलन, मेरे ऊपर झूठ मूठ गल लगे, तो परमेश्वर मैं खड़ा रहा ਉਹਦੇ ਵਿੱਚ। है कोई ऐसी प्रार्थना करता हो? परमेश्वर तुहानू बहुत आशीष देन। ते बाकी लोग वो तो बेखबर ने, बेखबर लोग बैठे लिखते जद के सारा कुछ जानते हैं। और मत्ती 5 ਦੇ स्पष्ट लिखा गा, 11-12 ਦੇ स्पष्ट लिखा गा कि लोग की तुहाडे नाल वैर रखणगे, तुहानू बोलियां मारनगे, झूठी मूठी तुहाडे उपर गल्लां लगणगीਆਂ, ਤਾਂ ਤੁਸੀਂ ਕੀ ਕਰਨਾਗਾ? तद आनंद करनागा। की करनागा? आनंद कित्थों आऊगा? हालेलुया। आनंद कित्थों आऊगा? जे अंदर होगा, जे अंदर होगा फिर की है? फिर ही आनंद अंदरों बाहर आऊगा। जे अंदर डांग रखी हुई, जे अंदर वैर रखे होया, मैं नहीं बुलाना, अज तो बाद मेरे घरे नहीं आना, अज तो बाद मैं उन्हें माफ नहीं करना, ये कित्थों आऊगा? ये तो अंदरों आऊगा। कदों आऊगा? जो अंदर ये होगा जो आनंद होया। चेलियां दे नाल होया इदां ही, चेलियां नूं कोड़े मारे गए तो चेले खुश हो गए। की कहा कि असीं प्रभु का धन्नवाद करते हैं कि अज प्रभु के नाम करके असीं की होए? बेपत कीते गए, साडी बेइज्जती हुई। किहड़ा इंसान बेइज्जती कराए खुश है कोई? लेकिन देखो प्रभु यीशु की बेइज्जती हुई, ਉਹਦੇ ਲਈ इदां नहीं सीगा। प्रभु यीशु मसीह लगातार प्रार्थना करते रहे। कितना चिर? लगातार कितना चिर? सारी रात। फिर भी कितना चिर? मरण तक। फिर भी कितने साल, कितने महीने, कितने दिन, कितने हफ्ते? इतने तो इंसान महीना कर लेना 2.5 घंटे। मेरे वर्गा कोई है ही नहीं, मैं ही हाँ, मैं हूँ, है ना? क्यों? मैं प्रार्थना करी है, मैं 2.5 घंटे कटे ने। अगर किसी इंसान को कोई काम हो फिर इंसान भुल जाता है कि 2.5 घंटे देने ने परमेश्वर ने। जब प्रभु यीशु मसीह दिने पूरा काम करते सी परमेश्वर का, सवेरे जल्दी चले जाते थे लोगों में प्रचार करने के लिए, रात को बैठ जाते थे प्रार्थना दे विच। क्यों? कष्ट ही ऐसा सीगा। ते प्रभु ने यही गल कही है कि जे हरे रुख नाल होयागा ते सुक्के नाल पक्का होने वाला गा। जो सुक्के नाल होने वाला गा ते फिर सुक्के नूं की चाहिदा गा? वो की करे? वो मजबूत करे। लेकिन कारण की है कि इंसान है वो तो बेखबर है, उसनूं पता ही नहीं, उसनूं पता ही नहीं कि मैं की कर रहा घर, मैनूं की करना चाहिए गा। जबकि प्रभु यीशु मसीह ने तो सारी गल अपने लोगों को बचाने के लिए ये गल दसती। एक वचन पढ़ो मेरे नाल, मरकुस ਉਹਦਾ 13 ਦੇ ਆਏ। मरकुस ਉਹਦਾ 13 ਦੇ ਆਏ। ਉਹਦਾ 9 वचन पढ़ो। पर ਤੁਸੀਂ ਚੌਕਸ ਰਹੋ, ਕਿਉਂ ਜੋ ਮੈਂ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਤੁਸੀਂ ਧਿਆਨ ਨਾਲ ਪੜੋ। ਪਰ ਤੁਸੀਂ ਚੌਕਸ ਰਹੋ, ਕਿਉਂ ਜੋ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ, ਪਰ ਤੁਸੀਂ ਸਮਾਜਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ, ਤਾਂ ਜੋ ਉਹਨਾਂ ਉੱਤੇ ਸਾਖੀ ਹੋਵੇ। ਅਤੇ ਜ਼ਰੂਰ ਹੈ जो पहला सारिया कौमां दे अगे खुशखबरी दा प्रचार कीता जाए। देखो की रहो, चौकस रहो, मतलब बेखबर ना रहो गल्लां दे लई, गल्लां दे लई चौकस रहो, क्योंकि तुहानूं लोग समाजां विच खड़ा करनगे, तुहाडे उपर झूठियां मूठियां गल्लां लगाईਆਂ ਜਾਣਗੀਆਂ, तुहाडे नाल लोग वैर रखणगे,
ਤੁਹਾਨੂੰ ਲੋਕ ਪਰੇਸ਼ਾਨ ਕਰਨਗੇ। ਤੁਹਾਡਾ ਹੋ ਸਕਦਾ ਪਾਣੀ ਬੰਦ ਕਰ ਦੇਣ, ਤੁਹਾਡੀ ਲਾਈਟ ਬੰਦ ਕਰ ਦੇਣ, ਹੋ ਸਕਦਾ ਤੁਹਾਡਾ ਸਫ਼ਰ ਬੰਦ ਕਰ ਦੇਣ, ਹੋ ਸਕਦਾ ਹੈ ਤੁਹਾਨੂੰ ਬਰਾਦਰੀ ਵਿੱਚੋਂ, ਸਮਾਜ ਵਿੱਚੋਂ ਬਾਹਰ ਕੱਢ ਦੇਣ। ਕਿਹਦੇ ਕਰਕੇ? ਪ੍ਰਭੂ ਯਿਸੂ ਮਸੀਹ ਦੇ ਕਰਕੇ। ਲੇਕਿਨ ਉਹਦੇ ਲਈ ਕੀ ਰਹਿਣਾਗਾ? ਚੌਕਸ ਰਹਿਣਾਗਾ, ਬੇਖਬਰ ਨਹੀਂ ਰਹਿਣਾ। ਤੇ ਜਿਹੜਾ ਇਨਸਾਨ ਚੌਕਸ ਹੁੰਦਾਗਾ, ਜਿਹੜਾ ਸਾਵਧਾਨ ਹੁੰਦਾਗਾ, ਉਹ ਕੀ ਹੈ? ਉਹਦੇ ਲਈ ਉਹ ਸਮਾਂ ਸੈੱਟ ਕਰ ਲੈਂਦਾਗਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਚੌਕਸ ਸੀਗੇ ਪੂਰੀ ਤਰ੍ਹਾਂ ਵੀ ਮੈਂ ਤਾਂ ਜਾਣਦੇ ਨਹੀਂ ਹੈ, ਮੇਰੀ ਜਿਹੜੀ ਲੜਾਈ ਹੈ ਉਹ ਲਹੂ ਮਾਸ ਨਾਲ ਨਹੀਂ ਹੈ, ਉਹ ਤਾਂ ਸ਼ਤਰੂ ਸ਼ੈਤਾਨ ਦੇ ਨਾਲ ਹੈ। ਇਸ ਲਈ ਪ੍ਰਭੂ ਯਿਸੂ ਮਸੀਹ ਲਗਾਤਾਰ ਪ੍ਰਾਰਥਨਾ ਕਰਦੇ ਰਹੇ, ਲਗਾਤਾਰ ਪ੍ਰਾਰਥਨਾ ਕਰਦੇ ਰਹੇ, ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਅੱਜ ਪ੍ਰਾਰਥਨਾ ਕਰਦੇ ਆ, 15 ਮਿੰਟ ਲੱਗ ਗਏ ਤਾਂ ਬਸ ਬੱਲੇ ਬੱਲੇ। ਜੇ 30-35 ਮਿੰਟ ਲੱਗ ਜਾਣਾ ਤਾਂ ਇਨਸਾਨ ਤਾਂ ਬਸ ਫਿਰ ਕਹਿੰਦਾ ਮੇਰੇ ਵਰਗਾ ਤਾਂ ਹੈ ਹੀ ਨਹੀਂ, ਮੈਂ ਤਾਂ ਅੱਜ ਬਹੁਤ ਪ੍ਰਾਰਥਨਾ ਕਰ ਲਈ। ਜਦ ਕਿ ਸਹੀ ਦੇ ਵਿੱਚ ਜੋ ਪ੍ਰਾਰਥਨਾ ਗਈ ਉਹ ਇਨਸਾਨ ਨੂੰ ਸਾਮਰਥ ਦਿੰਦੀ ਹੈ। ਪ੍ਰਾਰਥਨਾ ਕੀ ਹੈ? ਉਹ ਇਨਸਾਨ ਦੀ ਸਹਾਇਤਾ ਕਰਦੀ ਹੈ। ਔਰ ਪ੍ਰਭੂ ਯਿਸੂ ਮਸੀਹ ਇਹੀ ਕੰਮ ਕਰਦੇ ਰਹੇ। ਨਾਲ ਹੀ ਕੰਮ ਉਹਨਾਂ ਨੇ ਪਿਤਾ ਪਰਮੇਸ਼ਰ ਦਾ ਵੀ ਕੀਤਾ, ਉਹਨਾਂ ਦੀ ਮਰਜ਼ੀ ਨੂੰ ਵੀ ਪੂਰਾ ਕੀਤਾ। ਲੇਕਿਨ ਕੀ ਹੈ? ਚੌਕਸ ਰਹਿਣਾਗਾ, ਬੇਖਬਰ ਨਹੀਂ ਰਹਿਣਾ। ਲੇਕਿਨ ਅੱਜ ਜ਼ਿਆਦਾਤਰ ਕੀ ਹੈ? ਇਨਸਾਨ ਉਹ ਤਾਂ ਬੇਖਬਰ ਬਣ ਚੁੱਕੇ ਨੇ। ਇੱਕ ਵਚਨ ਪੜ੍ਹੋ ਮੇਰੇ ਨਾਲ, ਮੱਤੀ ਉਹਦਾ 24 ਦੇ ਉਹਦਾ 21 ਵਚਨ। ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ। ਹਾਲੇਲੂਇਆ। ਦੇਖੋ ਬਾਈਬਲ ਦੇ ਵਿੱਚ ਸਾਫ਼ ਲਿਖਿਆਗਾ ਕਿ ਕਸ਼ਟ ਹੋਵੇਗਾ, ਅਜਿਹਾ ਕਸ਼ਟ ਹੋਵੇਗਾ, ਅਜਿਹਾ ਵੱਡਾ ਕਸ਼ਟ ਹੋਵੇਗਾ ਕਿ ਜਿਹੜਾ ਜਦ ਦਾ ਸੰਸਾਰ ਬਣਿਆਗਾ, ਜਦ ਦੀ ਦੁਨੀਆ ਬਣੀ ਹੈ, ਤਦ ਤੋਂ ਲੈ ਕੇ ਦੁਨੀਆ ਦੇ ਅੰਤ ਤੱਕ ਕਦੇ ਕਸ਼ਟ ਹੋਇਆ ਹੀ ਨਹੀਂ। ਐਡਾ ਵੱਡਾ ਕਸ਼ਟ, ਐਡਾ ਵੱਡਾ ਦੁੱਖ ਆਉਣ ਵਾਲਾਗਾ। ਹਾਲੇਲੂਇਆ। ਐਡਾ ਵੱਡਾ ਕਸ਼ਟ, ਐਡਾ ਵੱਡਾ ਦੁੱਖ ਆਉਣ ਵਾਲਾਗਾ। ਦੇਖੋ ਆਪਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਸੰਸਾਰ ਵਿੱਚ ਕਿੰਨੀ ਲੜਾਈਆਂ ਲੜੀਆਂ, ਕਿੰਨੀ ਲੜਾਈਆਂ ਲੱਗ ਚੁੱਕੀਆਂ ਸੀਗੀਆਂ। ਕਈ ਵਾਰ ਹਿੰਦੂ ਮੁਸਲਮਾਨਾਂ ਦੇ ਦੰਗੇ ਹੋਏ, ਕਈ ਵਾਰ ਜਾਤੀਆਂ ਦੇ ਉੱਪਰ ਦੰਗੇ ਹੋਏ, ਕਿੰਨਾ ਕੁਛ ਹੋਇਆਗਾ, ਕਿੰਨੇ ਲੋਕ ਮਾਰੇ ਗਏ, ਕਿੰਨਾ ਕੁਛ ਹੋਇਆਗਾ। ਲੇਕਿਨ ਬਾਈਬਲ ਦੇ ਵਿੱਚ ਲਿਖਿਆ ਕਿ ਇੱਕ ਕਸ਼ਟ ਐਸਾ ਹੋਣਾਗਾ, ਐਡਾ ਵੱਡਾ ਕਸ਼ਟ ਹੋਣਾਗਾ ਕਿ ਸੰਸਾਰ ਦੇ ਮੁੱਢ ਤੋਂ ਲੈ ਕੇ ਉਹਦੇ ਅਖੀਰ ਤੱਕ ਕਦੇ ਕਸ਼ਟ ਹੋਇਆ ਹੀ ਨਹੀਂ। ਹੁਣ ਦੇਖੋ ਐਸੇ ਕਸ਼ਟ ਵਿੱਚ ਅਗਰ ਜਾਣਾ ਪੈ ਗਿਆ ਤਾਂ ਕੀ ਕਰੋਗੇ? ਤੁਹਾਡੇ ਸਾਹਮਣੇ ਤੁਹਾਡੇ ਬੱਚੇ ਮਾਰ ਦਿੱਤੇ ਗਏ, ਤੁਹਾਡੇ ਸਾਹਮਣੇ ਤੁਹਾਡੀ ਪਤਨੀ ਨੂੰ ਬੇਇੱਜ਼ਤ ਕੀਤਾ ਗਿਆ, ਤੁਹਾਡੇ ਸਾਹਮਣੇ ਤੁਹਾਡੇ ਮਾਂ-ਬਾਪ ਨੂੰ ਬੇਇੱਜ਼ਤ ਕੀਤਾ ਗਿਆ, ਤੁਹਾਡੇ ਸਾਹਮਣੇ ਤੁਹਾਡੇ ਪਰਿਵਾਰ ਦੇ ਲੋਕ ਉਹ ਮਾਰ ਦਿੱਤੇ ਗਏ, ਤਾਂ ਉਸ ਟਾਈਮ ਕੀ ਕਰੋਗੇ? ਅਗਰ ਤੁਸੀਂ ਤਲਵਾਰ ਚੱਕੋਗੇ ਤਾਂ ਤਲਵਾਰ ਚਲਾਉਣ ਵਾਲੇ ਤਾਂ ਸਵਰਗ ਵਿੱਚ ਜਾ ਨਹੀਂ ਸਕਦੇ। ਅਗਰ ਤੁਸੀਂ ਲੜਾਈ ਕਰੋਗੇ ਤਾਂ ਲੜਾਈ ਕਰਨ ਵਾਲੇ ਸਵਰਗ ਵਿੱਚ ਜਾ ਨਹੀਂ ਸਕਦੇ। ਤਾਂ ਫਿਰ ਇਨਸਾਨ ਕਰੇ ਤਾਂ ਕਰੇ ਕੀ? ਤਾਂ ਪ੍ਰਭੂ ਯਿਸੂ ਮਸੀਹ ਦਾ ਹੀ ਕੰਮ ਕਰਦੇ ਸੀਗੇ, ਧਰਤੀ ਉੱਪਰ ਰਹਿ ਕੇ ਉਹਦਾ ਪ੍ਰਾਰਥਨਾ ਕਰਦੇ ਰਹੇ। ਕਿ ਅਸੀਂ ਬੇਖਬਰ ਹਾਂ? ਸਾਨੂੰ ਨਹੀਂ ਪਤਾ ਚੱਲਦਾ ਜਦੋਂ ਬਾਈਬਲ ਪੜ੍ਹਦੇ ਹਾਂ ਅਸੀਂ, ਪਤਾ ਚੱਲਦਾਗਾ ਬਾਈਬਲ ਪੜ੍ਹਨ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਕਿੱਡਾ ਵੱਡਾ ਕਸ਼ਟ ਹੋਣ ਵਾਲਾਗਾ। ਅਗਰ ਦੇਖੋ ਸਰਕਾਰ ਨੇ ਐਲਾਨ ਕਰਤਾ ਕਿ ਜੋ ਕਰੋਨਾ ਵਾਇਰਸ ਦੀ ਵੈਕਸੀਨ ਬਣੀ ਹੋਈ ਹੈ, ਇੰਜੈਕਸ਼ਨ ਬਣਿਆਗਾ ਜਿਹੜਾ ਜਿਹਨੂੰ ਟੀਕਾ ਕਹਿੰਦੇ ਨੇ, ਉਹ ਹਰ ਇਨਸਾਨ ਨੇ ਲੈਣਾ ਹੀ ਲੈਣਾਗਾ। ਅਗਰ ਤੁਸੀਂ ਨਹੀਂ ਲੈਂਦੇ ਤੇ ਤੁਹਾਡੇ ਬੱਚੇ ਸਕੂਲ ਵਿੱਚ ਨਹੀਂ ਜਾਣਗੇ। ਅਗਰ ਤੁਹਾਨੂੰ ਕਹਿ ਦੇਣ ਕਿ ਉਹ ਟੀਕਾ ਤੁਸੀਂ ਨਹੀਂ ਲੈਂਦੇ ਤਾਂ ਤੁਸੀਂ ਸਫ਼ਰ ਨਹੀਂ ਕਰ ਸਕਦੇ। ਇੱਥੋਂ ਤੱਕ ਅਗਰ ਤੁਸੀਂ ਉਹ ਇੰਜੈਕਸ਼ਨ ਨਹੀਂ ਲੈਂਦੇ ਤਾਂ ਤੁਸੀਂ ਕਾਰੋਬਾਰ ਨਹੀਂ ਕਰ ਸਕਦੇ, ਨੌਕਰੀ ਨਹੀਂ ਕਰ ਸਕਦੇ। ਤਾਂ ਫਿਰ ਇਨਸਾਨ ਕਰੇ ਤਾਂ ਕਰੇ ਕੀ? ਕਰੇ ਤਾਂ ਕਰੇ ਕੀ ਫਿਰ? ਜਦ ਕਿ ਇਹ ਗੱਲਾਂ ਹੋ ਚੁੱਕੀਆਂ ਨੇ ਬੜੀ ਬੜੀ ਇੰਡਸਟਰੀਆਂ ਦੇ ਵਿੱਚ, ਬੜੀ ਬੜੀ ਫੈਕਟਰੀਆਂ ਦੇ ਵਿੱਚ ਵਰਕਰ ਲੋਕਾਂ ਨੂੰ ਕਹਿ ਦਿੱਤਾ ਗਿਆਗਾ ਕਿ ਤੁਸੀਂ ਇੰਜੈਕਸ਼ਨ ਲਓ। ਤਾਲੁਕਾਤ ਕੀ ਹੈ ਇੰਜੈਕਸ਼ਨ ਦੇ ਨਾਲ? ਕਿੰਨੀਆਂ ਸਾਰੀਆਂ ਬਿਮਾਰੀਆਂ ਆਈਆਂ, ਕਿੰਨੀਆਂ ਮਰੀਆਂ ਆਈਆਂ, ਕਦੇ ਅੱਜ ਤੱਕ ਇਹ ਕੰਮ ਹੋਇਆ ਹੀ ਨਹੀਂ। ਹੁਣੇ ਕਿਉਂ ਹੋ ਰਿਹਾ ਕੰਮ? ਕਿਉਂਕਿ ਉਹ ਸਮਾਂ ਸ਼ੁਰੂ ਹੋ ਚੁੱਕਿਆ ਹੈਗਾ, ਉਹ ਸਮਾਂ ਚੱਲ ਰਿਹਾ ਹੈਗਾ, ਲੈਣ ਦੇਣ ਬੰਦ ਹੋ ਰਿਹਾ ਹੈਗਾ। ਕੰਮ ਕਰੋਗੇ ਉਹਦੇ ਲਈ ਤੁਹਾਨੂੰ ਇਹ ਵੈਕਸੀਨ ਲੈਣੀ ਪਏਗੀ, ਉਹਦੇ ਲਈ ਤੁਹਾਨੂੰ ਇਹ ਕੰਮ ਕਰਨਾ ਪਏਗਾ। ਤਾਂ ਕਿੰਨੀ ਬੜੀ ਗੜਬੜੀ ਹੈ। ਕਿਹੜੇ ਹਾਲਾਤ ਵਿੱਚ ਦੁਨੀਆ ਜਾ ਰਹੀ ਹੈ, ਕਿੱਥੇ ਦੁਨੀਆ ਜਾ ਰਹੀ ਹੈ, ਪਤਾ ਨਹੀਂ ਚੱਲਦਾ, ਬੇਖਬਰ ਹੋ। ਪ੍ਰਭੂ ਯਿਸੂ ਮਸੀਹ ਨੇ ਇਹ ਸਾਰੀਆਂ ਗੱਲਾਂ ਬਹੁਤ ਪਹਿਲਾਂ, ਤਕਰੀਬਨ 2000 ਸਾਲ ਪਹਿਲਾਂ ਆਪਣੇ ਚੇਲਿਆਂ ਨੂੰ ਦੱਸੀਆਂ ਨੇ ਗੱਲਾਂ। ਕਾਹਦੇ ਲਈ ਦੱਸਿਆ ਸੀਗੀਆਂ? ਕਿਉਂਕਿ ਇਨਸਾਨ ਹੈ ਉਹ ਚੌਕਸ ਹੋ ਜਾਏ, ਉਹ ਬੇਖਬਰ ਨਾ ਰਹੇ। ਨਾ ਜਾਣੇ ਕਿੰਨੀ ਵਾਰ ਵਚਨ ਪੜ੍ਹ ਚੁੱਕੇ ਹਾਂ, ਕਿੰਨੀ ਵਾਰ ਵਚਨਾਂ ਨੂੰ ਸੁਣ ਚੁੱਕੇ ਹਾਂ, ਲੇਕਿਨ ਜਿਹੜੀ ਤਿਆਰੀ ਹੈ ਉਹ ਤਿਆਰੀ ਦਿਖਾਈ ਨਹੀਂ ਦਿੰਦੀ। ਅੱਜ ਵੀ ਸੰਗਤੀ ਵਿੱਚ ਬੈਠੇ ਨੀਂਦਾਂ ਕੱਢੀ ਜਾਂਦੇ ਹਨ,
ਅੱਜ ਵੀ ਇਨਸਾਨ ਕੀ ਹੈ, ਸੰਗਤੀ ਵਿੱਚ ਬੈਠਾ ਥੱਕ ਜਾਂਦਾਗਾ, ਵਚਨ ਲੰਮਾ ਚਲਾ ਗਿਆ, ਸੰਗਤੀ ਲੰਬੀ ਚਲੀ ਗਈ। ਉਹ ਸਮਾਂ ਦੇਖੋ ਕਿਹੜਾ ਸਮਾਂ ਆਉਣ ਵਾਲਾ ਗਾ, ਉਦੋਂ ਕੀ ਕਰੋਗੇ? ਜੋ ਤੁਹਾਡੀ ਹੁਣੇ ਹੀ ਤਿਆਰੀ ਨਹੀਂ ਹੈ, ਹੁਣੇ ਤੁਹਾਡੀ ਪ੍ਰੈਕਟਿਸ ਨਹੀਂ ਹੈ, ਤਾਂ ਫਿਰ ਕੀ ਕਰੋਗੇ ਉੱਥੇ ਜਾ ਕੇ? ਜਦ ਕਿ ਪਰਮੇਸ਼ਵਰ ਦਾ ਵਚਨ ਦੱਸਦਾਗਾ ਕਿ ਇੱਕ ਵਾਰ ਫਿਰ ਪੜੋ 24:21। ਕਿਉਂ ਜੋ ਉਸ ਸਮੇਂ ਇਹ ਵੱਡਾ ਕੱਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ। ਦੇਖੋ ਜਗਤ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਕਦੇ ਹੋਇਆ ਨਹੀਂ, ਕਿੰਨਾ ਕਦੇ ਹੋਵੇਗਾ। ਦੇਖੋ ਐਡਾ ਵੱਡਾ ਕਸ਼ਟ ਹੋਣ ਵਾਲਾ ਗਾ, ਕੀ ਪਤਾ ਨਹੀਂ ਚੱਲਦਾ ਬਾਈਬਲ ਦੇ ਵਿੱਚ? ਕੀ ਪੜਿਆ ਨਹੀਂ ਕਦੇ ਜਾਂ ਕਦੇ ਸੁਣਿਆ ਨਹੀਂ? ਇਹ ਕਸ਼ਟ ਹੋਣ ਵਾਲਾ ਗਾ। ਔਰ ਪ੍ਰਭੂ ਯਿਸੂ ਦੇ ਚੇਲੇ ਦੇਖੋ, ਉਹਨਾਂ ਦੇ ਉੱਪਰ ਸਾਰੀਆਂ ਗੱਲਾਂ ਆਈਆਂ ਨੇ। ਪ੍ਰਭੂ ਯਿਸੂ ਦੇ ਚੇਲੇ ਵੀ ਸਤਾਏ ਗਏ, ਪ੍ਰਭੂ ਯਿਸੂ ਦੇ ਚੇਲੇ ਵੀ ਉਹ ਪਰੇਸ਼ਾਨ ਕੀਤੇ ਗਏ, ਉਹਨਾਂ ਦੇ ਉੱਪਰ ਵੀ ਇਲਜ਼ਾਮ ਲੱਗੇ, ਲੇਕਿਨ ਦੇਖੋ ਪੂਰੇ ਆਨੰਦ ਦੇ ਨਾਲ ਪ੍ਰਭੂ ਦੀ ਉਪਾਸਨਾ ਕਰ ਰਹੇ ਸੀਗੇ, ਪੂਰੇ ਆਰਾਧਨਾ ਪਰਮੇਸ਼ਰ ਦੀ ਸੱਚਾਈ ਨਾਲ ਆਰਾਧਨਾ ਕਰਦੇ ਸੀਗੇ, ਆਤਮਾ ਨਾਲ ਆਰਾਧਨਾ ਕਰਦੇ ਸੀਗੇ। ਕਿਉਂ? ਕਿਉਂਕਿ ਸਿੱਖੇ ਹੋਏ ਲੋਕ ਸੀਗੇ ਉਹ। ਉਹਨਾਂ ਨੇ ਆਪਣੀ ਪ੍ਰਾਰਥਨਾ ਵਧਾ ਲਈ, ਉਹਨਾਂ ਨੇ ਪਰਮੇਸ਼ਰ ਦੇ ਨਾਲ ਰਿਸ਼ਤਾ ਵਧਾ ਲਿਆ ਆਪਣਾ। ਕਿਉਂ? ਕਿਉਂਕਿ ਜਾਣ ਚੁੱਕੇ ਸੀਗੇ, ਜਾਣ ਚੁੱਕੇ ਸੀ ਉਹ ਲੋਕ। ਔਰ ਅਸੀਂ ਬੇਖਬਰ ਨਹੀਂ ਰਹਿਣਾ, ਲੇਕਿਨ ਜਾਣਦੇ ਤਾਂ ਲੋਕ ਅੱਜ ਵੀ ਨੇ। ਲੇਕਿਨ ਅੱਜ ਕੀ ਹੈ? ਅੱਜ ਇਨਸਾਨ ਬੇਖਬਰ ਬਣ ਚੁੱਕਿਆ ਹੈਗਾ। ਹਾਲੇਲੂਇਆ। ਇੱਕ ਵਚਨ ਪੜੋ ਮੇਰੇ ਨਾਲ, ਉਪਦੇਸ਼ਕ ਉਹਦਾ ਦੱਸਦਾ ਹੈ, ਉਹਦਾ 11 ਵਚਨ। ਉਪਦੇਸ਼ਕ ਉਹਦਾ ਦੱਸ ਰਿਹਾ ਹੈ, ਉਹਦਾ 11 ਵਚਨ। ਉੱਚੀ ਆਵਾਜ਼ ਵਿੱਚ ਪੜੋ ਕੋਈ। ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ ਤਾਂ ਮੰਤਰੀ ਨੂੰ ਕੁਝ ਲਾਭ ਨਾ ਹੋਵੇਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਥੋੜਾ ਉੱਚੀ ਆਵਾਜ਼ ਪੜੋ ਜੀ, ਕੋਈ ਹੋਰ। ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ ਤਾਂ ਮੰਤਰੀ ਨੂੰ ਕੁਝ ਲਾਭ ਨਾ ਹੋਵੇਗਾ। ਹਾਲੇਲੂਇਆ। ਦੇਖੋ ਬਾਈਬਲ ਦੇ ਵਿੱਚ ਲਿਖਿਆ ਹੈਗਾ, ਇੱਕ ਸੱਪ ਹੈ। ਸੱਪ ਅਗਰ ਕਿਸ ਨੂੰ ਕੱਟਣ ਵਾਲਾ ਗਾ ਜਾਂ ਕਿਸ ਨੂੰ ਡੰਗ ਮਾਰਨ ਵਾਲਾ ਗਾ, ਔਰ ਜਿਹਨੂੰ ਡੰਗ ਮਾਰਨ ਵਾਲਾ ਗਾ ਉਸ ਨੂੰ ਸਾਰਾ ਹੀ ਤਰੀਕਾ ਪਤਾ ਗਾ ਕਿ ਸੱਪ ਨੂੰ ਕਿਵੇਂ ਵਸ ਵਿੱਚ ਕਰਨਾ ਗਾ, ਕਿਵੇਂ ਕਾਬੂ ਕਰਨਾ ਗਾ, ਮਤਲਬ ਕਿਵੇਂ ਉਸ ਤੋਂ ਬਚਿਆ ਜਾਣਾ ਗਾ, ਉਹ ਸਾਰਾ ਹੀ ਜਾਣਦਾ ਗਾ। ਔਰ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ, ਮਤਲਬ ਉਸ ਦੇ ਉੱਪਰ ਵਸ ਕਰਿਆ ਜਾਏ, ਉਸ ਤੋਂ ਪਹਿਲਾਂ ਲੜ ਜਾਏ। ਇਨਸਾਨ ਜਾਣਦਾ ਸਾਰਾ ਕੁਝ, ਉਸ ਤੋਂ ਪਹਿਲਾਂ ਉਹ ਲੜ ਜਾਏ ਤੇ ਫਿਰ ਉਹਦਾ ਗਿਆਨ ਕਿਹੜੇ ਕੰਮ ਦਾ? ਸਮਝੇ ਨਹੀਂ ਸਮਝੇ? ਇੱਕ ਵਾਰ ਫਿਰ ਪੜੋ ਜੀ ਨੂੰ। ਜੇ ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜੇ, ਹਾਂ, ਸੱਪ ਮੰਤਰੇ ਜਾਣ ਤੋਂ ਪਹਿਲਾਂ ਲੜ ਜਾਏ, ਮਤਲਬ ਇਨਸਾਨ ਉਸ ਨੂੰ ਵਸ ਵਿੱਚ ਕਰ ਸਕਦਾਗਾ, ਇਨਸਾਨ ਉਸ ਦੇ ਉੱਪਰ ਕਾਬੂ ਪਾ ਸਕਦਾਗਾ, ਲੇਕਿਨ ਕਾਬੂ ਉਸਨੇ ਪਾਇਆ ਨਹੀਂ। ਉਸ ਤੋਂ ਪਹਿਲਾਂ ਉਹਨੂੰ ਡੰਗ ਮਾਰਿਆ। ਜਾਣਦਾ ਸਭ ਕੁਝ ਸੀਗਾ, ਉਹ ਜਾਣਦਾ ਸਭ ਕੁਝ ਸੀਗਾ, ਮੈਂ ਇਹਨੂੰ ਕਾਬੂ ਕਰ ਸਕਦਾਗਾ, ਜਾਣਦਾ ਸਭ ਕੁਝ ਸੀਗਾ ਕਿ ਮੈਂ ਇਹਨੂੰ ਆਪਣੇ ਵਸ ਵਿੱਚ ਕਰ ਸਕਦਾਗਾ, ਲੇਕਿਨ ਸੱਪ ਨੇ ਪਹਿਲਾਂ ਡੰਗ ਮਾਰਿਆ। ਫਿਰ ਤਾਂ ਮੰਤਰੀ ਨੂੰ ਕੁਝ ਲਾਭ ਨਾ ਫਿਰ ਉਸ ਹੋਵੇਗਾ। ਇਨਸਾਨ ਨੂੰ, ਉਸ ਮੰਤਰੀ ਨੂੰ, ਜੋ ਮਤਲਬ ਉਸ ਨੂੰ ਮੰਤਰ ਲੈਂਦਾਗਾ, ਉਸ ਨੂੰ ਕੀ ਫਾਇਦਾ ਹੋਇਆ? ਉਸ ਨੂੰ ਫਾਇਦਾਗਾ। ਫਾਇਦਾ ਕਦੋਂ ਹੈ? ਕਿ ਸੱਪ ਡੰਗ ਮਾਰੇ ਉਸ ਤੋਂ ਪਹਿਲਾਂ ਉਸ ਨੂੰ ਕਾਬੂ ਕਰ ਲਵੇ। ਹੁਣ ਦੇਖੋ, ਆਪਾਂ ਲੋਕ ਨਹੀਂ ਜਾਣਦੇ ਸੀਗੇ ਕਿ ਸੰਸਾਰ ਦਾ ਅੰਤ ਕੀ ਹੈ, ਆਪਾਂ ਨੂੰ ਨਹੀਂ ਪਤਾ ਸੀਗਾ। ਪ੍ਰਭੂ ਯਿਸੂ ਚੇਲਿਆਂ ਨੇ ਪੁੱਛਿਆ ਤਾਂ ਪ੍ਰਭੂ ਯਿਸੂ ਨੇ ਦੱਸਿਆ ਵੀ ਕਿ ਦੇਖੋ ਇੱਦਾਂ ਇੱਦਾਂ ਹੋਣ ਵਾਲਾ ਗਾ। ਔਰ ਬਾਈਬਲ ਪੜ੍ਹਦੇ ਆ ਤਾਂ ਸਾਨੂੰ ਪਤਾ ਚੱਲਦਾ ਗਾ ਕਿ ਇਹ ਗੱਲਾਂ ਲਿਖੀਆਂ ਹੋਈਆਂ ਬਾਈਬਲ ਦੇ ਵਿੱਚ, ਔਰ ਹੋਣ ਵਾਲੀਆਂ ਨੇ ਬਾਈਬਲ ਦੇ ਵਿੱਚ ਗੱਲਾਂ। ਇਹ ਸਾਰੀਆਂ ਗੱਲਾਂ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ, ਹੋਣ ਵਾਲੀਆਂ ਨੇ। ਹੁਣ ਸਾਨੂੰ ਪਤਾ ਚੱਲ ਗਿਆ, ਸਾਨੂੰ ਜਦੋਂ ਪਤਾ ਚੱਲ ਗਿਆ ਤਾਂ ਆਪਾਂ ਕੀ ਕਰੀਏ ਇਹਦੇ ਲਈ? ਸੱਪ ਡੰਗ ਮਾਰੇ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਚੱਲ ਗਿਆਗਾ ਕਿ ਤੁਸੀਂ ਇਸ ਨੂੰ ਵਸ ਵਿੱਚ ਕਰ ਸਕਦੇ ਹੋ, ਤੁਸੀਂ ਇਸ ਨੂੰ ਕਾਬੂ ਕਰ ਸਕਦੇ ਹੋ, ਤੇ ਫਿਰ ਕਰਨ ਦਾ ਹੱਕ ਬਣਦਾ ਜਾਂ ਨਹੀਂ ਬਣਦਾ? ਜਦੋਂ ਉਹ ਘੜੀ, ਉਹ ਸਮਾਂ ਤੁਹਾਡੇ ਉੱਪਰ ਆ ਗਿਆ ਤਾਂ ਫਿਰ ਇਨਸਾਨ ਫਿਰ ਕੁਝ ਵੀ ਨਹੀਂ ਕਰ ਸਕਦਾ। ਹੁਣ ਦੇਖੋ, ਮੈਂ ਦੱਸ ਰਿਹਾ ਸੀ ਆਸਾ ਰਾਜਾ ਬਾਰੇ, ਉਸਨੇ ਆਪਣੀ ਜਾਨ ਬਚਾਉਣ ਦੇ ਲਈ ਸਾਰਾ ਸੋਨਾ ਚਾਂਦੀ ਦਿੱਤਾ। ਔਰ ਖੁਦ ਸ਼ੈਤਾਨ ਕਹਿੰਦਾ ਇਹ ਗੱਲ ਨੂੰ, ਸ਼ੈਤਾਨ ਖੁਦ ਕਹਿੰਦਾਗਾ ਕਿ ਇਨਸਾਨ ਆਪਣੇ ਪ੍ਰਾਣ ਦੇ ਲਈ ਆਪਣਾ ਸਭ ਕੁਝ ਦੇ ਦਿੰਦਾਗਾ। ਨਹੀਂ ਦੇਖਿਓ ਕਦੇ ਕਿਸੇ ਇਨਸਾਨ ਦੇ ਪੇਟ 'ਚ ਦਰਦ ਹੋਵੇ ਤੇ ਉਹ ਕਦੇ ਸੋਚਦਾ ਮੈਂ ਕਿ ਮੇਰਾ ਪੇਟ ਦਰਦ ਹੋਈ ਜਾਂਦਾ ਯਾਰ, ਮੈਂ ਪੈਸਾ ਨਹੀਂ ਖਰਚ ਕਰਨਾ। ਉਹ ਕਹਿੰਦਾ ਮੇਰੇ ਪੈਸਾ ਕਿਹੜੇ ਕੰਮ ਦਾ ਯਾਰ, ਮੇਰਾ ਇਲਾਜ ਹੋ ਜਾਏ, ਪੈਸਾ ਬਾਅਦ 'ਚ ਕਮਾ ਲੂੰ ਮੈਂ। ਮਤਲਬ ਇਨਸਾਨ ਆਪਣੀ ਜਾਨ ਬਚਾਉਣ ਦੇ ਲਈ ਉਹ ਸਭ ਕੁਝ ਕਰਦਾਗਾ। ਖੁਦ ਸ਼ੈਤਾਨ ਇਹ ਗੱਲ ਕਹਿੰਦਾਗਾ। ਹੁਣ ਮੈਂ ਪੁੱਛਣਾ ਚਾਹਣਾਗਾ ਕਿ ਜਿਹਨੂੰ ਇਲਮ ਹੈਗਾ ਇਹ ਗੱਲ ਦਾ, ਜਿਹਨੂੰ ਗਿਆਨ ਹੈ ਇਹ ਗੱਲ ਦਾ ਕਿ ਉਹ ਸੱਪ ਨੂੰ ਵਸ ਵਿੱਚ ਕਰ ਸਕਦਾਗਾ,
ਡੰਗ ਮਾਰਨ ਤੋਂ ਪਹਿਲਾਂ ਅਗਰ ਉਹੀ ਸੱਪ ਉਹਦੇ ਡੰਗ ਮਾਰ ਜਾਏ ਤਾਂ ਕੀ ਫਾਇਦਾ? ਮੰਨ ਕੇ ਚੱਲੋ ਇੱਕ ਸਿੰਪਲ ਜਿਹੀ ਗੱਲ, ਸੱਪ ਆ ਰਿਹਾਗਾ, ਕਾਫੀ ਭਿਆਨਕ ਸੱਪ ਹੈ, ਤੁਹਾਡੇ ਹੱਥ ਦੇ ਵਿੱਚ ਇੱਕ ਵੱਡੀ ਸਾਰੀ ਸੋਟੀ ਹੈ, ਸੋਟੀ ਵੀ ਐਸੀ ਕਿ ਤੁਸੀਂ ਸੱਪ ਨੂੰ ਮਾਰ ਸਕਦੇ ਹੋ। ਅਗਰ ਸੱਪ ਨੇ ਤੁਹਾਨੂੰ ਪਹਿਲਾਂ ਦੱਸ ਲਿਆ ਤੇ ਸੋਟੀ ਬਾਅਦ ਚੱਕੀ ਫਿਰੋ, ਕੋਈ ਫਾਇਦਾ ਹੋਇਆ? ਕੋਈ ਫਾਇਦਾ ਨਹੀਂ। ਫਾਇਦਾ ਕਦੋਂ ਹੈ ਕਿ ਸੱਪ ਤੁਹਾਡੇ ਉੱਪਰ ਅਟੈਕ ਕਰੇ ਉਸ ਤੋਂ ਪਹਿਲਾਂ ਤੁਸੀਂ ਨੂੰ ਮਾਰ ਦਿਓ। ਹੁਣ ਜਿਹੜਾ ਸਮਾਂ ਆਉਣ ਵਾਲਾ ਗਾ, ਜਿਹੜਾ ਕਸ਼ਟ ਆਉਣ ਵਾਲਾ ਗਾ, ਇਹ ਕਸ਼ਟ ਤਾਂ ਆਉਣ ਵਾਲਾ ਹੈਗਾ ਹੀ ਹੈਗਾ, ਮਰਨ ਵਾਲੇ ਤਾਂ ਹੈਗੇ ਹੀ ਹੈਗੇ, ਲੇਕਿਨ ਮਰਨ ਤੋਂ ਪਹਿਲਾਂ ਅਗਰ ਉਸ ਸਮੇਂ ਦੇ ਵਿੱਚ ਤੁਸੀਂ ਜਾਣ ਵਾਲੇ ਹੋ ਤਾਂ ਉਦੋਂ ਕੀ ਕਰੋਗੇ? ਉਹਦਾ ਕੋਈ ਫਾਇਦਾ ਹੈ? ਪ੍ਰਭੂ ਯਿਸੂ ਮਸੀਹ ਜਦ ਧਰਤੀ ਉੱਪਰ ਸੀਗੇ, ਪ੍ਰਭੂ ਯਿਸੂ ਮਸੀਹ ਆਪਣੇ ਚੇਲੇ ਨੂੰ ਕਿਹਾ, ਪਤਰਸ ਨੂੰ, ਕਿ ਜਦੋਂ ਮੈਂ ਫੜਾਇਆ ਜਾਵਾਂਗਾ ਤਾਂ ਸਾਰੇ ਲੋਕ, ਤੁਸੀਂ ਸਾਰੇ ਚੇਲੇ ਹੋ ਜਿਹੜੇ ਮੇਰੇ, ਤੁਸੀਂ ਸਾਰੇ ਮੈਨੂੰ ਛੱਡ ਕੇ ਭੱਜ ਜਾਓਗੇ। ਤੇ ਪ੍ਰਭੂ ਯਿਸੂ ਮਸੀਹ ਨੇ, ਚੇਲੇ ਨੇ ਪਤਰਸ ਨੇ ਕੀ ਕਿਹਾ ਸੀਗਾ? ਪ੍ਰਭੂ ਇਹ ਸਾਰੇ ਜਾ ਸਕਦੇ ਨੇ, ਲੇਕਿਨ ਮੈਂ ਤੇਰੇ ਪਿੱਛੇ ਆਪਣੀ ਜਾਨ ਵੀ ਦੇ ਦਿਆਂਗਾ। ਕਿਹਾ ਸੀ ਜਾਂ ਨਹੀਂ ਕਿਹਾ ਸੀਗਾ? ਮੈਂ ਇੱਕ ਗੱਲ ਪੁੱਛਾਂ, ਤੁਸੀਂ ਵੀ ਕਹਿ ਦਿੰਦੇ ਜਾਂ ਨਹੀਂ ਕਹਿ ਦਿੰਦੇ? ਕਹਿੰਦੇ ਹੋ ਨਾ, ਕਈ ਵਾਰ ਕਿਹਾਗਾ। ਹਾਲੇਲੂਇਆ। ਪਤਰਸ ਨੇ ਤਾਂ ਕਿਹਾ ਸੀਗਾ, ਪ੍ਰਭੂ ਮੈਂ ਤੇਰੇ ਪਿੱਛੇ ਜਾਨ ਦੇ ਦਿਆਂਗਾ। ਚਲੋ ਉਸਨੇ ਜਾਨ ਦੇ ਵੀ ਦਿੱਤੀ। ਤੁਸੀਂ ਕਈ ਵਾਰ ਕਿਹਾਗਾ ਕਿ ਪ੍ਰਭੂ ਅਸੀਂ ਵੀ ਜਾਨ ਦੇਵਾਂਗੇ, ਤੇ ਪ੍ਰਭੂ ਕੋਲ 2.5 ਘੰਟੇ ਦੇ ਦੇ, ਜਾਨ ਤਾਂ ਬਾਅਦ ਦੇ ਦੇ। ਜਿਹੜਾ ਤੂੰ ਸਰੀਰ ਦਾ ਤੇਰਾ 10ਵਾਂ ਹਿੱਸਾ ਗਾ, ਪਹਿਲਾਂ ਉਹਦਾ ਦੇ ਦੇ। ਇਨਸਾਨ ਕਹਿੰਦਾ ਯਾਰ ਮੈਂ ਸ਼ਾਇਦ ਉਹ ਨਹੀਂ ਦੇ ਸਕਦਾ ਮੈਂ, ਤੇ ਜਿਹੜੀ ਤੇਰੀ ਕਮਾਈ ਦੇ ਵਿੱਚ ਮੈਂ ਬਰਕਤ ਲੈ ਕੇ ਆਉਣਾਗਾ, ਸਭ ਕੁਝ ਲੈ ਕੇ ਆਉਣਾਗਾ, ਉਹਦੇ ਬਾਰੇ ਪ੍ਰਭੂ ਛੱਡ ਪਰੇ ਯਾਰ, ਜਾਨ ਦੇ ਦੂੰ ਮੈਂ। ਤੇ ਪਤਰਸ ਤਾਂ ਕਹਿੰਦਾ ਸੀਗਾ, ਉਹਨੂੰ ਤਾਂ ਕਰਕੇ ਦਿਖਾਇਆ ਵੀ। ਤੇ ਅੱਜ ਦਾ ਵਿਸ਼ਵਾਸੀ ਉਹ ਤਾਂ ਕੁਝ ਨਹੀਂ ਕਰਦਾ ਪਿਆ, ਉਹ ਤਾਂ ਗੱਲਾਂ ਮਾਰ ਦਿੰਦਾਗਾ, ਮੈਂ ਕਰ ਦੂੰਗਾ, ਮੈਂ ਕਰ ਦੂੰਗਾ। ਤੇ ਪ੍ਰਭੂ ਨੇ ਪਤਰਸ ਨੂੰ ਕੀ ਕਿਹਾ? ਪਤਰਸ ਤੂੰ ਮੇਰਾ 3 ਵਾਰ ਇਨਕਾਰ ਕਰੇਂਗਾ। ਹੁਣ ਦੇਖੋ ਪਤਰਸ ਬੇਖਬਰ ਸੀਗਾ? ਹਾਲੇਲੂਇਆ। ਪਤਰਸ ਬੇਖਬਰ ਸੀਗਾ? ਬੇਖਬਰ ਨਹੀਂ ਸੀਗਾ। ਉਸ ਨੂੰ ਪਤਾ ਸੀਗਾ ਕਿ ਪ੍ਰਭੂ ਨੇ ਗੱਲ ਕਹੀ ਹੈ, ਲੇਕਿਨ ਗੱਲ ਕੀ, ਉਹ ਬਸ ਬੇਖਬਰ ਹੋ ਗਿਆ। ਮੈਂ ਤਾਂ ਜਾਣਾ ਪ੍ਰਭੂ ਯਿਸੂ ਦੇ ਪਿੱਛੇ, ਦੇਖਦਾ ਪ੍ਰਭੂ ਯਿਸੂ ਦੇ ਨਾਲ ਕੀ ਕੀ ਹੁੰਦਾਗਾ। ਪ੍ਰਭੂ ਯਿਸੂ ਨੇ ਗੱਲ ਕਹੀ ਕਿ ਪਤਰਸ ਮੁਰਗੇ ਦੇ 2 ਵਾਰ ਬਾਂਗ ਦੇਣ ਤੋਂ ਪਹਿਲਾਂ, ਹਾਂ ਮੁਰਗੇ ਦੇ 2 ਵਾਰ ਬਾਂਗ ਦੇਣ ਤੋਂ ਬਾਅਦ ਵਿੱਚ ਤੂੰ ਮੇਰਾ ਕੀ ਕਰੇਗਾ? ਇਨਕਾਰ ਕਰੇਗਾ। ਇਹ ਬਚਨ ਪੜ੍ਹ ਲਓ ਮੇਰੇ ਨਾਲ ਤੁਸੀਂ, ਮਰਕੁਸ ਉਹਦਾ 14 ਹੈ। ਉਹਦਾ ਪੜੋ 72 ਵਚਨ। ਪਰ ਝੱਟ ਦੂਜੀ ਵਾਰ ਕੁੱਕੜ ਨੇ ਬਾਂਗ ਦਿੱਤੀ ਅਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯੀਸ਼ੂ ਨੇ ਉਹਨੂੰ ਆਖੀ ਸੀ, ਜੋ ਕੁੱਕੜ ਦੇ 2 ਵਾਰ ਬਾਂਗ ਦੇਣ ਤੋਂ ਅੱਗੇ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਅਤੇ ਉਹ ਉਸ ਗੱਲ ਨੂੰ ਸੋਚ ਕੇ ਰੋਣ ਲੱਗਾ। ਦੇਖੋ ਪ੍ਰਭੂ ਯਿਸੂ ਨੇ ਕਿਹਾ ਸੀਗਾ, ਮੁਰਗਾ ਜੋ ਕੁੱਕੜ, ਮੁਰਗਾ ਜੋ 2 ਵਾਰ ਬਾਂਗ ਦੇਗਾ ਤੇ ਤੂੰ ਮੇਰਾ 3 ਵਾਰ ਇਨਕਾਰ ਕਰ ਦੇਗਾ। ਹੁਣ ਦੇਖੋ ਇੱਕ ਐਸਾ ਬੇਖਬਰ ਹੈ, ਪਤਾ ਨਹੀਂ ਇਸਨੂੰ, ਜਦੋਂ ਇਨਕਾਰ ਕੀਤਾ ਹੋਊਗਾ 1 ਵਾਰ 2 ਵਾਰ, ਮੁਰਗੇ ਨੇ 2 ਵਾਰ ਬਾਂਗ ਦਿੱਤੀ ਹੋਊਗੀ, ਇਹਦਾ ਫਰਜ਼ ਬਣਦਾ ਸੀਗਾ ਮੈਂ ਕੀ ਕਰਾਂ? ਪ੍ਰਾਰਥਨਾ ਕਰਾਂ। ਮੈਂ ਕੀ ਕਰਾਂ? ਮੈਂ ਲੁਕ ਜਾਵਾਂ ਕਿਸੇ ਪਾਸੇ, ਮਤਲਬ ਮੇਰੇ ਤੋਂ ਇਹ ਨਾ ਹੋਵੇ। ਲੇਕਿਨ ਕੀ ਹੈ, ਇਹ ਤਾਂ ਜਾ ਕੇ ਪ੍ਰਭੂ ਯਿਸੂ ਦਾ ਇਨਕਾਰ ਕਰਕੇ ਵੀ ਆਇਆ, ਫਿਰ ਬਾਅਦ ਵਿੱਚ ਰੋਣ ਲੱਗ ਪਿਆ। ਦੇਖੋ ਕੈਸਾ ਬੇਖਬਰ ਇਨਸਾਨ। ਪ੍ਰਭੂ ਯਿਸੂ ਨੇ ਸਾਰੀ ਗੱਲ ਦੱਸਦੀ ਕਿ ਦੇਖ ਤੂੰ ਮੇਰਾ ਇਨਕਾਰ ਕਰੇਗਾ, ਤੂੰ ਕੀ ਹੈ ਮੇਰਾ ਇਨਕਾਰ ਕਰੇਗਾ, ਕਿੰਨੀ ਵਾਰ? 3 ਵਾਰ ਇਨਕਾਰ ਕਰੇਗਾ। ਲੇਕਿन पतरस नहीं, प्रभु तेरे पीछे मैं जान दे दांगा। और देखो 2 बार मुर्गे ने बांग दी और 3 बार इनकार पतरस ने किया। हुण जो 1 बार आवा बांग दी होगी मुर्गे ने जो 1 बार बांग दी होगी तो की आवाज के कानों में नहीं आऊगी। हुण तो की कहिए नूं सप मंत्रे जान तो पहला लड़े, जानता सारा कुछ सीगा, लेकिन सप ने डस लिया के डंग मारिया, की फायदा होया इहनूं? बाद में रो रहा, बाद में पछता रहा, की फायदा होया इहनूं? कोई भी फायदा नहीं। लेकिन देखो की है, इंसान वो बेखबर हो जाता है। इंसान की है वो तो बेखबर हो जाता है कि मैं बस कर सकता गा। हुण यहूदा इस्करियोती ਉਹਦੇ ਲਈ भी प्रभु यीशु ने कहा सीगा कि तू मैनू फड़वाएगा। देखो
ਉਹਨੂੰ ਨਹੀਂ ਪਤਾ ਚੱਲਿਆ ਕਿ ਸ਼ੈਤਾਨ ਕਦੋਂ ਮਨ ਦੇ ਵਿੱਚ ਸਮਾ ਗਿਆ ਉਹਦੇ, ਔਰ ਉਹਨੇ ਉਹ ਕੰਮ ਕਰ ਦਿੱਤਾ। ਪ੍ਰਭੂ ਯਿਸੂ ਮਸੀਹ ਨੂੰ ਛੁਡਵਾ ਦਿੱਤਾ ਉਸਨੇ। ਤੇ ਦੇਖੋ ਇਹ ਹੁੰਦੇ ਨੇ ਬੇਖਬਰ। ਇਸ ਤਰ੍ਹਾਂ ਹੀ ਨੂਹ ਦੇ ਸਮੇਂ ਦੇ ਵਿੱਚ ਦੇਖੋ, ਜਦੋਂ ਪਰਮੇਸ਼ਵਰ ਨੇ ਨੂਹ ਨੂੰ ਕਿਹਾ, ਨੂਹ ਜਹਾਜ਼ ਬਣਾ ਔਰ ਮੈਂ ਧਰਤੀ ਉੱਪਰ ਜਲ ਪਰਲੋਂ ਲੈ ਕੇ ਆਉਣ ਵਾਲਾਂਗਾ, ਤਾਂ ਕਿ ਨੂਹ ਦੇ ਦੁਆਰਾ ਲੋਕਾਂ ਨੂੰ ਪਤਾ ਨਹੀਂ ਚੱਲਿਆ ਹੋਣਾ ਕਿ ਨੂਹ ਇੱਕ ਕਿਸ਼ਤੀ ਬਣਾ ਰਿਹਾ ਹੈਗਾ, ਵੱਡਾ ਸਾਰਾ ਜਹਾਜ਼ ਬਣਾ ਰਿਹਾ ਹੈਗਾ, ਇਸ ਧਰਤੀ ਉੱਪਰ ਜਲ ਪਰਲੋਂ ਆਉਣ ਵਾਲੀ ਹੈ। ਤੇ ਲੇਕਿਨ ਲੋਕ ਸੀਗੇ ਬੇਖਬਰ ਲੋਕ ਸੀਗੇ, ਬੇਖਬਰ ਲੋਕ, ਕਿਉਂਕਿ ਜਿਨ੍ਹਾਂ ਨੂੰ ਕੋਈ ਖਬਰ ਹੀ ਨਹੀਂ। ਬੇਖਬਰ ਦਾ ਮਤਲਬ ਇਹ ਨਹੀਂ ਕਿ ਪਤਾ ਨਹੀਂ ਹੈ, ਪਤਾ ਹੋਣ ਦੇ ਬਾਅਦ ਵੀ ਲੋਕ ਜਦੋਂ ਨਹੀਂ ਮੰਨਦੇ, ਜਦੋਂ ਚੌਕਸ ਨਹੀਂ ਰਹਿੰਦੇ, ਤਾਂ ਉਹ ਕੀ ਹੋ ਜਾਂਦੇ ਨੇ? ਉਹ ਬੇਖਬਰ ਲੋਕ ਹੋ ਜਾਂਦੇ ਨੇ। ਹੁਣ ਅਜਿਹੇ ਲੋਕਾਂ ਨੂੰ ਅਗਰ ਸੱਪ ਡਸ ਲਏ ਤੇ ਬਾਅਦ ਵਿੱਚ ਕਹੇ ਨਹੀਂ ਯਾਰ ਮੈਨੂੰ ਤਾਂ ਪਤਾ ਸੀਗਾ, ਮੈਨੂੰ ਤਾਂ ਪਤਾ ਸੀਗਾ ਕਿ ਮੇਰੇ ਨਾਲ ਇਦਾਂ ਹੋਣਾ ਸੀਗਾ, ਪਰ ਮੈਂ ਖਬਰਦਾਰ ਨਹੀਂ ਰਿਹਾ। ਦੇਖੋ ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ ਕਿ ਮੈਂ ਜਾਣਦੇ ਨਹੀਂ ਹੈ, ਤਾਂ ਪ੍ਰਭੂ ਨੇ ਕਿੰਨਾ ਮਿਹਨਤ ਕੀਤੀ, ਕਿੰਨੀ ਪ੍ਰਾਰਥਨਾ ਕੀਤੀ, ਜਦ ਕਿ ਪ੍ਰਭੂ ਯਿਸੂ ਮਸੀਹ ਦੇ ਅੰਦਰ 100% ਹੀ ਪਵਿੱਤਰ ਆਤਮਾ ਸੀਗਾ। ਫਿਰ ਵੀ ਪ੍ਰਭੂ ਯਿਸੂ ਮਸੀਹ ਲਗਾਤਾਰ ਪ੍ਰਾਰਥਨਾ ਕਰਦੇ ਰਹੇ, ਲਗਾਤਾਰ ਪਰਮੇਸ਼ਵਰ ਦੇ ਆਗਿਆਕਾਰੀ ਕਰਦੇ ਰਹੇ। ਇਬਰਾਨੀਆਂ 5:7-8 ਦੇ ਵਿੱਚ ਪੜ੍ਹਿਆ ਆਪਾਂ ਨੇ ਕਿ ਭੁੱਬਾਂ ਮਾਰ ਮਾਰ ਕੇ, ਹੰਝੂ ਕੇਰ ਕੇ ਪ੍ਰਾਰਥਨਾ ਕੀਤੀ ਤਾਂ ਕਿ ਪੁੱਤਰ ਹੋਣ ਦੇ ਨਾਤੇ ਉਸਦੀ ਪ੍ਰਾਰਥਨਾ ਸੁਣੀ ਜਾਏ। ਕਿੰਨੀ ਪ੍ਰਾਰਥਨਾ ਕਰਦੇ ਸੀ ਪ੍ਰਭੂ ਯਿਸੂ ਮਸੀਹ। ਅੱਜ ਇਨਸਾਨ ਕੀ ਕਰ ਰਿਹਾ ਹੈਗਾ ਕਿ ਖਬਰ ਨਹੀਂ, ਖਬਰ ਤਾਂ ਹੈ ਇਨਸਾਨ ਨੂੰ। ਹੁਣ ਦੇਖੋ ਇੱਕ ਜਗ੍ਹਾ ਅੱਗ ਲੱਗੀ ਹੋਵੇ, ਉਦੋਂ ਇਨਸਾਨ ਖੂਹ ਪੁੱਟਣ ਭੇਜੇ ਕਿ ਖੂਹ ਪੁੱਟ ਕੇ ਪਾਣੀ ਕੱਢਦੇ ਵਿੱਚੋਂ, ਸਮੇਂ ਤੇ ਆ ਕੇ ਕੰਮ ਕਰੇ ਇਨਸਾਨ, ਉਹਦਾ ਕੀ ਫਾਇਦਾ? ਇਹਦਾ ਮਤਲਬ ਸਮੇਂ ਤੋਂ ਪਹਿਲਾਂ ਕਰੋ ਨਾ ਜੋ ਕੁਝ ਕਰਨਾ ਹੈਗਾ। ਪ੍ਰਾਰਥਨਾ ਕਰਨੀ ਹੈ ਪਹਿਲਾਂ ਕਰੋ, ਵਰਤ ਕਰਨਾ ਹੈਗਾ ਪਹਿਲਾਂ ਕਰੋ, ਕੋਈ ਵਚਨ ਤਿਆਰ ਕਰਨਾ ਹੈਗਾ ਪਹਿਲਾਂ ਕਰੋ, ਕੋਈ ਵਚਨ ਸਿਖਾਉਣਾ ਹੈਗਾ ਉਹਦੇ ਲਈ ਪਰਮੇਸ਼ਰ ਨੂੰ ਕਹੋ। ਜੋ ਵੀ ਹੈ ਪਰਮੇਸ਼ਰ ਸਿਖਾਉਂਦੇ ਨੇ। ਕੁਝ ਵੀ ਕਰਨਾ ਹੈਗਾ, ਪ੍ਰਾਰਥਨਾ ਕਰਨੀ ਹੈ ਉਹਦੇ ਲਈ ਸਮਾਂ ਕੱਢੋ। ਪਰਮੇਸ਼ਰ ਆਉਣ ਵਾਲੇ ਸਮੇਂ ਐਸੇ ਨੇ, ਮੈਂ ਖੜਾ ਰਵਾਂ, ਮੈਂ ਬਣਿਆ ਰਵਾਂ, ਮੈਂ ਤੁਹਾਡਾ ਇਨਕਾਰ ਨਾ ਕਰਾਂ, ਮੈਂ ਡਿੱਗ ਨਾ ਜਾਵਾਂ, ਮੈਂ ਫਸ ਨਾ ਜਾਵਾਂ, ਲੋਕ ਮੇਰੇ ਉੱਪਰ ਕੁਝ ਵੀ ਕਰਨ ਪਰ ਮੈਂ ਤੁਹਾਡੇ ਵਿੱਚ ਬਣਿਆ ਰਵਾਂ। ਲੋਕ ਤੁਹਾਨੂੰ ਚੁੱਕ ਕੇ ਅਦਾਲਤਾਂ ਵਿੱਚ ਲੈ ਕੇ ਜਾਣਗੇ, ਤੁਹਾਡੇ ਉੱਪਰ ਕੁਝ ਵੀ ਕਾਰਵਾਈ ਹੋ ਸਕਦੀ ਹੈ, ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਚੌਕਸ ਰਹੋ, ਖਬਰਦਾਰ ਰਹੋ, ਇਹ ਗੱਲਾਂ ਤੁਹਾਡੇ ਨਾਲ ਹੋਣੀਆਂ ਨੇ। ਇਹ ਕੋਈ ਅੰਤ ਨਹੀਂ ਹੈ, ਇਹ ਤਾਂ ਸ਼ੁਰੂਆਤ ਹੈ। ਅਰੇ ਸ਼ੁਰੂਆਤਾਂ ਸਾਡੇ ਜਗ੍ਹਾ ਨੂੰ ਛੱਡ ਕੇ ਕਈ ਜਗ੍ਹਾ ਤੇ ਉੱਪਰ ਹੋ ਚੁੱਕੀ ਹੈ। ਔਰ ਮੈਨੂੰ ਨਹੀਂ ਲੱਗਦਾ ਜੇ ਇੱਕ ਵਾਰ ਸ਼ੁਰੂਆਤ ਇੱਥੋਂ ਹੋ ਗਈ ਇਸ ਚਰਚ ਤੋਂ, ਤਾਂ ਫਿਰ ਅਗਲੇ ਸੰਡੇ ਕਿਸੇ ਨੇ ਇਕੱਠੇ ਹੋਣਾ, ਉਰੇ ਗੜਬੜੀ ਉੱਥੇ ਭਾਈ, ਉੱਥੇ ਇੱਦਾਂ ਇੱਦਾਂ ਹੁੰਦਾ ਹੈਗਾ। ਕਹਿਣ ਦਾ ਮਤਲਬ ਕੀ ਹੈ ਕਿ ਤਿਆਰੀ ਕਿਹੋ ਜਿਹੀ ਹੈ। ਜੋ ਕੁਝ ਤਿਆਰੀ ਕਰਨੀ ਹੈ ਉਹ ਪਹਿਲਾਂ ਕਰੋ, ਕੋਈ ਵੀ ਤਿਆਰੀ ਹੈ ਉਹ ਪਹਿਲਾਂ ਕਰੋ। ਸਮੇਂ ਤੇ ਇਨਸਾਨ ਤਿਆਰ ਕਦੇ ਵੀ ਨਹੀਂ ਹੋ ਸਕਦਾ, ਕਦੇ ਵੀ ਇਨਸਾਨ ਸਮੇਂ ਤੇ ਤਿਆਰ ਨਹੀਂ ਹੋ ਸਕਦਾ। ਪਤਰਸ ਨੂੰ ਲੱਗਿਆ ਹੋਊਗਾ ਮੈਂ ਤਾਂ ਪ੍ਰਭੂ ਯਿਸੂ ਦੇ ਨਾਲ 3.5 ਸਾਲ ਤੱਕ ਰਹਾਂਗਾ, ਮੈਂ ਪ੍ਰਭੂ ਯਿਸੂ ਦਾ ਇਨਕਾਰ ਨਹੀਂ ਕਰ ਸਕਦਾ, ਮੈਂ ਤਾਂ ਜਾਨ ਦੇ ਸਕਦਾਗਾ। ਲੇਕਿਨ ਜਦੋਂ ਸਮਾਂ ਆਇਆ ਤਾਂ ਪਤਰਸ ਨੇ ਕੀ ਕੀਤਾ? ਉਹ ਇਨਕਾਰ ਕਰਤਾ, ਬਾਅਦ ਪਛਤਾ ਰਿਹਾਗਾ। 2 ਵਾਰ ਮੁਰਗਾ ਬਾਂਗ ਦੇ ਰਿਹਾਗਾ, ਪਰ 3 ਵਾਰ ਪਤਰਸ ਇਨਕਾਰ ਵੀ ਕਰ ਰਿਹਾਗਾ, ਜਦ ਕਿ ਹੌਸਲਾ ਬੁਲੰਦ ਸੀਗਾ, ਉਹਦਾ ਜੋਸ਼ ਬਹੁਤ ਸੀਗਾ ਉਹਦੇ ਅੰਦਰ। ਲੇਕਿਨ ਹੋਇਆ ਕੀ? ਉਹਦਾ ਜੋਸ਼ ਬਸ ਖਤਮ ਸਾਰਾ ਹੀ। ਜਦੋਂ ਇਨਸਾਨ ਨੂੰ ਮੌਤ ਸਾਹਮਣੇ ਦਿਖਾਈ ਦੇਵੇ ਨਾ, ਤਾਂ ਇਨਸਾਨ ਕੁਝ ਵੀ ਕਰੇ, ਕਿਸ ਤਰ੍ਹਾਂ ਵੀ ਕਰੇ, ਉਹ ਸਫਲ ਨਹੀਂ ਹੋ ਸਕਦਾ। ਮੈਂ ਦੱਸਿਆ ਗੱਲ ਪਹਿਲਾਂ, ਬੱਕਰੀ ਜੋ ਵੀ ਖਾਂਦੀ ਸੀਗੀ ਉਹਨੂੰ ਕੁਝ ਵੀ ਨਹੀਂ ਹੋਇਆ, ਕਿਉਂ? ਸਾਹਮਣੇ ਮੌਤ ਸੀਗੀ। ਕਈ ਲੋਕ ਬਿਮਾਰੀ ਵਿੱਚ ਫਸ ਜਾਂਦੇ ਨੇ, ਕਈ ਲੋਕ ਸਮੱਸਿਆ ਵਿੱਚ ਫਸ ਜਾਂਦੇ ਨੇ, ਫਿਰ ਉਹ ਪ੍ਰਾਰਥਨਾ ਕਰਦੇ ਨੇ ਪਰਮੇਸ਼ਵਰ ਬਚਾ ਲੈ, ਪਰਮੇਸ਼ਵਰ ਬਚਾ ਲੈ। ਪਰਮੇਸ਼ਵਰ ਤਾਂ ਠੀਕ ਸਮੇਂ ਉੱਪਰ ਹੀ ਕੰਮ ਕਰਨਗੇ, ਨਾ ਪਹਿਲਾਂ ਕੰਮ ਕਰਦੇ ਨੇ ਨਾ ਬਾਅਦ 'ਚ ਕੰਮ ਕਰਦੇ ਨੇ। ਫਿਰ ਇਨਸਾਨ ਨੂੰ ਲੱਗਦਾ ਯਾਰ ਇੰਨੀ ਪ੍ਰਾਰਥਨਾ ਕਰੀ ਵੀ ਕਿਉਂ ਲੱਗਦਾ? ਕਿਉਂਕਿ ਕਦੇ ਅੱਧਾ ਘੰਟਾ ਪ੍ਰਾਰਥਨਾ ਕਰੀ ਨਹੀਂ ਸੀ ਪਹਿਲਾਂ, ਹੁਣ ਅੱਧਾ ਘੰਟਾ ਪ੍ਰਾਰਥਨਾ ਕਰਨ ਲੱਗ ਗਏ। ਹੁਣ ਤਾਂ ਪਰਮੇਸ਼ਵਰ ਇੰਨੀ ਪ੍ਰਾਰਥਨਾ ਕਰਦੇ ਆ, ਹੁਣ ਤਾਂ ਹੱਲ ਕਰਦੇ ਪਰਮੇਸ਼ਵਰ। ਹੁਣ ਤਾਂ ਇਹ ਵੀ ਕਰਦੇ ਆ, ਪਰਮੇਸ਼ਵਰ ਵਚਨ ਵੀ ਪੜ੍ਹਦੇ ਆ, ਹੁਣ ਤਾਂ ਹੱਲ ਕਰ ਪਰਮੇਸ਼ਵਰ। ਹੁਣ ਤਾਂ ਲਗਾਤਾਰ ਬੰਦਗੀ ਵਿੱਚ ਵੀ ਆ ਰਹੇ ਆ, ਹੁਣ ਤਾਂ ਹੱਲ ਕਰ। ਤੇ ਪਹਿਲਾਂ ਬੰਦਗੀ ਵਿੱਚ ਘੱਟ ਆਉਂਦੇ ਸੀਗੇ, ਹੁਣ ਤੁਸੀਂ 2-4 ਐਤਵਾਰ ਲਗਾਤਾਰ ਆ ਗਏ ਤੇ ਤੁਹਾਨੂੰ ਲੱਗਦਾ ਸੀ ਲਗਾਤਾਰ ਕਰ ਰਹੇ ਆ। ਲਗਾਤਾਰ ਮਤਲਬ ਇਹ ਨਹੀਂ ਹੈ, ਉਹ ਹਰ ਵਾਰ ਹੀ ਹੈ, ਹਰ ਵਾਰ ਹੀ ਹੈ। ਕੋਈ ਫਾਇਦਾ ਨਹੀਂ ਹੈ ਕਿ ਤੁਸੀਂ ਸਭ ਕੁਝ ਜਾਣਦੇ ਹੋ, ਉਸ ਤੋਂ ਬਾਅਦ ਉਸ ਦੇ ਅਨੁਸਾਰ ਨਹੀਂ ਕਰਦੇ। ਫਿਰ ਕੀ ਹੈ? ਇਹ ਤਾਂ ਉਹੀ ਕੰਮ ਹੈ ਕਿ ਤੁਹਾਨੂੰ ਗਿਆਨ ਤਾਂ ਹੈ ਸੱਪ ਨੂੰ ਵਸਤ ਵਿੱਚ ਕਰਨ ਦਾ, ਤੁਹਾਨੂੰ ਪਤਾ ਤਾਂ ਹੈ ਕਿ ਸੱਪ ਨੂੰ ਅਸੀਂ ਖਤਮ ਕਰ ਸਕਦੇ ਹਾਂ, ਮਾਰ ਸਕਦੇ ਹਾਂ, ਲੇਕਿਨ ਇੰਤਜ਼ਾਰ ਕਰ ਰਹੇ ਹੋ ਨੇੜੇ ਆਉਣ ਤੋਂ, ਨੇੜੇ ਆਉਣ ਤੋਂ, ਫਿਰ ਮਾਰ ਦਾਂਗੇ। ਤੇ ਜਦ ਨੂੰ ਸੱਪ ਆਪਣਾ ਕੰਮ ਕਰ ਦੇਗਾ, ਫਿਰ ਕੋਈ ਫਾਇਦਾ ਨਹੀਂ ਤੁਹਾਨੂੰ ਇਸੇ ਗਿਆਨ ਦਾ, ਫਿਰ ਕੋਈ ਫਾਇਦਾ ਨਹੀਂ ਐਸੀ ਤੁਹਾਨੂੰ ਕਿਸੇ ਵੀ ਗੱਲ ਦਾ। ਔਰ ਜੋ ਵਚਨ ਪੜ੍ਹਿਆ ਅੱਜ ਆਪਾਂ ਨੇ
ਆਪਾਂ ਪੜਿਆ ਸੀਗਾ ਕਹੌਤਾਂ, ਉਹਦਾ ਪੜਿਆ ਸੀ ਆਪਾਂ ਨੇ 1 ਦੀ 7 ਤੋਂ ਲੈ ਕੇ 17 ਤੱਕ। ਉਹਦਾ 17 ਵਚਨ ਪੜੋ ਉੱਚੀ ਆਵਾਜ਼ ਦੇ ਵਿੱਚ। ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਦੇਖੋ ਬਾਈਬਲ ਵਿੱਚ ਲਿਖਿਆ ਹੈਗਾ ਕਿਸੇ ਪੰਛੀ ਦੇ ਵੇਖਦੇ ਆ। ਅਗਰ ਤੁਹਾਨੂੰ ਤੁਸੀਂ ਪੰਛੀ ਫੜਨਾ ਕੋਈ, ਅਗਰ ਤੁਹਾਨੂੰ ਚੰਗੀ ਤਰ੍ਹਾਂ ਦੇਖ ਰਿਹਾ ਹੈਗਾ ਉਹ, ਤੁਸੀਂ ਜਾਲ ਵਿਛਾਓ ਤਾਂ ਕੀ ਜਾਲ ਦੇ ਵਿੱਚ ਆਊਗਾ ਉਹ? ਜਦੋਂ ਇੱਕ ਪੰਛੀ ਜਾਲ ਵਿਛਾਉਂਦੇ ਸਮੇਂ ਤੁਹਾਡੇ ਕੋਲ ਨਹੀਂ ਆ ਸਕਦਾ। ਅਗਰ ਪੰਛੀ ਨੂੰ ਫੜਨਾ ਹੈਗਾ ਤਾਂ ਕੀ ਕਰਨਾ ਪੈਂਦਾ ਹੈਗਾ? ਪਹਿਲਾਂ ਜਾਲ ਵਿਛਾਇਆ ਜਾਂਦਾ, ਪਹਿਲਾਂ ਵਿਛਾਇਆ ਜਾਂਦਾ ਹੈਗਾ। ਉਹ ਪੰਛੀ ਬੈਠਾ ਉੱਥੇ, ਇੱਥੇ ਤੁਸੀਂ ਜਾਲ ਵਿਛਾਓ ਤਾਂ ਪੰਛੀ ਕੀ ਹੈ? ਉਹ ਤਾਂ ਉੜ ਜਾਏਗਾ। ਹੁਣ ਮਰਨਾ ਤਾਂ ਹੈ ਸਾਰੇ ਨਹੀਂ, ਮਰਨਾ इंसान का शौक नहीं है, मजबूरी है। प्रभु यीशु मसीह मरे लेकिन जानते सीगे प्रभु यीशु मसीह मजबूरी नहीं सीगी, वो तो मरे सीगे इंसान को बचाने के लिए। लेकिन इंसान की तो मजबूरी है ना, वो मरना नहीं चाहता, मरना तो फिर भी आपाने। लेकिन देखो ਉਹਦੇ ਲਈ ਕੀ ਕਰ ਰਹੇ ਤੁਸੀਂ, ਕਿੰਨੀ ਖਬਰ ਹੈ ਤੁਹਾਨੂੰ? ਕਿਉਂਕਿ ਪਰਮੇਸ਼ਵਰ ਨੇ ਸਾਰੀ ਗੱਲ ਸਾਡੇ ਲਈ ਦੱਸ ਦਿੱਤੀ ਬਾਈਬਲ ਦੇ ਵਿੱਚ ਕਿ ਤੁਹਾਡੇ ਨਾਲ ਇਸ ਤਰ੍ਹਾਂ ਹੋਵੇਗਾ, ਇੱਦਾਂ ਇੱਦਾਂ ਤੁਹਾਡੇ ਨਾਲ ਲੋਕ ਕਰਨਗੇ, ਇੱਦਾਂ ਦਾ ਤੁਹਾਡੇ ਆਪਣੇ ਲੋਕ, ਤੁਹਾਡੀ ਸੰਗਤ ਦੇ ਲੋਕ, ਤੁਹਾਡੇ ਆਸ ਪੜੋਸ ਦੇ ਲੋਕ ਤੁਹਾਡੇ ਨਾਲ ਕਰਨਗੇ। ਲੇਕਿਨ ਤੁਸੀਂ ਬੇਖਬਰ ਨਾ ਰਹੋ, ਬੇਖਬਰ ਨਾ ਰਹੋ। ਕਿਸੇ ਪੰਛੀ को ਤੁਹਾਨੂੰ ਦੇਖ ਰਿਹਾ ਹੈਗਾ, ਅਗਰ ਪੰਛੀ ਨੂੰ ਦੇਖ ਰਿਹਾ ਤੁਸੀਂ ਜਾਲ ਵਿਛਾ ਰਹੇ ਹੋ ਤਾਂ ਉਹ ਪੰਛੀ ਕਦੇ ਫਸਣੇ ਵਾਲਾ ਨਹੀਂ ਹੈ। ਅਗਰ ਪੰਛੀ ਨੂੰ ਉਹਦੇ ਵਿੱਚ ਫਸਾਉਣਾ ਹੈਗਾ ਤਾਂ ਕੀ ਕਰਨਾ ਪਏਗਾ? ਜਾਲ ਪਹਿਲਾਂ ਤੋਂ ਲਗਾਉਣਾ ਪਏਗਾ, ਜਾਲ ਪਹਿਲਾਂ ਤੋਂ ਲਗਾਉਣਾ ਪਏਗਾ। ਇਹਦਾ ਮਤਲਬ ਕਿ ਤੁਸੀਂ ਨਾ ਫਸੋ। ਪਰਮੇਸ਼ਵਰ ਨੇ ਤੁਹਾਨੂੰ ਵਚਨ ਪਹਿਲਾਂ ਦਿੱਤਾ ਹੈ, ਸਾਨੂੰ ਸਾਰਿਆਂ ਨੂੰ ਪਰਮੇਸ਼ਵਰ ਨੇ ਆਪਣੇ ਵਚਨ ਦੇ ਦਿੱਤੇ ਨੇ ਕਿ ਦੇਖੋ ਸੰਸਾਰ ਦਾ ਅੰਤ ਕਿਵੇਂ ਹੋਏਗਾ, ਸੰਸਾਰ ਦੇ ਲੋਕ ਤੁਹਾਡੇ ਨਾਲ ਕੀ ਕਰਨਗੇ। ਹੁਣ ਇਨਸਾਨ ਦੀ ਜ਼ਿੰਮੇਵਾਰੀ ਹੈ ਨਾ। ਤਾਂ ਜਦੋਂ ਇੱਕ ਪੰਛੀ ਜਾਲ ਨੂੰ ਦੇਖ ਕੇ ਨਹੀਂ ਫਸਦਾ ਤੇ ਮਸੀਹ ਦੇ ਲੋਕ, ਮਸੀਹ ਨੂੰ ਮੰਨਣ ਵਾਲੇ ਲੋਕ ਅਜਿਹੀ ਗੱਲ ਵਿੱਚ ਫਸਦੇ ਨੇ। ਕਿਉਂ? ਉਹ ਸਮੇਂ ਤੇ ਪ੍ਰਾਰਥਨਾ ਕਰਨਗੇ ਜਦੋਂ ਸਭ ਕੁਝ ਤੰਦਰੁਸਤੀ ਹੈ, ਘਰ ਦੇ ਵਿੱਚ ਕੁਝ ਵੀ ਪਰੇਸ਼ਾਨੀ ਨਹੀਂ, ਕੋਈ ਮੁਸ਼ਕਿਲ ਨਹੀਂ, ਫਿਰ ਇਨਸਾਨ ਬੇਪਰਵਾਹ, ਫਿਰ ਬੇਖਬਰ। ਲੇਕਿਨ ਜਦੋਂ ਘਰ ਵਿੱਚ ਕੋਈ ਸਮੱਸਿਆ ਆ ਜਾਏ, ਕਿਸੇ ਨੂੰ ਪਰੇਸ਼ਾਨੀ ਆ ਜਾਏ, ਕਰੋ ਫੋਨ, ਜੀ ਪਾਸਟਰ ਸਾਹਿਬ ਕਿੱਥੇ ਹੋ? ਪਾਸਟਰ ਸਾਹਿਬ ਕਹਿੰਦਾ ਮੈਂ ਕਿਤੇ ਬਾਹਰ ਹਾਂ, ਜਲਦੀ ਆ ਕੇ ਜਾਇਓ ਜੀ। ਕਿਉਂ? ਪਰੇਸ਼ਾਨੀ ਆ ਗਈ ਘਰ ਦੇ ਵਿੱਚ। ਅੱਛਾ ਜੀ, ਫਿਰ ਪਾਸਟਰ ਸਾਹਿਬ 3-3 ਚੱਕਰ, 4-4 ਚੱਕਰ, 2-2 ਚੱਕਰ ਲਗਾਤਾਰ ਮਾਰਦਾਗਾ। ਫਿਰ ਪਰੇਸ਼ਾਨੀ ਕਿਉਂ ਨਹੀਂ ਜਾ ਰਹੀ? ਪ੍ਰਾਰਥਨਾ ਵੀ ਕਰਦੇ ਹਾਂ ਜੀ ਅਸੀਂ, ਹੁਣ ਪ੍ਰਾਰਥਨਾ ਕਰਦੇ ਹਾਂ ਅਸੀਂ, ਚਲੋ ਪ੍ਰਾਰਥਨਾ ਕਰਦੇ ਹਾਂ। ਫਿਰ ਇਨਸਾਨ ਪ੍ਰਾਰਥਨਾ ਕਰਦਾਗਾ। ਇੱਕ ਵਾਰ ਕਿਸੇ ਘਰ ਦੇ ਵਿੱਚ ਜਾਣਾ ਹੋਇਆ, ਪਰਮੇਸ਼ਵਰ ਨੇ ਕੁਝ ਵਚਨ ਸਿਖਾਇਆ ਉੱਥੇ। ਵਚਨ ਸਿਖਾਉਣ ਤੋਂ ਬਾਅਦ ਉਹਨਾਂ ਨੂੰ ਕਿਹਾ ਭਾਈ ਸਾਹਿਬ ਦੇਖੋ ਜੋ ਸਮਾਂ ਹੈਗਾ ਉਹ ਪਰਮੇਸ਼ਵਰ ਨੂੰ ਸਮਾਂ ਦੇਣਾ ਸ਼ੁਰੂ ਕਰ ਦਿਓ। ਜੋ ਪਰਮੇਸ਼ਵਰ ਦਾ ਸਮਾਂ ਬਣਦਾਗਾ ਉਹ ਕਹਿੰਦਾ ਠੀਕ ਹੈ ਜੀ ਸਮਾਂ ਦੇਣਾ ਸ਼ੁਰੂ ਕਰਾਂਗੇ, ਲੇਕਿਨ ਉਸ ਤੋਂ ਬਾਅਦ ਦੱਸੋ ਵੀ ਸਾਡੇ ਘਰ ਵਿੱਚ ਕੋਈ ਬਿਮਾਰੀ ਤਾਂ ਨਹੀਂ ਆਊ, ਪਰੇਸ਼ਾਨੀ ਤਾਂ ਨਹੀਂ ਆਊਗੀ? ਸਾਨੂੰ ਪੁੱਛਦੇ ਨੇ, ਆਊ ਤਾਂ ਨਹੀਂ? ਮਤਲਬ ਤੁਸੀਂ ਗਰੰਟੀ ਲਓ ਇਹ ਗੱਲ ਦੀ। ਮੈਂ ਭਾਈ ਸਾਹਿਬ ਸਾਡਾ ਮਸਲਾ ਨਹੀਂ ਹੈ, ਸਾਡਾ ਮਸਲਾ ਤੁਹਾਨੂੰ ਦੱਸਣਾ, ਕਰਨਾ ਨਾ ਕਰਨਾ ਤੁਹਾਡੇ ਹੱਥ ਵਿੱਚ ਹੈ। ਉਸ ਤੋਂ ਬਾਅਦ ਇਨਸਾਨ ਨੇ ਖੁਸ਼ੀ ਕਰਿਆ 3-4 ਦਿਨ ਬਾਅਦ ਵਿੱਚ ਫਿਰ ਰੁਕ ਗਿਆ, ਹੁਣ ਨਹੀਂ ਕਰਦਾ। ਉਹ ਇੱਥੇ ਬੈਠਾ ਹੋ, ਮੈਂ ਨਾਮ ਨਹੀਂ ਲੈਣਾ ਕਿਸੇ, ਹਾਂ ਉਹਨੇ 3-4 ਦਿਨ ਕਰੀ ਬਸ ਖੁਸ਼ੀ ਨਾਲ ਪ੍ਰਾਰਥਨਾ। ਖੁਸ਼ੀ ਵੀ ਕਿਹੜੀ ਸੀਗੀ? ਬੋਝ ਸੀਗਾ, 2.5 ਘੰਟੇ ਦੇਣੇ ਪੈ ਗਏ। ਕਿਉਂ? ਮੋਬਾਈਲ ਚਲਾਉਣਾ ਬੜਾ ਸੌਖਾ ਸੀਗਾ, ਬਾਹਰ ਖੜ ਕੇ ਗੱਪਾਂ ਮਾਰਨਾ ਬੜਾ ਸੌਖਾ ਸੀਗਾ, ਹੁਣ 2.5 ਘੰਟੇ ਪ੍ਰਾਰਥਨਾ ਕਰਨੀ ਪੈ ਗਈ, ਉਹ ਤਾਂ ਬੋਝ ਬਣ ਗਿਆ ਉਹਦੇ ਲਈ। ਹੁਣ ਅਜਿਹੇ ਲੋਕ ਜਦੋਂ ਬਿਪਤਾ ਵਿੱਚ ਪੈ ਗਏ ਤਾਂ ਕੀ ਕਰਨਗੇ ਉਹ ਲੋਕ? ਫਿਰ ਉਹ ਅਗਰ 15 ਮਿੰਟ ਵੱਧ ਲੱਗੇ ਪ੍ਰਾਰਥਨਾ ਵਿੱਚ, ਉਹ ਤਾਂ ਬੋਰ ਹੋ ਜਾਣਗੇ। ਇੰਨੀ ਲੰਬੀ ਪ੍ਰਾਰਥਨਾ ਯਾਰ, ਇੰਨਾ ਲੰਬਾ ਵਚਨ ਯਾਰ ਅਸੀਂ ਨਹੀਂ ਸੁਣ ਸਕਦੇ। ਮਤਲਬ ਇਹ ਸਾਰੀਆਂ ਗੱਲਾਂ ਪਰਮੇਸ਼ਵਰ ਨੇ ਪਹਿਲਾਂ ਦੱਸੀਆਂ ਹੋਈਆਂ ਨੇ। ਮੈਂ ਜਿਸ ਇਨਸਾਨ ਨੂੰ ਕਿਹਾਗਾ ਕਿ ਇੱਥੇ ਬੈਠਾਗਾ ਉਹ ਬੁਰਾ ਨਾ ਮੰਨ ਜੇ, ਔਰ ਹੋ ਸਕਦਾ ਸੁਧਰ ਜੇ ਤਾਂ ਵਧੀਆ ਗੱਲ ਹੈ ਉਹ। ਕਿਉਂਕਿ ਕੱਲ ਨੂੰ ਅਗਰ ਬਿਪਤਾ ਪਾਉਂਦੀ ਹੈ ਘਰ ਦੇ ਵਿੱਚ ਤਾਂ ਫਿਰ ਪਰੇਸ਼ਾਨੀ ਸਾਨੂੰ ਹੁੰਦੀ ਹੈ ਵੱਧ, ਫਿਰ ਸਾਨੂੰ ਖਿੱਚਦੇ ਨੇ ਅਗਲੇ ਵੀ ਆ ਜਾਓ ਇੱਥੇ ਆ ਜਾਓ। ਗਲਤੀ ਤੁਸੀਂ ਕਰਦੇ ਹੋ, ਫਸਾ ਸਾਨੂੰ ਦਿੰਦੇ ਉੱਥੇ ਹੈ ਵੀ ਟੇਕੋ ਗੋਡੇ ਜੀ ਕਰੋ ਪ੍ਰਾਰਥਨਾ। ਜੇ ਪ੍ਰਾਰਥਨਾ ਕਰਦੇ ਆ ਪਰਮੇਸ਼ਵਰ ਤੋਂ ਜਲਦੀ ਨਾ ਦੇਵੇ ਫਿਰ ਅੱਖਾਂ ਕੱਢਦੇ ਨੇ, ਕੰਮ ਨਹੀਂ ਹੋਇਆ ਤੁਹਾਡੇ ਦੁਆਰਾ ਜੀ। ਫਿਰ ਇਦਾਂ ਹੁੰਦਾ, ਇਹ ਸਹੀ ਗੱਲ ਹੈ, ਮੈਂ ਮਜ਼ਾਕ ਨਹੀਂ ਕਰਦਾ, ਇਦਾਂ ਹੁੰਦਾਗਾ। ਹੁਣ ਕੀ ਕਹਿੰਦੇ ਤੁਹਾਡੀ ਪ੍ਰਾਰਥਨਾ ਦਮ ਰਿਹਾ ਨਹੀਂ, ਤੁਹਾਡੀ ਪ੍ਰਾਰਥਨਾ ਦੀ ਗੱਲਬਾਤ ਰਹੀ ਨਹੀਂ। ਹੁਣ ਭਰਾਵਾ ਕਿਉਂ ਨਹੀਂ ਰਹੀ? ਪਰਮੇਸ਼ਵਰ ਸਾਡਾ ਗੁਲਾਮ ਹੈ ਕਿ ਸਾਨੂੰ ਦੇਖ ਕੇ ਕੰਮ ਕਰੇ। ਅਸੀਂ ਉਹਦੇ ਨੌਕਰ ਹਾਂ, ਉਹ ਸਾਡਾ ਮਾਲਕ ਹੈ। ਕੰਮ ਕਰਨਾ ਪਰਮੇਸ਼ਵਰ ਦੇ ਹੱਥ ਵਿੱਚ ਹੈ, ਬੇਨਤੀ ਪ੍ਰਾਰਥਨਾ ਕਰਨੀ ਸਾਡੇ ਹੱਥ ਵਿੱਚ ਹੈ। ਇੱਕ ਗੱਲ ਮੈਂ ਦੇਖੀ ਹੈ ਕਿ ਜਦੋਂ ਇਨਸਾਨ ਦੇ ਜੀਵਨ ਦੇ ਵਿੱਚ ਕੰਮ ਹੋ ਜਾਏ, ਕੋਈ ਨਹੀਂ ਕਹਿੰਦਾ ਕਿ ਪਰਮੇਸ਼ਵਰ ਦਾ ਤੁਹਾਡਾ ਧੰਨਵਾਦ,
ਤੁਸੀਂ ਆਏ ਸਾਡੇ ਘਰ ਦੇ ਵਿੱਚ ਛੁਟਕਾਰਾ ਆਇਆਗਾ, ਲੇਕਿਨ ਜਦੋਂ ਕੰਮ ਨਾ ਹੋਵੇ ਫਿਰ ਅੱਖਾਂ ਕੱਢਦੇ ਨੇ, ਇਹਨੂੰ ਪਤਾ ਨਹੀਂ ਕੀ ਹੋ ਗਿਆ, ਫਿਰ ਦੂਜੇ ਨੂੰ ਦੱਸਦੇ ਨੇ ਬੁਲਾਇਆ ਸੀ ਯਾਰ ਹੋਇਆ ਨਹੀਂ, ਤੇ ਜਦੋਂ ਹੋ ਜੇ ਫਿਰ ਕਿਹਨੂੰ ਦੱਸਦੇ ਹੀ ਨਹੀਂ। ਕੰਮ ਤਾਂ ਪਰਮੇਸ਼ਵਰ ਨੇ ਕਰਨਾਗਾ, ਕਿਹੜਾ ਸਾਡੇ ਹੱਥ ਵਿੱਚ ਹੈ। ਲੇਕਿਨ ਗੱਲ ਕੀ ਹੈ ਕਿ ਇਹ ਜੋ ਕੁਝ ਵੀ ਹੋ ਰਿਹਾਗਾ ਬਾਈਬਲ ਵਿੱਚ ਲਿਖਿਆ ਹੋਇਆਗਾ। ਫਿਰ ਦੇਖੋ ਇਨਸਾਨ ਕਿੰਨਾ ਬੇਖਬਰ ਹੈ, ਸਭ ਕੁਝ ਜਾਣ ਚੁੱਕਿਆਗਾ ਲੇਕਿਨ ਤਿਆਰੀ ਨਹੀਂ ਕਰ ਰਿਹਾ। ਕਹਿਣ ਦਾ ਮਤਲਬ ਜਦੋਂ ਤੁਸੀਂ ਕੋਈ ਪੰਛੀ ਫੜਨਾਗਾ ਉਹ ਤੁਹਾਨੂੰ ਦੇਖ ਰਿਹਾਗਾ, ਫਿਰ ਤੁਸੀਂ ਜਾਲ ਵਿਛਾਓ, ਪੰਛੀ ਕਦੇ ਵੀ ਨਹੀਂ ਫਸਣੇ ਵਾਲਾ। ਲੇਕਿਨ ਬਾਈਬਲ ਇਨਸਾਨ ਪੜ੍ਹਦਾਗਾ, ਵਚਨਾਂ ਨੂੰ ਇਨਸਾਨ ਸੁਣਦਾਗਾ, ਸਾਰੀਆਂ ਗੱਲਾਂ ਸਿੱਖ ਚੁੱਕਿਆਗਾ, ਇਨਸਾਨ ਖੁਦ ਨੂੰ ਤਿਆਰ ਨਹੀਂ ਕਰਦਾ ਪਿਆ, ਇਨਸਾਨ ਇਹ ਚੀਜ਼ ਵਿੱਚ ਫਸਣ ਵਾਲਾਗਾ। ਇੱਕ ਵਿਸ਼ਵਾਸੀ ਚਰਚ ਦੇ ਲੋਕ ਇਹਨਾਂ ਗੱਲਾਂ ਵਿੱਚ ਫਸਣਗੇ ਕਿ ਉਹ ਮਸੀਹ ਦਾ ਇਨਕਾਰ ਕਰਨਗੇ, ਪ੍ਰੀਤ ਠੰਡੀ ਪੈ ਗਈ ਲੋਕਾਂ ਦੀ, ਭੁਲਾਵੇ ਵਿੱਚ ਪੈਣਗੇ ਉਹ ਲੋਕ। ਕਿਉਂ? ਕਿਉਂਕਿ ਬੇਖਬਰ ਨੇ ਉਹ ਲੋਕ, ਉਹ ਖੁਦ ਪ੍ਰਾਰਥਨਾ ਨਹੀਂ ਕਰਦੇ ਜਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਪਰਮੇਸ਼ਰ ਦੇ ਨਾਲ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾਗਾ, ਉਹ ਨਹੀਂ ਕਰਦੇ ਪਏ। ਕਿਉਂ? ਕਿਉਂਕਿ ਬੇਖਬਰ ਨੇ ਉਹ ਲੋਕ। ਜਿਸ ਨੂੰ ਖਬਰ ਹੈ ਔਰ ਜੋ ਚੌਕਸ ਰਹਿੰਦਾਗਾ ਉਹ ਕੀ ਕਰਦਾਗਾ? ਉਹ ਆਪਣੇ ਆਪ ਨੂੰ ਬਚਾ ਲੈਂਦਾਗਾ। ਨੂੰਹ ਨੇ ਦੇਖੋ ਆਪਣੇ ਆਪ ਨੂੰ ਬਚਾ ਲਿਆ, ਆਪਣੇ ਪਰਿਵਾਰ ਨੂੰ ਬਚਾ ਲਿਆ, ਖਬਰ ਸੀ ਉਹਨਾਂ ਨੂੰ, ਤੇ ਦੂਜੇ ਲੋਕਾਂ ਨੂੰ ਤਾਂ ਖਬਰ ਸੀਗੀ, ਲੇਕਿਨ ਉਹ ਕੀ ਹੋ ਗਏ? ਬੇਖਬਰ ਹੋ ਗਏ। ਛੱਡੋ ਪੜੇ, ਕਦੇ ਕਿਹੜਾ ਮੀਂਹ ਪਿਆਗਾ, ਜਲ ਪਰ ਕਿੱਥੋਂ ਆ ਜਾਊਗੀ? ਲੋਕ ਸੋਚਦੇ ਨੇ। ਅੱਜ ਵੀ ਤਾਂ ਲੋਕ ਕਹਿੰਦੇ ਨੇ ਕਿੰਨੇ ਟਾਈਮ ਤੋਂ ਅਸੀਂ ਮਸੀਹ ਨੂੰ ਮੰਨਦੇ ਆ, ਕਿੰਨੇ ਟਾਈਮ ਤੋਂ ਸੁਣਦੇ ਆ ਕਿ ਯਿਸੂ ਮਸੀਹ ਆਉਣ ਵਾਲਾ, ਯਿਸੂ ਮਸੀਹ ਆਉਣ ਵਾਲਾ, ਆਇਆ ਨਹੀਂ ਹੁਣ ਤੱਕ। ਲੋਕ ਬੋਲਦੇ ਨੇ, ਲੇਕਿਨ ਸਹੀ ਦੇ ਵਿੱਚ ਬੇਖਬਰ ਨਹੀਂ ਬਣਨਾ। ਇੱਕ ਪੰਛੀ ਇੰਨਾ ਸਾਵਧਾਨ ਹੋ ਜਾਂਦਾਗਾ, ਪੰਛੀ ਇੰਨਾ ਚੌਕਸ ਹੋ ਜਾਂਦਾਗਾ, ਤਾਂ ਮਸੀਹ ਨੂੰ ਮੰਨਣ ਵਾਲਾ ਇਨਸਾਨ ਉਹ ਕਿਉਂ ਨਹੀਂ ਸਾਵਧਾਨ ਹੋ ਸਕਦਾ? ਉਹ ਕਿਉਂ ਨਹੀਂ ਆਪਣੇ ਲਈ ਪ੍ਰਾਰਥਨਾ ਕਰ ਸਕਦਾ? ਉਹ ਕਿਉਂ ਨਹੀਂ ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰ ਸਕਦਾ? ਉਹ ਕਿਉਂ ਨਹੀਂ ਖੁਦ ਨੂੰ ਬਚਾ ਸਕਦਾ? ਇੱਕ ਪੰਛੀ ਜਦੋਂ ਪਤਾ ਚੱਲੇ ਜਾਊ ਕਿ ਮੇਰੇ ਲਈ ਜਾਲ ਵਿਛਾਇਆ ਜਾ ਰਿਹਾਗਾ, ਤਾਂ ਉਹ ਉਸ ਵਿੱਚ ਫਸਦਾ ਨਹੀਂ ਹੈ। ਤਾਂ ਫਿਰ ਕਿਉਂ ਮਸੀਹ ਨੂੰ ਮੰਨਣ ਵਾਲੇ ਲੋਕ ਫਸ ਰਹੇ ਨੇ? ਕਿਉਂ ਮਸੀਹ ਨੂੰ ਮੰਨਣ ਵਾਲੇ ਲੋਕ ਉਹ ਸ਼ੈਤਾਨ ਦੀ ਗੱਲਾਂ ਵਿੱਚ ਜਾ ਰਹੇ ਨੇ? ਕਿਉਂ ਭਰਮਾਵੇ ਵਿੱਚ ਜਾ ਰਹੇ ਨੇ? ਕਿਉਂਕਿ ਬੇਖਬਰ ਹੋ ਚੁੱਕੇ ਨੇ। ਕੀ ਤੁਹਾਡੇ ਤੋਂ ਪੰਛੀ ਜਿਹੜਾ ਸਮਝਦਾਰ ਹੈ? ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਪੰਛੀ ਉਹ ਜਾਲ ਵਿੱਚ ਨਹੀਂ ਫਸ ਰਿਹਾ, ਲੇਕਿਨ ਇਨਸਾਨ ਉਹ ਜਾਲ ਦੇ ਵਿੱਚ ਫਸਦਾ ਚਲਾ ਜਾ ਰਿਹਾ ਹੈ। ਇਨਸਾਨ ਆਪਣੇ ਲਈ ਬਹੁਤ ਕੁਝ ਇਕੱਠਾ ਕਰਦਾਗਾ, ਜਦੋਂ ਵਿਪਤਾ ਵਿੱਚ ਪੈ ਜੇ ਤਾਂ ਸਭ ਕੁਝ ਲੁਟਾਉਣ ਦੇ ਲਈ ਤਿਆਰ ਹੈ, ਲੇਕਿਨ ਪਰਮੇਸ਼ਰ ਦੇ ਕੰਮ ਦੇ ਲਈ ਇਨਸਾਨ ਕੁਝ ਵੀ ਨਹੀਂ ਕਰਨਾ ਚਾਹੁੰਦਾ। ਮੈਂ ਇੱਕ ਗੱਲ ਕਹਿਣਾ ਚਾਹੁੰਦਾਗਾ, ਸ਼ੈਤਾਨ ਖੁਦ ਕਹਿੰਦਾਗਾ, ਇੱਕ ਵਚਨ ਪੜ੍ਹੋ ਮੇਰੇ ਨਾਲ, ਅਯੂਬ 2 ਦੇ 4 ਵਚਨ। शैतान ने यहोवा ਨੂੰ ਉੱਤਰ ਦੇ ਕੇ ਆਖਿਆ, ਦੇਖੋ ਸ਼ੈਤਾਨ ਖੁਦ ਪਰਮੇਸ਼ਰ ਨੂੰ ਕਹਿੰਦਾਗਾ ਕਿ ਖਲ ਦੇ ਬਦਲੇ ਖਲ, ਹਾਂ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ। ਮਨੁੱਖ ਸਾਰਾ ਕੁਝ ਆਪਣੇ ਪ੍ਰਾਣ ਦੇ ਲਈ ਦੇ ਦੇਵੇਗਾ। ਕੌਣ ਕਹਿੰਦਾਗਾ? ਸ਼ੈਤਾਨ ਕਹਿੰਦਾਗਾ। ਹੁਣ ਜਦੋਂ ਤੁਹਾਡੀ ਜਾਨ ਦੀ ਬਾਜੀ ਤੁਹਾਡੇ ਜਾਨ ਦੇ ਉੱਪਰ ਆ ਕੇ ਪੈ ਗਈ, ਲੋਕ ਤੁਹਾਨੂੰ ਮਾਰਨ ਦੇ ਲਈ ਖੜੇ ਹੋ ਗਏ, ਤੁਹਾਡਾ ਵੈਰ ਰੱਖਣ ਦੇ ਲਈ ਤਿਆਰ ਹੋ ਗਏ, ਲੇਕਿਨ ਤੇਰੀ ਜਾਨ ਅਸੀਂ ਲਵਾਂਗੇ, ਤੈਨੂੰ ਮਾਰ ਦੇਵਾਂਗੇ, ਛੱਡ ਯਿਸੂ ਮਸੀਹ ਦਾ ਖਹਿੜਾ, ਕਰ ਇਨਕਾਰ ਯਿਸੂ ਮਸੀਹ ਦਾ, ਤਾਂ ਇਨਸਾਨ ਆਪਣੀ ਜਾਨ ਬਚਾਉਣ ਦੇ ਲਈ ਕੀ ਕਰੇਗਾ? ਉਦੋਂ ਫਸ ਜਾਏਗਾ ਉਹਦੇ ਵਿੱਚ, ਕਿਉਂਕਿ ਇਹ ਗੱਲ ਤਾਂ ਪ੍ਰਭੂ ਯਿਸੂ ਮਸੀਹ ਪੂਰੀ ਹੋ ਚੁੱਕੀ ਸੀਗੀ। ਪ੍ਰਭੂ ਯਿਸੂ ਮਸੀਹ ਨੂੰ ਪਕੜਨ ਦੇ ਲਈ ਲੋਕ ਆਏ, ਲੇਕਿਨ ਯਿਸੂ ਮਸੀਹ ਨੇ ਮਨਾ ਕੀਤਾ, ਇਨਕਾਰ ਕੀਤਾ। ਉਹਦੇ ਨਾਲ ਹੀ ਚੇਲਾ ਘੁੰਮ ਰਿਹਾਗਾ ਪ੍ਰਭੂ ਯਿਸੂ ਮਸੀਹ ਦਾ, ਪਤਰਸ। ਜਦੋਂ ਲੋਕਾਂ ਨੇ ਕਿਹਾ ਤੂੰ ਤਾਂ ਯਿਸੂ ਮਸੀਹ ਦੇ ਨਾਲ ਘੁੰਮਦਾ ਸੀਗਾ, ਉਹਨੂੰ ਕੀ ਹੋਗਾ? ਉਹਨੂੰ ਡਰ ਲੱਗਿਆ, ਮੇਰੀ ਜਾਨ ਨਾ ਚਲੀ ਜਾਏ, ਮੈਂ ਮਰ ਨਾ ਜਾਵਾਂ, ਮੇਰਾ ਕੀ ਹੋਏਗਾ? ਮੇਰੀ ਤਾਂ ਸੱਸ ਵੀ ਹੈਗੀ, ਮੇਰੀ ਤਾਂ ਪਤਨੀ ਵੀ ਹੈ, ਉਹਨਾਂ ਦਾ ਕੀ ਹੋਏਗਾ? ਉਸਨੇ ਇਨਕਾਰ ਕਰਤਾ ਆਪਣੀ ਜਾਨ ਬਚਾਉਣ ਦੇ ਲਈ। ਇਹਦਾ ਮਤਲਬ ਇੱਕ ਇਨਸਾਨ ਆਪਣੀ ਜਾਨ ਦੇ ਬਦਲੇ ਉਹ ਆਪਣਾ ਸਭ ਕੁਝ ਦੇ ਸਕਦਾਗਾ। ਦੇ ਸਕਦਾ ਜਾਂ ਨਹੀਂ ਦੇ ਸਕਦਾ? ਹਾਲੇਲੂਇਆ। ਇੱਕ ਇਨਸਾਨ ਆਪਣੀ ਜਾਨ ਬਚਾਉਣ ਦੇ ਲਈ ਕੀ ਹੈ? ਆਪਣਾ ਸਭ ਕੁਝ ਦੇ ਸਕਦਾਗਾ। ਲੋਕ ਕਹਿੰਦੇ ਨੇ ਜਾਨ ਹੈ ਤਾਂ ਜਹਾਨ ਹੈ। ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰਾ ਪੈਸਾ ਹੈਗਾ। ਹੁਣ ਇਨਸਾਨ ਜਿਹੜਾ ਆਪਣੀ ਜਾਨ ਬਚਾਉਣ ਦੇ ਲਈ ਪੈਸਾ ਖਰਚ ਕਰ ਸਕਦਾ ਹੈਗਾ, ਉਹ ਇਨਸਾਨ ਆਪਣੀ ਜਾਨ ਬਚਾਉਣ ਦੇ ਲਈ ਕੀ ਯਿਸੂ ਮਸੀਹ ਦਾ ਇਨਕਾਰ ਨਹੀਂ ਕਰ ਸਕਦਾ? ਕਰੇਗਾ। ਕੌਣ ਕਰੇਗਾ? ਜਿਹੜਾ ਬੇਖਬਰ ਹੈ, ਇਹ ਸਭ ਕੁਝ ਜਾਣ ਚੁੱਕਿਆ ਹੈਗਾ, ਵਚਨ ਨੂੰ ਜਾਣ ਚੁੱਕਿਆ ਹੈਗਾ, ਵਚਨ ਨੂੰ ਸਿੱਖ ਚੁੱਕਿਆ ਹੈਗਾ, ਲੇਕਿਨ ਬੇਖਬਰ ਹੈ। ਬੇਖਬਰ ਮਤਲਬ ਕਦੇ ਐਸੀ ਗੱਲਾਂ ਵਿੱਚ ਪ੍ਰਾਰਥਨਾ ਨਹੀਂ ਕਰਦਾ। ਉਹ
ਆਪਣੇ ਆਪ ਨੂੰ ਕਦੇ ਨਾ ਕਦੇ ਲਈ ਉਹ ਪਰਮੇਸ਼ਰ ਦੇ ਬੈਠਦੇ ਨਹੀਂ ਲੈ ਕੇ ਕਿ ਪਰਮੇਸ਼ਰ ਸਮਾਂ ਭਿਆਨਕ ਆ ਰਿਹਾਗਾ। ਲੇਕਿਨ ਇਨਸਾਨ ਕੀ ਆਪਣੇ ਕਾਰੋਬਾਰ ਦੇ ਵਿੱਚ ਰੁੱਝਿਆ ਹੋਇਆਗਾ, ਆਪਣੇ ਬਿਜ਼ਨਸ ਦੇ ਵਿੱਚ ਰੁੱਝਿਆ ਹੋਇਆਗਾ, ਹੋਰ ਗੱਲਾਂ ਦੇ ਵਿੱਚ ਰੁੱਝਿਆ ਹੋਇਆਗਾ। ਕੀ ਫਾਇਦਾਗਾ ਕਿ ਸੱਪ ਤੁਹਾਨੂੰ ਦੱਸ ਲਵੇ, ਉਸ ਤੋਂ ਬਾਅਦ ਤੁਸੀਂ ਮੰਤਰ ਮਾਰੋ, ਉਸ ਤੋਂ ਬਾਅਦ ਤੁਸੀਂ ਕੁਝ ਕਰੋ, ਕੋਈ ਫਾਇਦਾ ਨਹੀਂ ਹੈ। ਇਸ ਤੋਂ ਪਹਿਲਾਂ ਕਿ ਤੁਹਾਡੇ ਜੀਵਨ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਕੋਈ ਸਮੱਸਿਆ ਆਵੇ, ਉਸ ਤੋਂ ਪਹਿਲਾਂ ਪ੍ਰਾਰਥਨਾ ਕਰੋ। ਮੈਂ ਦੇਖਿਆਗਾ ਲੋਕਾਂ ਦੇ ਜੀਵਨ ਵਿੱਚ ਸਮੱਸਿਆ ਹੈਗੀਆਂ, ਅੱਜ ਵੀ ਨੇ, ਹੁਣ ਵੀ ਨੇ, ਲੇਕਿਨ ਫਿਰ ਵੀ ਉਹ ਪਰਮੇਸ਼ਵਰ ਦੇ ਕੋਲ ਨਹੀਂ ਆਉਣਾ ਚਾਹੁੰਦੇ। ਅੱਜ ਵੀ ਆਪਣਾ ਪੈਸਾ ਡਾਕਟਰਾਂ ਨੂੰ ਦੇ ਰਹੇ ਨੇ, ਅੱਜ ਵੀ ਆਪਣਾ ਪੈਸਾ ਦਵਾਈਆਂ ਵਿੱਚ ਖਰਚ ਕਰ ਰਹੇ ਨੇ, ਦੁੱਖਾਂ ਵਿੱਚ ਫਸੇ ਹੋਏ ਨੇ। ਕੈਸੇ ਬੇਖਬਰ ਲੋਕ ਨੇ ਉਹ, ਪਤਾ ਨਹੀਂ ਚੱਲਦਾ ਕਿ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਤੋਂ ਚੰਗੇ ਕੀਤੇ ਗਏ ਹੋ। ਲੇਕਿਨ ਦੇਖੋ, ਜਦੋਂ ਇਸ ਗੱਲਾਂ ਵਿੱਚ ਤੁਸੀਂ ਵਫਾਦਾਰ ਨਹੀਂ ਹੋ ਰਹੇ ਤਾਂ ਜਾਨ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ। ਇੱਕ ਵਚਨ ਪੜੋ, ਮੱਤੀ 24 ਦਾ 13 ਵਚਨ। ਅਤੇ ਰਾਤ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ, ਜੋ ਸਭ ਕੌਮਾਂ ਉੱਤੇ ਸਾਖੀ ਹੋਵੇ, ਤਦ ਅੰਤ ਆਵੇਗਾ। 24 ਦੇ 13। ਹਾਂਜੀ, ਔਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਇੱਕ ਵਾਰ ਫਿਰ ਪੜੋ। ਪਰ ਜਿਹੜਾ ਅੰਤ ਤੋੜੀ ਸਹੇਗਾ ਸੋਹੀ ਬਚਾਇਆ ਜਾਵੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਬਾਈਬਲ ਵਿੱਚ ਲਿਖਿਆ ਜਿਹੜਾ ਅੰਤ ਤੋੜੀ ਸਹੇਗਾ। ਅੰਤ ਤੋੜੀ ਮਤਲਬ ਮੌਤ ਤੱਕ, ਆਪਣੀ ਜਾਨ ਦੇਣ ਤੱਕ ਜਿਹੜਾ ਸਹਿਨ ਕਰੇਗਾ, ਉਹ ਕੀ ਹੈ? ਉਹ ਬਚਾਇਆ ਜਾਏਗਾ। ਇਨਸਾਨ ਨੂੰ ਡਰ ਲੱਗਦਾ ਹੈਗਾ ਉਹਦੀ ਪਰੇਸ਼ਾਨੀ ਵੱਧ ਜੇ, ਉਹਦੇ ਕੋਈ ਸਮੱਸਿਆ ਵੱਧ ਜੇ, ਪੇਟ ਦਰਦ ਵੱਧ ਜੇ, ਉਹਦਾ ਸਿਰ ਦਰਦ ਵੱਧ ਜੇ, ਉਹਦਾ BP ਵੱਧ ਜੇ, ਇਨਸਾਨ ਨੂੰ ਟੈਨਸ਼ਨ ਪੈ ਜਾਂਦੀ ਹੈ ਕਿਤੇ ਜਾਨ ਨਾ ਚਲੀ ਜਾਏ। ਭੱਜੋ, ਛੱਡੋ ਪ੍ਰਾਰਥਨਾ ਦੇ ਉੱਪਰ ਵਿਸ਼ਵਾਸ। ਹੁਣ ਪ੍ਰਾਰਥਨਾ ਬਾਅਦ ਚ ਕਰਾਂਗੇ, ਹੁਣ ਪਹਿਲਾਂ ਚੱਲਦੇ ਹਾਂ ਉੱਥੇ। ਲੇਕਿਨ ਬਾਈਬਲ ਵਿੱਚ ਕੀ ਲਿਖਿਆ ਹੈਗਾ ਕਿ ਜਿਹੜਾ ਇਨਸਾਨ ਅੰਤ ਤੋੜੀ ਸਹੇਗਾ ਸੋ ਬਚਾਇਆ ਜਾਏਗਾ। ਇਹਦਾ ਮਤਲਬ ਕਿ ਯਿਸੂ ਮਸੀਹ ਸਾਨੂੰ ਅੰਤ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਚੱਲ ਅੰਤ ਤੱਕ ਦੇਖਦਾ ਮੈਂ ਵੀ ਕਿਹੜੀ ਮੌਤ ਜਿਹੜੀ ਤੇਰਾ ਨਾਸ ਕਰ ਸਕਦੀ ਹੈ, ਕਿਹੜੀ ਮੌਤ ਜਿਹੜੀ ਤੈਨੂੰ ਮਾਰ ਸਕਦੀ ਹੈ। ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਜਿਹੜਾ ਅੰਤ ਤੋੜੀ ਸਹੇਗਾ ਸੋ ਬਚਾਇਆ ਜਾਏਗਾ। ਲੇਕਿਨ ਅੱਜ ਇਨਸਾਨ ਕੀ ਕਰਦਾ ਹੈਗਾ? ਪ੍ਰਾਰਥਨਾ ਹੈ ਨਹੀਂ, ਵਰਤ ਹੈ ਨਹੀਂ, ਵਚਨ ਜੀਵਨ ਦੇ ਵਿੱਚ ਹੈ ਨਹੀਂ, ਵਚਨ ਦੀ ਆਗਿਆਕਾਰੀ ਜੀਵਨ ਦੇ ਵਿੱਚ ਹੈ ਨਹੀਂ, ਤੇ ਗੱਲਾਂ ਕਰਦਾ ਮਰਨ ਦੀਆਂ। ਪ੍ਰਭੂ ਤੇਰੇ ਪਿੱਛੇ ਮੈਂ ਜਾਨ ਦੇ ਦੂੰ। ਪ੍ਰਭੂ ਯਿਸੂ ਮਸੀਹ ਕਹਿੰਦੇ ਵਚਨ ਦੇ ਵਿੱਚ, ਜੋ ਮੈਨੂੰ ਪਿਆਰ ਕਰਦਾ ਹੈਗਾ ਉਹ ਮੇਰੀ ਗੱਲਾਂ ਦੀ ਪਾਲਣਾ ਕਰੇਗਾ, ਮੇਰੇ ਹੁਕਮਾਂ ਦੀ ਪਾਲਣਾ ਕਰੇਗਾ। ਤੇ ਇਨਸਾਨ ਕਹਿੰਦਾ ਪ੍ਰਭੂ ਮੈਂ ਤੈਨੂੰ ਪਿਆਰ ਕਰਦਾਗਾ, ਪ੍ਰਭੂ ਮੈਂ ਤੈਨੂੰ ਪਿਆਰ ਕਰਦਾ, ਤੇਰੇ ਪਿਆਰ ਵਿੱਚ ਮੈਂ ਤਾਂ ਜਾਨ ਦੇ ਦੂੰਗਾ। ਬੋਲਦੇ ਨੇ ਜ਼ਿਆਦਾਤਰ ਲੋਕ ਕਿ ਮੈਂ ਤੇਰੇ ਪਿਆਰ ਵਿੱਚ ਜਾਨ ਦੇ ਦੂੰਗਾ, ਲੇਕਿਨ ਜਾਨ ਦੇਣੀ ਸੌਖੀ ਥੋੜੀ ਹੈ। ਕਿਹੜਾ ਇਨਸਾਨ ਜਾਨ ਦੇ ਸਕਦਾ? ਕੋਈ ਵੀ ਨਹੀਂ ਦੇ ਸਕਦਾ। ਅਗਰ ਜਾਨ ਦੇਣੀ ਹੈ ਤਾਂ ਉਹਦੇ ਲਈ ਤੁਹਾਡੀ ਮਿਹਨਤ ਹੋਣੀ ਬਹੁਤ ਜ਼ਰੂਰੀ ਹੈ। ਪਤਰਸ ਵੀ ਕਹਿੰਦਾ ਸੀਗਾ, ਪਤਰਸ ਵੀ ਡਰ ਗਿਆ ਮੌਤ ਤੋਂ। ਤੇ ਜਦੋਂ ਪਤਰਸ ਜਿਹੜਾ 3.5 ਸਾਲ ਤੱਕ ਪ੍ਰਭੂ ਯਿਸੂ ਦੇ ਨਾਲ ਰਹਿ ਕੇ ਵੱਡੇ ਵੱਡੇ ਚਮਤਕਾਰ ਦੇਖ ਸਕਦਾ ਹੈਗਾ, ਖੁਦ ਪ੍ਰਾਰਥਨਾਵਾਂ ਕਰ ਸਕਦਾ ਹੈਗਾ, ਖੁਦ ਲੋਕਾਂ ਨੂੰ ਵਚਨ ਸਿਖਾ ਸਕਦਾ ਹੈਗਾ, ਜਦੋਂ ਉਹ ਡਰ ਸਕਦਾ ਮੌਤ ਤੋਂ, ਤਾਂ ਫਿਰ ਤੁਸੀਂ ਤੇ ਅਸੀਂ ਕਿਹੜੇ ਖੇਤ ਦੀ ਮੂਲੀ ਹਾਂ? ਪਤਰਸ ਦਾ ਜਦੋਂ ਯਿਸੂ ਮਸੀਹ ਪ੍ਰਾਰਥਨਾ ਕਰਦੇ ਸੀਗੇ, ਪਤਰਸ ਸੌਂ ਜਾਂਦੇ ਸੀਗੇ, ਉਹਦੇ ਨਾਲ ਦੇ ਸਾਥੀ ਸੌਂ ਜਾਂਦੇ ਸੀਗੇ, ਤਾਂ ਤੁਸੀਂ ਕੀ ਕਰਦੇ ਹੋ? ਤੁਸੀਂ ਤਾਂ ਸੌਂ ਜਾਂਦੇ ਹੋ। ਉਧਰ ਪਰਮੇਸ਼ਰ ਦਾ ਦਾਸ ਵਚਨ ਸਿਖਾਉਂਦਾਗਾ, ਆਪ ਅੱਖਾਂ ਬੰਦ ਕਰਕੇ ਸੁੱਤੇ ਪੈਂਦੇ ਹੋ। ਕੀ ਕਰ ਰਹੇ ਹੋ? ਬੇਖਬਰ ਲੋਕ ਬੈਠੇ ਉੱਥੇ ਸਾਰੇ। ਕਹਿਣ ਦਾ ਮਤਲਬ ਵਚਨ ਦੇ ਵਿੱਚ ਇਹੀ ਸਿੱਖਣ ਨੂੰ ਮਿਲਦਾ ਸਾਨੂੰ ਕਿ ਜੋ ਪੰਛੀ ਦੇਖ ਰਿਹਾ ਹੈਗਾ ਉਹਦੇ ਲਈ ਜਾਲ ਵਿਛਾਇਆ ਜਾਏ ਤਾਂ ਉਹ ਜਾਲ ਵਿੱਚ ਫਸਦਾ ਨਹੀਂ ਹੈ। ਤੇ ਫਿਰ ਅਸੀਂ ਵੀ, ਸਾਨੂੰ ਪਤਾ ਚੱਲਿਆਗਾ ਬਾਈਬਲ ਦੇ ਵਿੱਚੋਂ, ਸਾਨੂੰ ਪਰਮੇਸ਼ਰ ਸਿਖਾਉਂਦੇ ਨੇ ਕਿ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਣ ਵਾਲਾਗਾ, ਤੇ ਆਪਾਂ ਵੀ ਨਹੀਂ ਫਸਣਾ, ਆਪਾਂ ਵੀ ਬੇਖਬਰ ਨਹੀਂ ਹੋਣਾ। ਜਿਹੜੇ ਬੇਖਬਰ ਨੇ ਉਹੀ ਲੋਕ ਫਸਦੇ ਨੇ। ਆਓ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਔਰ ਕੋਈ ਵੀ ਜਨ ਆਪਣੀ ਅੱਖਾਂ ਨਾ ਖੋਲੋ। ਹੁਣ ਸਮਾਂਗਾ, ਕੋਈ ਆਵਾਜ਼ ਨਾ ਕਰੇ, ਸਿਰਫ ਸਾਰੇ ਸ਼ਾਂਤ ਹੋ ਜਾਓ, ਆਪਣੇ ਆਪਣੇ ਸਥਾਨ ਦੇ ਉੱਪਰ ਬੈਠੇ ਰਹੋ, ਕੋਈ ਵੀ ਜਨ ਆਵਾਜ਼ ਨਾ ਕਰੇ, ਸਾਰੇ ਆਪਣੀ ਅੱਖਾਂ ਬੰਦ ਰੱਖੋ। ਹੁਣ ਸਮਾਂਗਾ ਤੁਹਾਡੇ ਕੋਲ, ਆਪਣੀ ਅੱਖ ਬੰਦ ਰੱਖੋ,
और अपने आप को एक सवाल करो कि मैं परमेश्वर के वचन को जानदा गा, मैं परमेश्वर के वचन को सिक्ख्या होया गा, मैं कितनी मेहनत कर रहा गा, कि मैं बेखबर हाँ, मैनू किस तरह करना चाहिए गा, पर मैं की कर रहा गा। अपने आप को एक सवाल करो। सप किसी ने डंग मारे और वो इंसान जानता गा कि सप का मैं नाश कर सकदा गा, लेकिन सप उसनूं दस लवे, उस तो बाद सप का नाश करे तो उसका की फायदा। इसका मतलब कि जो समा आने वाला गा, लोग चाहे जानते हैं चाहे नहीं जानते, लेकिन मैं जान चुकिया गा और मैनू की करना चाहिए गा। अगर सब कुछ जानने तो बाद भी तुसी बेखबर बनते हो तो तुहानू कोई नहीं बचा सकता। अगर तुसी जानने तो बाद खुद मेहनत करते हो, क्योंकि किसी भी इंसान का मरना शौक नहीं है, वो तो मजबूरी है। लेकिन संत पौलुस कहता गा कि जीना मेरे लिए मसीह और मरना मेरे लिए लाभ है। ये गल क्यों बोलता गा? क्योंकि वो परमेश्वर को जान चुकिया गा, वो जान चुकिया गा कि मैनू परमेश्वर मरण तो बाद वो संदीप का जीवन देने वाले ने। इसलिए संत पौलुस कहते हैं कि जीना मेरे लिए मसीह है और मरना मेरे लिए लाभ है, मेरे लिए फायदा गा। कि मैं गल बोल सकदा गा कि मेरे अंदर मौत का डर तो नहीं। मौत का डर इंसान को कमजोर करता गा, मौत का डर इंसान को परमेश्वर को दूर ले जाता गा। लेकिन प्रभु यीशु मसीह कहते हैं कि मैं जान देने के लिए आया, और प्रभु यीशु मसीह जान देनी सी, उसके लिए प्रभु यीशु मसीह लगातार प्रार्थना करते रहे। मैं लगातार की कर रहा गा? अपने आप को सवाल करो। अगर बेखबर हो तो बेखबर पुनः छड़ के चौकस हो जाओ। इस वचन की आशीष नाल परमेश्वर सानू सब नूं भर देना। थैंक यू लॉर्ड, थैंक यू जीसस मेरे पिता जी। हालेलुया पिता जी।